सत श्री अकाल बच्चे सारिਆਂ ਨੂੰ। बच्चे सक्सैसट्री पंजाब चैनल ਤੇ ਸਾਰਿਆਂ ਦਾ ਸਵਾਗਤ ਹੈ। ਆਪਾਂ ਜਿਵੇਂ ਪਿਛਲੇ ਹਫਤੇ ਡਿਸਾਈਡ ਕੀਤਾ ਸੀ ਕਿ ਆਪਣਾ ਨੈਬ ਤਹਿਸੀਲਦਾਰ ਦਾ ਪੇਪਰ ਬਿਲਕੁਲ 2 ਹਫ਼ਤੇ ਬਾਅਦ ਹੋਣ ਵਾਲਾ ਹੈ। ਇਸ ਤੋਂ ਬਿਨਾ ਆਪਣੇ ਨੈਬ ਤੋਂ ਬਾਅਦ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋਣਾ ਹੈ। ਕੋਆਪਰੇਟਿਵ ਬੈਂਕ ਦੀਆਂ ਭਰਤੀਆਂ ਨਿਕਲੀਆਂ ਹੋਈਆਂ ਨੇ, ਉਹਦੇ ਵਿੱਚ ਮੈਨੇਜਰ ਦਾ ਪੇਪਰ ਪੀਪੀਐਸਸੀ ਨੇ ਕੰਡਕਟ ਕਰਨਾ, ਕਲਰਕ ਦੀਆਂ ਭਰਤੀਆਂ ਨਿਕਲੀਆਂ ਹੋਈਆਂ ਨੇ ਜਾਂ ਹੋਰ ਬਾਕੀ ਮਹਿਕਮੇ ਦੀਆਂ ਭਰਤੀਆਂ ਹਲੇ ਨਿਕਲੀਆਂ ਨੇ, ਜਿਹਦੇ ਵਿੱਚ ਪੰਚਾਇਤ ਸੈਕਟਰੀ ਹੈ, ਪਟਵਾਰੀ ਹੈ ਤੇ ਪੰਜਾਬ ਪੁਲਿਸ ਦੀਆਂ ਕਾਂਸਟੇਬਲ ਤੇ ਸਬ ਇੰਸਪੈਕਟਰ ਦੀਆਂ ਭਰਤੀਆਂ ਨਿਕਲਣੀਆਂ ਨੇ। ਤਾਂ ਬੱਚੇ ਅਗਲੇ ਸਮੇਂ 'ਚ ਆਪਣੇ ਜਿੰਨੇ ਐਗਜ਼ਾਮਸ ਹੋਣ ਵਾਲੇ ਨੇ ਪੰਜਾਬ ਦੇ ਅਲੱਗ-ਅਲੱਗ ਮਹਿਕਮਿਆਂ ਦੇ, ਉਹਨਾਂ ਦੇ ਲਈ ਕੁਆਂਟਸ ਤੇ ਰੀਜ਼ਨਿੰਗ ਲਈ ਆਪਾਂ ਪੁਰਾਣੇ ਪੇਪਰਾਂ ਦਾ ਇੱਕ ਬੈਚ ਚਲਾਇਆ ਹੋਇਆ ਹੈਗਾ, ਜਿਹੜੀ ਦੁਪਹਿਰੇ ਰੋਜ਼ 2 ਵਜੇ ਇੱਕ ਆਪਣੀ ਕਲਾਸ ਜਾਂਦੀ ਹੈ। ਤੇ ਉਸ ਤੋਂ ਬਿਨਾ ਡੀਆਈ, ਕਿਉਂਕਿ ਹੁਣ ਪੰਜਾਬ ਦੇ ਪੇਪਰਾਂ 'ਚ ਬਹੁਤ ਜ਼ਿਆਦਾ ਪੁੱਛੀ ਜਾਣੀ ਸ਼ੁਰੂ ਹੋਈ ਆ। ਪੀਪੀਐਸਸੀ ਜਿਹੜੇ ਪੇਪਰ ਕੰਡਕਟ ਕਰਦਾ ਸੀ ਉਹਦੇ ਵਿੱਚ ਡੀਆਈ ਆਲਰੇਡੀ ਪੁੱਛੀ ਜਾਂਦੀ ਸੀ, ਉਹਨਾਂ ਨੇ ਆਪਣੀ ਡੀਆਈ ਦੀ ਵੇਟੇਜ ਵਧਾਤੀ, ਲੈਵਲ ਚੱਕਤਾ। ਤੇ ਜਿਹੜੇ ਆਪਣੇ SSSB ਬੋਰਡ ਨੇ ਪੇਪਰ ਲੈਣੇ ਹੁੰਦੇ ਸੀ, ਚਾਹੇ ਉਹ ਪਟਵਾਰੀ ਦੀ ਗੱਲ ਕਰ ਲਓ ਜਾਂ ਪੰਜਾਬ ਪੁਲਿਸ ਦਾ ਅਲੱਗ ਰਿਕਰੂਟਮੈਂਟ ਬੋਰਡ ਬਣਿਆ ਹੋਇਆ, ਹੋਰ ਜਿਹੜੇ ਪੇਪਰ ਹੋਏ ਸੀ ਉਹਨਾਂ ਦੇ ਵਿੱਚ ਡੀਆਈ ਪਹਿਲਾਂ ਨਹੀਂ ਸੀ ਪੁੱਛੀ ਜਾਂਦੀ, ਡੀਆਈ ਪੁੱਛੀ ਜਾਣੀ ਸ਼ੁਰੂ ਹੋਈ ਆ। ਤਾਂ ਇਹ ਸਾਰਿਆਂ ਨੂੰ ਧਿਆਨ 'ਚ ਰੱਖ ਕੇ ਆਪਾਂ ਕੱਲ੍ਹ ਤੋਂ ਮਤਲਬ ਡੀਆਈ ਦਾ ਬੈਚ ਸਟਾਰਟ ਕੀਤਾ ਹੋਇਆ ਸੀ। ਲਾਈਕ ਆਪਾਂ ਲਾਸਟ ਵੀਕ ਅਨਾਊਂਸਮੈਂਟ ਕੀਤੀ ਸੀ ਕਿ ਡੀਆਈ ਦਾ ਫੁੱਲ ਸਿਲੇਬਸ ਕਵਰ ਕਰਨ ਦੇ ਲਈ ਫ੍ਰੀ ਆਫ ਕੋਰਸ ਇੱਕ ਸੈਸ਼ਨ ਸਟਾਰਟ ਕੀਤਾ। ਡੇਲੀ 10 ਵਜੇ ਸਵੇਰੇ ਆਪਣੀ ਇਹ ਸਕਸੈਸਟਰੀ ਤੇ ਕਲਾਸ ਜਾਂਦੀ ਆ। ਤਾਂ ਉਹਦੇ ਵਿੱਚ ਆਪਾਂ ਕੱਲ੍ਹ ਦੀ ਕਲਾਸ ਦੇ ਵਿੱਚ ਮਤਲਬ ਪਹਿਲਾਂ ਤਾਂ ਸਮਝਿਆ ਕਿ ਡੀਆਈ ਦੇ ਵਿੱਚ ਕਵਰ ਕੀ ਕੁਛ ਕਰਨਾ ਹੈ। ਮੈਂ ਜਿਹੜੇ ਜਵਾਕਾਂ ਨੇ ਤਾਂ 2-4 ਅੱਖਰ ਪੜ੍ਹੇ ਹੋਏ ਨੇ ਉਹਨਾਂ ਨੂੰ ਮਾੜਾ ਮੋਟਾ ਆਈਡੀਆ ਸੀਗਾ। ਬਾਕੀ ਸਾਰੇ ਫਰੈਸ਼ਰ ਸਟੂਡੈਂਟਸ ਦੇ ਲਈ ਜਿਨ੍ਹਾਂ ਨੇ ਡੀਆਈ ਅੱਜ ਤੱਕ ਨਹੀਂ ਸੀ ਕੀਤੀ, ਆਪਾਂ ਪਹਿਲਾਂ ਇਮੇਜਸ ਡਿਸਕਸ ਕੀਤੀਆਂ ਸੀਗੀਆਂ। ਇਮੇਜਸ ਡਿਸਕਸ ਕਰਨ ਤੋਂ ਬਾਅਦ ਫਿਰ ਕੱਲ੍ਹ ਦੀ ਕਲਾਸ ਦੇ ਵਿੱਚ ਤਾਂ ਆਪਾਂ ਥੋੜ੍ਹੀ ਜਿਹੀ ਕੈਲਕੂਲੇਸ਼ਨ ਦੇਖੀ ਤੇ ਇੱਕ ਕੁਐਸਚਨ ਕੀਤਾ। ਬਾਕੀ ਇੱਕ ਕੁਐਸਚਨ ਤੁਹਾਨੂੰ ਹੋਮਵਰਕ ਦਿੱਤਾ ਹੋਇਆ ਸੀ। ਤੇ ਹੋਮਵਰਕ ਹਮੇਸ਼ਾ ਜਿਹੜਾ ਸਕਸੈਸਟਰੀ ਦਾ ਟੈਲੀਗ੍ਰਾਮ ਚੈਨਲ ਆ, ਸਕਸੈਸਟਰੀ ਦੇ ਨਾਮ ਤੋਂ ਹੀ ਆ, ਉਹਦੇ ਵਿੱਚ ਫਾਈਲ ਜਾਇਆ ਕਰੂ, ਜਿਹੜੀ ਆਪਾਂ ਫਾਈਲ ਕਲਾਸ 'ਚ ਸੋਲਵ ਕਰਦੇ ਹਾਂ ਤੇ ਹੋਮਵਰਕ ਵਾਲਾ ਕੁਐਸਚਨ ਵੀ ਇਸੇ ਫਾਈਲ ਦੇ ਵਿੱਚ ਹੁੰਦਾ। ਤਾਂ ਇਹ ਪੂਰੀ ਦੀ ਪੂਰੀ ਫਾਈਲ ਦੀ PDF ਸਕਸੈਸਟਰੀ ਦੇ ਤੁਸੀਂ ਟੈਲੀਗ੍ਰਾਮ ਚੈਨਲ ਤੇ ਜਾ ਕੇ ਲੈ ਸਕਦੇ ਹੋ। ਤਾਂ ਅੱਜ ਦੀ ਕਲਾਸ ਦੇ ਵਿੱਚ ਵੀ ਆਪਾਂ 1 ਘੰਟੇ ਵਾਂਗੂ ਕੁਐਸਚਨਸ ਕਰਾਂਗੇ, ਨਾਲ ਇੱਕ ਕੁਐਸਚਨ ਫਿਰ ਹੋਮਵਰਕ ਹੋਊਗਾ। ਤਾਂ ਉਹ ਪੂਰੀ ਦੀ ਪੂਰੀ ਫਾਈਲ ਦੀ PDF ਸਕਸੈਸਟਰੀ ਦੇ ਟੈਲੀਗ੍ਰਾਮ ਚੈਨਲ ਤੇ ਤੁਸੀਂ ਦੇਖੋਗੇ। ਤੇ ਜਿਹੜੇ ਹੋਮਵਰਕ ਦੇ ਵਿੱਚ ਤੁਹਾਡੇ ਡਾਊਟਸ ਹੋਣਗੇ, ਤਾਂ ਡਾਊਟਸ ਮਤਲਬ ਜੇ ਤਾਂ ਤੁਹਾਡਾ ਆਨਸਰ ਸਹੀ ਆ ਰਿਹਾ ਹੋਮਵਰਕ ਵਾਲਾ, ਉਹ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰ ਸਕਦੇ ਹੋ। ਅਦਰਵਾਈਜ਼ ਜੇ ਤੁਹਾਡੇ ਡਾਊਟ ਹੋਏ ਤਾਂ ਡਾਊਟ ਜਾਂ ਤਾਂ ਬਿਲਕੁਲ ਉਸ ਤੋਂ ਅਗਲੀ ਕਲਾਸ ਦੇ ਵਿੱਚ, ਜਾਂ ਆਪਾਂ ਇਹ ਸੈਸ਼ਨ, ਕਿਉਂਕਿ ਅਗਲੇ 12 ਦਿਨ ਤੱਕ ਸੈਸ਼ਨ ਚਲਾਉਣਾ ਮਤਲਬ ਨੈਬ ਤਹਿਸੀਲਦਾਰ ਦੇ ਪੇਪਰ ਤੱਕ, ਤਾਂ ਆਖਰੀ 2-3 ਦਿਨ ਮੈਂ ਸਿਰਫ ਡਾਊਟਸ ਵਾਲੇ ਕੁਐਸਚਨ ਕਰਵਾ ਦੂੰਗਾ। ਤਾਂ ਆਪਾਂ ਇਹ ਵੀ ਕਰ ਸਕਦੇ ਹਾਂ। ਤਾਂ ਅਗਲੇ ਦਿਨਾਂ ਦੇ ਵਿੱਚ ਜਿਹੋ ਜਿਹਾ ਤੁਹਾਡਾ ਰਿਸਪੌਂਸ ਆਊਗਾ ਉਹਦੇ ਹਿਸਾਬ ਨਾਲ ਆਪਾਂ ਪਲਾਨ ਕਰ ਲਾਂਗੇ। ਤਾਂ ਬੱਚੇ ਅੱਜ ਦੀ ਕਲਾਸ ਆਪਾਂ ਸਟਾਰਟ ਕਰਦੇ ਹਾਂ। ਅੱਜ ਦੀ ਕਲਾਸ ਦੇ ਵਿੱਚ ਆਪਾਂ ਪਾਈ ਚਾਰਟ ਦਾ ਕੁਐਸਚਨ ਦੇਖਣਾ ਹੈ। ਤਾਂ ਬੱਚੇ ਆਪਾਂ ਪਾਈ ਚਾਰਟ ਸਮਝਿਆ ਸੀ ਕਿ ਬੇਸਿਕਲੀ ਪਾਈ ਚਾਰਟ ਕੀ ਹੁੰਦਾ ਹੈ, ਗੋਲਾ ਜਿਹਾ ਬਣਾ ਕੇ ਉਹਦੇ ਵਿੱਚ ਡਿਸਟ੍ਰੀਬਿਊਸ਼ਨ ਕੀਤੀ ਜਾਂਦੀ ਹੈ। ਡਿਸਟ੍ਰੀਬਿਊਸ਼ਨ ਕਾਹਦੀ ਕੀਤੀ ਹੋਈ ਉਹ ਸਾਨੂੰ ਡਿਸਕ੍ਰਿਪਸ਼ਨ 'ਚ ਲਿਖਿਆ ਹੈ। ਦਾ ਗਿਵਨ ਪਾਈ ਚਾਰਟ ਸ਼ੋਜ਼ ਦਾ ਡਾਟਾ ਰਿਗਾਰਡਿੰਗ ਦਾ percentage distribution of the number of people affected by floods in 5 different districts in Indian state of Punjab। ਤਾਂ ਐਗਜ਼ਾਮੀਨਰ ਕਹਿੰਦਾ ਕਿ ਪੰਜਾਬ ਸਟੇਟ ਦੇ 5 ਅਲੱਗ-ਅਲੱਗ ਡਿਸਟ੍ਰਿਕਟਸ ਦੇ ਵਿੱਚ ਹੜ੍ਹਾਂ ਕਾਰਨ ਜਿੰਨੇ ਲੋਕ ਮਤਲਬ ਅਫੈਕਟ ਹੋਏ ਨੇ, ਉਹਦੀ ਸਾਨੂੰ ਪਰਸੈਂਟੇਜ ਵਾਈਜ਼ ਡਿਸਟ੍ਰੀਬਿਊਸ਼ਨ ਦਿੱਤੀ ਹੋਈ ਹੈ 5 ਅਲੱਗ-ਅਲੱਗ ਡਿਸਟ੍ਰਿਕਟਸ ਦੀ। ਤਾਂ ਅੱਗੇ ਉਹ ਕਹਿੰਦਾ ਦ ਟੋਟਲ ਨੰਬਰ ਆਫ ਪੀਪਲ ਅਫੈਕਟਡ ਇਨ ਦਾ ਗਿਵਨ 5 ਡਿਸਟ੍ਰਿਕਟਸ ਇਜ਼ 24,500। ਜੇ ਕੁੱਲ 50 ਡਿਸਟ੍ਰਿਕਟਸ ਦੇ 50 ਜ਼ਿਲ੍ਹਿਆਂ ਦੇ ਮਿਲਾ ਕੇ 24,500 ਲੋਕ ਅਫੈਕਟ ਹੋਏ ਨੇ, ਤਾਂ ਉਹ 24,500 ਦੇ ਵਿੱਚੋਂ 22% ਮੋਗੇ ਦੇ ਨੇ, 16% ਬਠਿੰਡੇ ਦੇ ਨੇ, 20% ਮੋਹਾਲੀ ਦੇ, 18% ਬਰਨਾਲੇ ਦੇ, 24% ਲੁਧਿਆਣੇ ਦੇ ਲੋਕ ਨੇ। ਤਾਂ ਬੱਚੇ ਪਰਸੈਂਟੇਜ ਵਾਈਜ਼ ਡਿਸਟ੍ਰੀਬਿਊਟ ਕੀਤਾ ਹੋਇਆ, ਉਹ ਪਾਈ ਚਾਰਟ ਬਣਿਆ ਹੋਇਆ ਆਪਣਾ ਕਿ ਕੁੱਲ 24,500 ਲੋਕ ਨੇ। ਇਹ 50 ਜ਼ਿਲ੍ਹਿਆਂ ਨਾਲ ਸੰਬੰਧ ਰੱਖਦੇ ਨੇ। ਉਹ ਜ਼ਿਲ੍ਹੇ ਸਾਨੂੰ ਪਤਾ ਕਿਹੜੇ-ਕਿਹੜੇ ਤੇ ਲੋਕ ਜਿਹੜੇ ਫਲੱਡਸ ਤੋਂ ਅਫੈਕਟ ਹੋਏ ਨੇ। ਤਾਂ ਸਾਨੂੰ ਪਰਸੈਂਟੇਜ ਵਾਈਜ਼ ਐਗਜ਼ਾਮੀਨਰ ਨੇ ਦੱਸਤਾ ਕਿ ਇੰਨੇ ਪਰਸੈਂਟ ਇਸ ਫਲਾਣੇ ਜ਼ਿਲ੍ਹੇ ਦੇ ਇੰਨੇ ਲੋਕ ਨੇ। ਅੱਗੇ ਸਿੰਪਲ ਉਹਨੇ ਗੱਲ ਲਿਖਿਆ ਕਿ ਟੋਟਲ ਪੀਪਲ ਜਿਹੜੇ ਅਫੈਕਟਡ ਨੇ ਹਰ ਡਿਸਟ੍ਰਿਕਟ ਦੇ, ਉਹ ਮੇਲ ਪਲੱਸ ਫੀਮੇਲ ਮਿਲਾ ਕੇ ਹੀ ਆਉਣਗੇ। ਇਹ ਵੈਸੇ ਵੀ ਆਪਾਂ ਨੂੰ ਪਤਾ, ਚਲੋ ਐਗਜ਼ਾਮੀਨਰ ਨੇ ਇੱਕ ਹਿੰਟ ਦੇਤਾ ਵੀ ਅੱਗੇ ਜਿਹੜੇ ਸਵਾਲ ਆਉਣਗੇ ਉਹਨਾਂ 'ਚ ਮੇਲ ਫੀਮੇਲ ਦੇ ਉੱਤੇ ਵੀ ਕੁਐਸਚਨ ਪੁੱਛਿਆ ਜਾ ਸਕਦਾ, ਇਹ ਹਿੰਟ ਦੇਤਾ ਸਾਨੂੰ। ਤਾਂ ਬੱਚੇ ਕੁਐਸਚਨਸ ਦੇਖਣ ਤੋਂ ਪਹਿਲਾਂ ਆਪਾਂ ਮਾੜਾ ਜਿਹਾ ਦੇਖਦੇ ਹਾਂ। ਮੋਗੇ ਦੇ ਵਿੱਚ 22% ਲੋਕ ਅਫੈਕਟ ਹੋ ਗਏ। ਤਾਂ 22% ਤਾਂ ਪਰਸੈਂਟੇਜ ਦੇ ਵਿੱਚ ਹੈ। ਜੇ ਆਪਾਂ 22% ਦੀ ਵੈਲਿਊ ਕੱਢਣੀ ਹੋਵੇ ਕਿ 22% ਨੰਬਰ ਦੇ ਵਿੱਚ ਕਿੰਨਾ ਬਣਿਆ, ਤਾਂ ਆਪਾਂ ਕੀ ਕਰਨਾ ਬੱਚੇ, ਟੋਟਲ ਜਿਹੜੇ ਲੋਕ ਅਫੈਕਟ ਹੋਏ ਉਹ 24,500 ਨੇ। 24,500 ਕੀ ਆਪਣੇ ਆਪ 'ਚ ਕੰਪਲੀਟ ਹੈ, ਸੋ ਇਹਦਾ ਮਤਲਬ 100% ਦੀ ਵੈਲਿਊ 24,500 ਹੈ। ਕਿਉਂਕਿ ਪਾਈ ਚਾਰਟ ਦੇ ਵਿੱਚ ਜਿਹੜੀ ਡਿਸਟ੍ਰੀਬਿਊਸ਼ਨ ਹੁੰਦੀ ਹੈ ਉਹ ਜੇ ਪਰਸੈਂਟੇਜ ਦੀ ਫਾਰਮ ਦੇ ਵਿੱਚ ਹੈ ਤਾਂ ਉਹ ਹਮੇਸ਼ਾ ਟੋਟਲ 100% ਬਣਾਉਂਦੀ ਹੈ। ਤਾਂ ਤੁਸੀਂ ਐਡ ਵੀ ਕਰਕੇ ਦੇਖ ਸਕਦੇ ਹੋ, 22 ਤੇ 16, 38, 38 ਤੇ 20, 58, 58 ਤੇ 18, 76 ਤੇ 24, 100%। ਤਾਂ ਪਰਸੈਂਟੇਜ ਵਾਈਜ਼ ਜਦੋਂ ਡਿਸਟ੍ਰੀਬਿਊਸ਼ਨ ਹੁੰਦੀ ਹੈ ਉਹਨੇ ਕੰਪਲੀਟ 100% ਬਣਾਉਣਾ, ਤੇ ਉਹ 100% ਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ 24,500।
500। ਇਹਦਾ ਮਤਲਬ ਜੇ ਅਸੀਂ 1% ਦੇਖਣਾ ਤਾਂ 1% ਦੀ ਵੈਲਿਊ 245 ਆ ਗਈ, ਤਾਂ ਜੇ 22% ਦੇਖਣਾ ਤਾਂ 22% ਦੀ ਵੈਲਿਊ 22 ਗੁਣਾ 245 ਹੋ ਜੂ। ਟੋਟਲ ਆਪਣਾ 24,500 ਹੈ। 24,500 ਕਿਉਂਕਿ ਟੋਟਲ ਹੈ ਤਾਂ ਆਪਾਂ 100% ਨੂੰ 24,500 ਅਜ਼ਿਊਮ ਕਰਾਂਗੇ, ਤਾਂ ਬੱਚੇ 0000 ਕੱਟ ਕੇ 1% ਦੀ ਵੈਲਿਊ 245। ਤਾਂ ਜੇ ਅਸੀਂ ਮੋਗੇ ਦੇ ਲੋਕ ਕੱਢਨੇ ਆ ਕਿ ਮੋਗੇ 'ਚ ਪਰਸੈਂਟੇਜ ਵਾਈਜ਼ ਤਾਂ 22% ਫੈਕਟਰ ਨੇ, ਗਿਣਤੀ ਕਿੰਨੀ ਬਣੀ ਤਾਂ ਬੱਚੇ 1% ਜੇ 245 ਹੈ ਤਾਂ 22% ਵਿਲ ਬੀ 22 ਇੰਟੂ 245, 16% ਵਿਲ ਬੀ 16 ਇੰਟੂ 245। ਜੇ ਆਪਾਂ ਮੋਹਾਲੀ ਦੇ ਕੱਢਨੇ ਤਾਂ 20% 20 ਇੰਟੂ 245, ਬਰਨਾਲੇ ਦੇ 18 ਇੰਟੂ 245, ਲੁਧਿਆਣੇ ਦੇ 24 ਗੁਣਾ 245। ਤਾਂ ਇੱਕ ਗੱਲ ਕਲੀਅਰ ਹੋ ਗਈ ਕਿ ਇਨ ਕੇਸ ਸਾਨੂੰ ਕਿਸੇ ਵੀ ਜ਼ਿਲ੍ਹੇ ਦੇ ਜਾਂ ਇੱਕ ਤੋਂ ਵੱਧ ਜ਼ਿਲ੍ਹਿਆਂ ਦੇ, ਪਰ ਆਪਾਂ ਹਲੇ ਇੱਕ ਜ਼ਿਲ੍ਹੇ ਦੀ ਗੱਲ ਕਰਦੇ ਹਾਂ, ਸਾਨੂੰ ਕਿਸੇ ਵੀ ਜ਼ਿਲ੍ਹੇ ਦੇ ਪਰਸੈਂਟੇਜ ਵਾਈਜ਼ ਤਾਂ ਲੋਕ ਦਿੱਤੇ ਹੋਏ ਨੇ, ਅਸੀਂ ਨੰਬਰ ਦੇ ਵਿੱਚ ਕੱਢਣੇ ਹੋਏ ਤਾਂ 1% ਕਿਉਂਕਿ 245 ਹੈ ਤਾਂ ਜਿੰਨੇ ਵੀ ਪਰਸੈਂਟ ਕੱਢਣਾ ਇੰਟੂ 245 ਕਰਕੇ ਸਾਡੀ ਵੈਲਿਊ ਆ ਜੂਗੀ। ਇੱਕ ਤਾਂ ਅਸੀਂ ਇਹ ਸਿੱਖ ਲਿਆ ਪਾਈ ਚਾਰਟ ਨੂੰ ਦੇਖਦੇ ਸਾਰ ਕਿ ਭਾਈ ਜੇ ਪਰਸੈਂਟੇਜ ਦੇ ਵਿੱਚ ਕੋਈ ਵੈਲਿਊ ਦਿੱਤੀ ਹੈ ਤੇ ਉਹਦੀ ਅਸਲ 'ਚ ਕਿੰਨੀ ਵੈਲਿਊ ਬਣੂਗੀ ਉਹ ਦੇਖਣਾ, ਤਾਂ ਉਹ ਤਰੀਕਾ ਆ ਗਿਆ ਸਾਨੂੰ। ਦੂਜੀ ਗੱਲ ਦੇਖੋ ਬੱਚੇ, ਆ ਮੋਗਾ ਜ਼ਿਲ੍ਹਾ, ਆ ਬਠਿੰਡਾ ਜ਼ਿਲ੍ਹਾ। ਮੋਗੇ 'ਚ ਕਿੰਨੇ 22%, ਬਠਿੰਡੇ ਕਿੰਨੇ ਆ 16%। ਜੇ ਅਸੀਂ ਮੋਗੇ ਤੇ ਬਠਿੰਡੇ ਦਾ ਟੋਟਲ ਕੱਢਣਾ ਹੋਵੇ ਤਾਂ ਮੋਗੇ ਦਾ ਟੋਟਲ 22% ਆ, ਉਹਦੀ ਅਸੀਂ ਵੈਲਿਊ ਕੱਢ ਸਕਦੇ ਹਾਂ। ਬਠਿੰਡੇ ਦਾ 16% ਹੈ, ਉਹਦੀ ਅਸੀਂ ਵੈਲਿਊ ਕੱਢ ਸਕਦੇ ਹਾਂ। ਤਾਂ ਕੀ ਸਾਡੇ ਕੋਲ ਸਿਰਫ ਇਹੀ ਤਰੀਕਾ ਹੈ ਕਿ ਅਸੀਂ 22 ਗੁਣਾ 245 ਕਰਕੇ ਦੇਖਾਂਗੇ ਜਿੰਨਾ ਬਣੂਗਾ? ਇਹ ਬਣ ਗਿਆ 4400, 52 80, 53 90 ਬਣ ਗਿਆ ਸ਼ਾਇਦ, ਇਹ 5390 ਬਣ ਗਿਆ। ਤੁਸੀਂ ਕੈਲਕੂਲੇਸ਼ਨ ਕਰਕੇ ਦੇਖ ਲਿਓ ਵੀ ਇਹੀ ਬਣਿਆ ਜਾਂ ਕੁਝ ਹੋਰ ਬਣਿਆ। 16 ਇੰਟੂ 245 ਕਿੰਨਾ ਬਣ ਗਿਆ? 490। ਆਪਣਾ ਇਹ ਬਣ ਗਿਆ 3920, 3920। ਤਾਂ ਕੈਲਕੂਲੇਸ਼ਨਾਂ ਕਰਕੇ ਦੇਖ ਲਿਓ ਕੀ ਬਣਿਆ। ਬੱਚੇ ਸਾਨੂੰ ਐਗਜ਼ਾਮੀਨਰ ਮੰਨ ਲਓ ਮੋਗੇ ਤੇ ਬਠਿੰਡੇ ਦਾ ਟੋਟਲ ਪੁੱਛ ਰਿਹਾ ਹੈ, ਤਾਂ ਮੋਗੇ ਦਾ ਟੋਟਲ ਅਸੀਂ ਕੱਢ ਲਿਆ, ਬਠਿੰਡੇ ਦਾ ਟੋਟਲ ਕੱਢ ਲਿਆ। ਕੀ ਅਸੀਂ ਹੁਣ ਇਹਨਾਂ ਦੋਨਾਂ ਵੈਲਿਊਜ਼ ਨੂੰ ਐਡ ਕਰਾਂਗੇ? ਕਿ ਸਾਡੇ ਕੋਲ ਸਿਰਫ ਇਹੀ ਰਾਹ ਹੈ? ਤਾਂ ਬੱਚੇ ਸਿਰਫ ਇਹੀ ਰਾਹ ਨਹੀਂ ਹੈਗਾ, ਕਿਉਂਕਿ ਸਾਨੂੰ ਜਿਹੜਾ 2000 ਆਪਣਾ 24,500 ਟੋਟਲ ਦਿੱਤਾ ਹੋਇਆ, ਤਾਂ ਜਿਹੜਾ ਮੋਗੇ ਦਾ 22% ਹੈ ਉਹਦਾ ਬੇਸ ਵੀ 24,500 ਹੈ, 16% ਦਾ ਬੇਸ ਵੀ 24,500 ਹੈ, ਜਿਹੜਾ ਮੋਹਾਲੀ ਦਾ 20% ਹੈ ਉਹਦਾ ਬੇਸ ਵੀ 24,500 ਹੈ, ਬਰਨਾਲੇ ਦਾ 18% ਹੈ ਉਹਦਾ ਬੇਸ ਵੀ 24,500 ਹੈ, ਤੇ ਲੁਧਿਆਣੇ ਦਾ 24% ਹੈ ਉਹਦਾ ਬੇਸ ਵੀ 24,500 ਹੈ। ਤਾਂ ਜਿਹੜੀਆਂ 5% ਵੈਲਿਊਜ਼ ਨੇ, ਇਹਨਾਂ 5% ਵੈਲਿਊਜ਼ ਦਾ ਬੇਸ ਤਾਂ ਸੇਮ ਹੀ ਹੈ। ਸੋ ਇਨ ਕੇਸ ਅਸੀਂ ਇਹਨਾਂ 2 ਜ਼ਿਲ੍ਹਿਆਂ ਨੂੰ ਜਾਂ 3 ਜਾਂ 4 ਜਾਂ 5 ਜ਼ਿਲ੍ਹਿਆਂ ਨੂੰ, ਚਲੋ 5 ਦਾ ਤਾਂ ਟੋਟਲ 100% ਬਣੂਗਾ ਹੀ ਬਣੂਗਾ, ਜੇ ਅਸੀਂ 2 ਜਾਂ 3 ਜ਼ਿਲ੍ਹਿਆਂ ਨੂੰ ਕਿਤੇ ਐਡ ਕਰਕੇ ਉਹਨਾਂ ਦਾ ਟੋਟਲ ਦੱਸਣਾ ਹੈ ਤਾਂ ਉਹਦੇ ਲਈ ਸਾਨੂੰ ਹਰ ਇੱਕ ਜ਼ਿਲ੍ਹੇ ਦਾ ਇੰਡੀਵਿਜੂਅਲੀ ਨੰਬਰ ਕੱਢਣ ਦੀ ਬਿਲਕੁਲ ਲੋੜ ਨਹੀਂ ਹੈਗੀ। ਅਸੀਂ ਕਿਉਂਕਿ ਪਰਸੈਂਟ ਵੈਲਿਊਜ਼ ਦਾ ਬੇਸ ਸੇਮ ਹੈ ਤਾਂ ਅਸੀਂ ਪਰਸੈਂਟ ਵੈਲਿਊਜ਼ ਹੀ ਐਡ ਕਰ ਸਕਦੇ ਹਾਂ। ਤੇ ਜੇ ਅਸੀਂ ਮੋਗੇ ਤੇ ਬਠਿੰਡੇ ਦਾ ਟੋਟਲ ਦੱਸਣਾ ਹੋਇਆ ਤਾਂ ਸਾਨੂੰ 53 90 44 ਵੀ ਜੋੜਨ ਦੀ ਜਮਾ ਲੋੜ ਨਹੀਂ ਹੈਗੀ, 93 ਵੀ ਇਹ ਬਣ ਜੂਗਾ, 9310 ਬਣ ਜੂਗਾ। ਸਾਨੂੰ ਇਹ ਕੱਢਣ ਦੀ ਜਮਾ ਲੋੜ ਨਹੀਂ ਹੈਗੀ, ਅਸੀਂ ਪਰਸੈਂਟ ਵੈਲਿਊਜ਼ ਹੀ ਐਡ ਕਰ ਸਕਦੇ ਹਾਂ। ਤਾਂ ਦੇਖੋ ਪਰਸੈਂਟ ਵੈਲਿਊਜ਼ ਜੇ ਅਸੀਂ ਐਡ ਕਰਾਂਗੇ ਕੀ ਬਣ ਜੂਗਾ? ਮੋਗੇ ਦਾ ਟੋਟਲ 22% ਹੈ, ਬਠਿੰਡੇ ਦਾ ਟੋਟਲ 16%, ਤਾਂ ਐਡ ਕਰਕੇ 38% ਬਣ ਗਿਆ। ਪਰਸੈਂਟ ਵੈਲਿਊਜ਼ ਐਡ ਇਸ ਕਰਕੇ ਹੋ ਗਿਆ ਕਿਉਂਕਿ ਬੇਸ ਸੇਮ ਹੈ। ਤਾਂ 38% ਦੀ ਵੈਲਿਊ ਕਿੰਨੀ ਹੋ ਜੂ? 38 ਗੁਣਾ 245। ਤਾਂ 38 ਗੁਣਾ 245 ਨੂੰ ਸੌਖਾ ਕਿਵੇਂ ਕਰ ਲਓਗੇ? 38 ਦਾ ਅੱਧ ਕਰਤਾ, 245 ਦਾ ਦੁੱਗਣਾ ਕਰਤਾ। 38 ਦਾ ਅੱਧ 19, 245 ਦਾ ਦੁੱਗਣਾ 490, ਇੱਕ ਨੂੰ ਡਿਵਾਈਡ ਬਾਈ 2 ਕਰਤਾ, ਦੂਜੇ ਨੂੰ ਮਲਟੀਪਲਾਈ 2 ਕਰਤਾ, ਤਾਂ ਕੈਲਕੂਲੇਸ਼ਨ ਸੇਮ ਹੀ ਰਹਿ ਜੂਗੀ। ਤਾਂ 19 ਗੁਣਾ 490, ਪਿੱਛੇ 0 ਦੀ 0 ਲੱਗੀ ਰਹਿ ਜੂਗੀ। 19 ਗੁਣਾ 49 ਕਿੰਨਾ ਹੁੰਦਾ? 19 ਗੁਣਾ 50 950 ਹੁੰਦਾ ਹੈ। ਤਾਂ 19 ਗੁਣਾ 49 931 ਹੋਊਗਾ। ਤਾਂ 931 ਮੂਹਰੇ ਲੱਗ ਗਿਆ, 9310। ਮੈਂ ਇਹੀ ਕਿਹਾ ਸੀ 53 90 ਤੇ 39 20 ਨੂੰ ਐਡ ਕਰਕੇ ਤੁਹਾਡਾ 9310 ਹੀ ਆਊਗਾ। ਤਾਂ ਤੁਸੀਂ ਬੱਚੇ ਜੇ 2 ਜ਼ਿਲ੍ਹਿਆਂ ਦੀ ਵੈਲਿਊ ਜਾਂ 3 ਜ਼ਿਲ੍ਹਿਆਂ ਦੀ ਵੈਲਿਊ ਕੱਢਣੀ ਹੈ ਤਾਂ ਉਹਨਾਂ ਦੀ ਇੰਡੀਵਿਜੂਅਲ ਵੈਲਿਊ ਕੱਢ ਕੇ ਐਡ ਕਰਨ ਦੀ ਜਮਾ ਲੋੜ ਨਹੀਂ। ਇੱਥੇ ਅਲੱਗ ਕੈਲਕੂਲੇਸ਼ਨ, ਇੱਥੇ ਅਲੱਗ ਕੈਲਕੂਲੇਸ਼ਨ। ਤੁਸੀਂ ਸਿੱਧਾ ਕਿਉਂਕਿ ਪਰਸੈਂਟ ਵੈਲਿਊਜ਼ ਦਾ ਬੇਸ ਸੇਮ ਹੈ ਤਾਂ ਪਰਸੈਂਟ ਵੈਲਿਊਜ਼ ਵੀ ਐਡ ਕਰ ਸਕਦੇ ਹੋ। ਤਾਂ ਪਰਸੈਂਟੇਜ ਦੇ ਵਿੱਚ ਕੈਲਕੂਲੇਸ਼ਨ ਕਰਦੇ ਯਾਦ ਰੱਖਣਾ ਸੀ ਅਸੀਂ, ਮਤਲਬ ਕੈਲਕੂਲੇਸ਼ਨ ਕਰਦੇ ਅਸੀਂ ਪੜ੍ਹਿਆ ਵੀ ਸੀ ਕਿ 2 ਜਾਂ 2 ਤੋਂ ਜ਼ਿਆਦਾ ਪਰਸੈਂਟ ਵੈਲਿਊਜ਼ ਐਡ ਹੋ ਜਾਂਦੀਆਂ ਨੇ ਜੇ ਉਹਨਾਂ ਦਾ ਬੇਸ ਸੇਮ ਹੋਵੇ। ਤਾਂ ਇੱਥੇ ਬੇਸ ਸੇਮ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਐਡ ਕਰ ਸਕਦੇ ਹਾਂ। ਹੁਣ ਅਗਲੀ ਗੱਲ ਆ ਗਈ, ਮੰਨ ਲਓ ਐਗਜ਼ਾਮੀਨਰ ਸਾਨੂੰ ਕਹਿ ਦੇ, ਮੈਂ ਇਹ ਰੱਬ ਕਰਕੇ ਇਸੇ ਸਪੇਸ 'ਚ ਇੱਕ ਹੋਰ ਚੀਜ਼ ਸਮਝਾਉਣਾ, ਫਿਰ ਆਪਾਂ ਇਕੱਲੇ ਇਕੱਲੇ ਕੁਐਸਚਨ ਨੂੰ ਕਰਦੇ ਹਾਂ। ਮੰਨ ਲਓ ਐਗਜ਼ਾਮੀਨਰ ਸਾਨੂੰ ਕਹਿ ਦੇ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ, ਧਿਆਨ ਨਾਲ ਦੇਖੋ, ਬਠਿੰਡੇ ਜ਼ਿਲ੍ਹੇ ਦੇ ਵਿੱਚ
ਜਿੰਨੇ ਲੋਕ ਅਫੈਕਟ ਹੋਏ ਉਹਦੇ ਵਿੱਚ ਮੇਲ ਤੇ ਫੀਮੇਲ 3:5 ਦੇ ਵਿੱਚ ਨੇ। ਮੰਨ ਲਓ ਐਗਜ਼ਾਮੀਨਰ ਨੇ ਕਹਿਤਾ ਬਠਿੰਡੇ ਜ਼ਿਲ੍ਹੇ 'ਚ ਜਿੰਨੇ ਲੋਕ ਅਫੈਕਟ ਹੋਏ ਉਹਦੇ ਵਿੱਚ ਮੇਲ ਤੇ ਫੀਮੇਲ 3:5 ਦੇ ਵਿੱਚ ਨੇ। ਇਸ ਤੋਂ ਬਾਅਦ ਦੂਜੀ ਵੈਲਿਊ ਮੈਂ ਕਹਿੰਦਾ ਕਿ ਐਗਜ਼ਾਮੀਨਰ ਕਹਿੰਦਾ ਲੁਧਿਆਣੇ ਜ਼ਿਲ੍ਹੇ 'ਚ ਜਿੰਨੇ ਲੋਕ ਅਫੈਕਟ ਹੋਏ ਉਹਦੇ ਵਿੱਚ ਮੇਲ ਤੇ ਫੀਮੇਲ ਮੰਨ ਲਓ 3:4 ਦੇ ਵਿੱਚ ਨੇ। ਤਾਂ ਉਹ ਕਹਿੰਦਾ ਬਠਿੰਡੇ ਦੀਆਂ ਫੀਮੇਲ ਕੱਢੋ, ਮਤਲਬ ਰੇਸ਼ੀਓ ਵੀ ਪੁੱਛ ਸਕਦਾ ਐਗਜ਼ਾਮੀਨਰ ਕਿ ਬਠਿੰਡੇ ਦੀਆਂ ਫੀਮੇਲ ਤੇ ਲੁਧਿਆਣੇ ਦੀਆਂ ਫੀਮੇਲ ਦੀ ਰੇਸ਼ੀਓ ਕੱਢੋ, ਜਾਂ ਬਠਿੰਡੇ ਦੇ ਮੇਲ ਤੇ ਲੁਧਿਆਣੇ ਦੀਆਂ ਫੀਮੇਲ ਦਾ ਟੋਟਲ ਕੱਢੋ। ਐਗਜ਼ਾਮੀਨਰ ਕੁਝ ਵੀ ਰੇਸ਼ੀਓ ਐਡ ਕਰਨਾ ਪੁੱਛ ਸਕਦਾ। ਕਹਿਣ ਦਾ ਮਤਲਬ ਅਸੀਂ ਇਹਨਾਂ ਦੀਆਂ ਵੈਲਿਊਜ਼ ਕੱਢਣੇ ਨੇ। ਤਾਂ ਮਤਲਬ ਅਸੀਂ ਲੁਧਿਆਣੇ ਦੀਆਂ ਬਠਿੰਡੇ ਦੀਆਂ ਮੰਨ ਲਓ ਫੀਮੇਲ ਕੱਢਣ ਲੱਗੇ ਹਾਂ, ਤਾਂ ਬਠਿੰਡੇ ਦੀਆਂ ਫੀਮੇਲ ਕਿਵੇਂ ਨਿਕਲਣਗੀਆਂ? ਮੇਲ ਤੇ ਫੀਮੇਲ ਦੀ ਰੇਸ਼ੀਓ 3:5 ਦਿੱਤੀ ਆ। 3:5 ਦਾ ਮਤਲਬ ਜੇ ਮੇਲ ਕੱਢਣੇ ਤਾਂ ਉਹ 3 ਆਊਟ ਆਫ 8 ਆ ਜਾਊਗਾ। 3 ਤੇ 5 ਦਾ ਟੋਟਲ 8 ਬਣਦਾ। ਜੇ ਫੀਮੇਲ ਕੱਢਣੀਆਂ ਨੇ ਤਾਂ ਉਹ 5/8 ਆ ਜਾਊਗਾ, ਕਿਉਂਕਿ ਰੇਸ਼ੀਓ ਦਾ ਟੋਟਲ 8 ਬਣਦਾ ਹੈ। ਤਾਂ ਮੇਲ ਕੀ ਹੈ 3/8, ਫੀਮੇਲ ਕੀ ਹੈ 5/8। ਤਾਂ ਜੋ ਵੀ ਤੁਹਾਡਾ ਬਠਿੰਡੇ ਦਾ ਟੋਟਲ ਬਣ ਜਾਊਗਾ, ਜੋ ਵੀ ਬੱਚੇ ਤੁਹਾਡਾ ਬਠਿੰਡੇ ਦਾ ਟੋਟਲ ਬਣ ਜਾਊਗਾ, ਮੇਲ ਕੱਢਣੇ ਤਾਂ ਉਸ ਟੋਟਲ ਦਾ 3/8, ਫੀਮੇਲ ਕੱਢਣੀ ਤਾਂ ਉਸ ਟੋਟਲ ਦਾ 5/8 ਕਰ ਲਾਂਗੇ। ਪਰ ਪਰਸੈਂਟੇਜ ਦੇ ਵਿੱਚ ਬੱਚੇ ਜਿਹੜੀਆਂ ਸਾਨੂੰ ਆ ਵੈਲਿਊਜ਼ ਦਿੱਤੀਆਂ ਹੋਈਆਂ ਨੇ, ਇਹਦਾ ਮਤਲਬ ਕੀ ਹੈ ਕਿ ਜੇ ਸਾਨੂੰ ਆ 24,500 ਨਾ ਵੀ ਦਿੱਤਾ ਹੋਵੇ ਤਾਂ ਅਸੀਂ ਆਪਣੇ ਵੱਲੋਂ ਮੰਨ ਸਕਦੇ ਕਿ ਭਾਈ ਟੋਟਲ 100 ਲੋਕ ਅਫੈਕਟ ਹੋਏ ਪੰਜਾਬ ਦੇ, ਇਹਨਾਂ 5 ਜ਼ਿਲ੍ਹਿਆਂ ਦੇ 100 ਲੋਕ ਅਫੈਕਟ ਹੋਏ। ਪਰਸੈਂਟੇਜ ਦਾ ਟੋਟਲ ਹਮੇਸ਼ਾ 100 ਹੁੰਦਾ ਹੈ। ਤਾਂ ਐਕਚੁਅਲ ਟੋਟਲ ਚਾਹੇ ਬੱਚੇ ਸਾਨੂੰ ਨਾ ਵੀ ਦਿੱਤਾ ਹੋਵੇ, ਅਸੀਂ ਇਹ ਤਾਂ ਮੰਨ ਨਹੀਂ ਸਕਦੇ ਕਿ ਜੇ ਟੋਟਲ 100 ਲੋਕ ਅਫੈਕਟ ਹੋਏ ਤਾਂ 100 ਚੋਂ 22 ਮੋਗੇ ਦੇ ਨੇ, 16 ਬਠਿੰਡੇ ਦੇ, 20 ਮੋਹਾਲੀ ਦੇ, 18 ਬਰਨਾਲੇ ਦੇ ਅਤੇ 24 ਲੁਧਿਆਣੇ ਦੇ। ਅਸੀਂ ਇਹ ਵੀ ਮੰਨ ਸਕਦੇ ਹਾਂਗੇ। ਤਾਂ ਫਿਰ ਅਸੀਂ ਜੇ 100 ਦੇ ਵਿੱਚੋਂ ਬਠਿੰਡੇ ਦੇ 16% ਨੇ ਤਾਂ 100 ਚੋਂ 16 ਹੀ ਬਣ ਗਏ ਉਹ। ਤਾਂ 16 ਲੋਕ ਅਫੈਕਟ ਹੋਏ, ਹਲੇ ਅਸੀਂ ਟੋਟਲ ਨਹੀਂ ਯੂਜ਼ ਕਰ ਰਹੇ, ਅਸੀਂ ਪਰਸੈਂਟੇਜ ਨੂੰ ਹੀ ਟੋਟਲ ਮੰਨ ਲਿਆ। ਤਾਂ 16 ਲੋਕ ਅਫੈਕਟ ਹੋਏ ਤਾਂ ਫੀਮੇਲ ਕਿੰਨੀਆਂ ਆ ਗਈਆਂ ਬੱਚੇ? 16 ਦਾ 5/8। 16 ਦਾ 5/8 ਕਿੰਨਾ ਹੋ ਗਿਆ? 10। ਪਰ ਉਹ 16% ਸੀ ਤਾਂ ਇਹਦਾ ਮਤਲਬ 10%। 16% ਸੀ ਤਾਂ ਇਹਦਾ ਮਤਲਬ 10% ਬਣ ਗਿਆ। ਪਰ ਅਸੀਂ 16% ਨੂੰ ਜਦੋਂ 16 ਲੋਕ ਮੰਨ ਲਏ ਤਾਂ 16 ਦਾ ਮੇਲ ਪਾਰਟ ਬਣ ਜੂਗਾ 3/8, ਤੇ ਜੇ ਅਸੀਂ ਫੀਮੇਲ ਕੱਢਣੀਆਂ ਨੇ ਤਾਂ 16 ਦਾ 5/8। 16 ਦਾ 5/8 ਬੱਚੇ ਤੁਹਾਡਾ ਆ ਗਿਆ 10, ਤਾਂ ਉਹ ਬਣ ਗਿਆ 10%। ਤਾਂ 24,500 ਦਾ 10% ਦੇਖ ਲਿਓ, 2450 ਆ ਜਾਣਗੇ ਲੋਕ ਬਠਿੰਡੇ ਦੀਆਂ ਜਿਹੜੀਆਂ ਫੀਮੇਲ ਇਫੈਕਟ ਹੋਈਆਂ ਨੇ। ਇੱਥੇ ਕੈਲਕੂਲੇਸ਼ਨ ਇੰਨੀ ਸੌਖੀ ਕਿਉਂ ਹੋਗੀ? ਕਿਉਂਕਿ ਬੱਚੇ ਜੋ ਰੇਸ਼ੀਓ ਦਾ ਟੋਟਲ ਬਣਦਾ ਨਾ 3 ਤੇ 5, ਉਹਦਾ ਟੋਟਲ ਬਣਦਾ 8, ਥੱਲੇ ਦੋਨਾਂ ਦੇ 8 ਲਾਇਆ, 16 ਨਾਲ ਉਹ 16 ਉਹਦੇ ਨਾਲ ਕੱਟਿਆ ਜਾਂਦਾ। ਤਾਂ ਸਿੱਧਾ 16 ਦਾ 3/8 ਮੇਲ ਆ ਜਾਣਗੇ, 16 ਦਾ 5/8 ਫੀਮੇਲ ਆ ਜਾਣਗੀਆਂ, ਕਿਉਂਕਿ 16% ਦੇ ਵਿੱਚ ਤਾਂ ਇਹ ਪਰਸੈਂਟੇਜ ਦੇ ਵਿੱਚ ਆ ਜਾਣਗੇ। ਪਰ ਜੇ 8 ਦੀ ਥਾਂ ਤੇ ਬੱਚੇ 9 ਹੁੰਦਾ, ਮਤਲਬ 4:5 ਹੁੰਦਾ, 4:5 ਦਾ ਮਤਲਬ ਟੋਟਲ 9 ਬਣਦਾ, ਤਾਂ ਇਹ ਬਣ ਜਾਂਦਾ 4/9, ਇਹ ਬਣ ਜਾਂਦਾ 5/9। ਫਿਰ 16 ਦਾ 5/9 ਤਾਂ ਕੈਲਕੂਲੇਟ ਨਹੀਂ ਸੀ ਹੋਣਾ, 16 ਦਾ 5/9 ਤਾਂ ਸੌਖਾ ਕੈਲਕੂਲੇਟ ਨਹੀਂ ਸੀ ਹੋਣਾ। ਤਾਂ ਫਿਰ ਅਸੀਂ ਕੀ ਕਰਦੇ? ਫਿਰ ਸਾਡੇ ਕੋਲ ਜਿਹੜਾ ਤਰੀਕਾ ਹੈਗਾ ਕਿ 1% ਦੀ ਵੈਲਿਊ 245 ਆ, 1% ਦੀ ਵੈਲਿਊ 245 ਹੈ, ਤਾਂ 16% ਦੀ ਵੈਲਿਊ 16 ਗੁਣਾ 245। ਫਿਰ ਅਸੀਂ ਟੋਟਲ ਆ ਯੂਜ਼ ਕਰਦੇ, ਇਹਦਾ 4/9 ਤੇ 5/9 ਕਰਦੇ। ਫਿਰ ਕੈਲਕੂਲੇਸ਼ਨ ਦੇ ਵਿੱਚ ਬੱਚੇ ਅਸੀਂ ਆ ਚੀਜ਼ ਕਰਨੀ ਸੀ। ਜੇ ਕਿਤੇ ਟੋਟਲ 16 ਨੂੰ ਨਾ ਡਿਵਾਈਡ ਕਰਦਾ, ਹੁਣ ਟੋਟਲ 16 ਨੂੰ ਡਿਵਾਈਡ ਕਰਦਾ ਤਾਂ ਬਹੁਤ ਈਜ਼ੀਲੀ ਅਸੀਂ ਪਰਸੈਂਟੇਜ ਦੇ ਵਿੱਚ ਹੀ ਕੱਢ ਲਿਆ ਕਿ ਭਾਈ 3/8 ਕਰਕੇ 16 ਦਾ 3/8 ਕਰਕੇ 6% ਮੇਲ ਨੇ, 16 ਦਾ 5/8 ਕਰਕੇ 10% ਫੀਮੇਲ ਨੇ। ਅਸੀਂ ਹੁਣ ਪਰਸੈਂਟੇਜ ਦੇ ਵਿੱਚ ਹੀ ਕੱਢ ਲਿਆ ਕਿਉਂਕਿ 8 ਨਾਲ ਡਿਵਾਈਡ ਹੋ ਰਿਹਾ 16। ਤੇ ਜੇ ਕਿਤੇ 8 ਦੀ ਥਾਂ ਤੇ ਇਹਦਾ ਟੋਟਲ 9 ਬਣਦਾ ਹੁੰਦਾ, ਡਿਵਾਈਡ ਨਾ ਹੁੰਦਾ, ਫਿਰ ਸਾਡੇ ਕੋਲ ਆਹ ਤਰੀਕਾ ਤਾਂ ਹੈਗਾ ਹੀ ਆ। ਉਹੀ ਮੈਂ ਲੁਧਿਆਣੇ ਵਾਲੀ ਐਗਜ਼ਾਮਪਲ ਇਸੇ ਕਰਕੇ ਲਈ ਹੈ। ਤਾਂ ਬੱਚੇ ਲੁਧਿਆਣੇ ਵਾਲੀ ਐਗਜ਼ਾਮਪਲ ਦੇ ਵਿੱਚ ਕੀ ਹੋ ਜਾਊਗਾ? 3 ਤੇ 4 ਮੇਲ ਤੇ ਫੀਮੇਲ ਦੀ ਰੇਸ਼ੋ 3:4 ਦਿੱਤੀ ਆ, ਯਾਨੀ ਕਿ 3 ਮੇਲ 4 ਫੀਮੇਲ ਤਾਂ ਟੋਟਲ 7 ਬਣ ਗਿਆ। ਜੇ ਮੇਲ ਕੱਢਣੇ ਤਾਂ 3/7 ਕਰ ਦਾਂਗੇ, ਫੀਮੇਲ ਕੱਢਣੀ ਤਾਂ 4/7 ਕਰ ਦਾਂਗੇ। ਹੁਣ ਹੇਠਾਂ 7 ਆ ਗਿਆ ਜਿਹੜਾ ਲੁਧਿਆਣੇ ਦਾ ਟੋਟਲ 24 ਹੈ, ਤਾਂ ਬੱਚੇ 24 ਤਾਂ 7 ਨਾਲ ਨਹੀਂ ਡਿਵਾਈਡ ਹੁੰਦਾ, ਤਾਂ ਇਸ ਕਰਕੇ ਅਸੀਂ ਇੱਥੇ ਫਿਰ 24 ਦਾ 3/7 ਜਾਂ 24 ਦਾ 4/7 ਨਹੀਂ ਕਰਾਂਗੇ ਜਿਵੇਂ ਆਪਾਂ ਇਹਦੇ ਵਿੱਚ ਕਰ ਲਿਆ ਸੀ। ਕਰ ਸਕਦੇ ਆ ਪਰ ਉਹ ਫ੍ਰੈਕਸ਼ਨ 'ਚ ਰਹਿ ਜਾਊਗਾ। ਇਸ ਕਰਕੇ ਲੁਧਿਆਣੇ ਦਾ ਟੋਟਲ 24 ਗੁਣਾ 245, ਜੇ ਫੀਮੇਲ ਕੱਢਣੀਆਂ ਨੇ ਤਾਂ ਨਾਲ ਉਹਦਾ 4/7 ਕਰ ਦਾਂਗੇ, ਜੇ ਫੀਮੇਲ ਕੱਢਣੀਆਂ ਨੇ ਤਾਂ ਨਾਲ 4/7 ਕਰ ਦਾਂਗੇ, ਕਿਉਂਕਿ 24 ਨਹੀਂ 7 ਤੇ ਡਿਵਾਈਡ ਹੋਇਆ, ਪਰ 245 ਤਾਂ 7 ਤੇ ਡਿਵਾਈਡ ਹੋ ਜਾਊਗਾ। 245 7 ਤੇ ਡਿਵਾਈਡ ਹੋ ਕੇ 35 ਆ ਗਿਆ, 35 ਗੁਣਾ 4 140,
24 ਗੁਣਾ 140 ਪਿੱਛੇ 0 ਲੱਗੀ ਰਹਿ ਜੂਗੀ 19,361 ਦੇ ਵਿੱਚੋਂ 25 ਗਏ 336 3360 ਆਨਸਰ ਆ ਜਾਊਗਾ ਤਾਂ 24 ਗੁਣਾ 35 ਗੁਣਾ 4 ਆ ਜਾਊਗਾ ਬੱਚੇ ਤੁਹਾਡਾ 3360 ਕੈਲਕੂਲੇਸ਼ਨ ਦੇਖ ਲਿਓ ਆਪਣੀ ਹੋ ਜੂਗੀ। ਤਾਂ ਕੁਝ ਇਸ ਤਰ੍ਹਾਂ ਜੇ ਸਾਡਾ ਟੋਟਲ ਜਿਹੜਾ ਰੇਸ਼ੀਓ ਦਾ ਟੋਟਲ ਹੈ ਜੇ ਉਹ ਪਰਸੈਂਟੇਜ ਨੂੰ ਕੱਟਦਾ ਹੈ ਫਿਰ ਤਾਂ ਸਾਨੂੰ ਆ ਇਨਟੂ 245 ਵਾਲਾ ਹਲੇ ਯੂਜ਼ ਕਰਨ ਦੀ ਲੋੜ ਨਹੀਂ, ਅਸੀਂ ਪਰਸੈਂਟੇਜ ਦੇ ਵਿੱਚ ਕੱਢ ਲਾਂਗੇ ਇੰਨੇ ਮੇਲ ਬਣ ਗਏ ਇੰਨੀਆਂ ਫੀਮੇਲ ਬਣ ਗਈਆਂ। ਪਰ ਜੋ ਨਹੀਂ ਕੱਟਦਾ ਫਿਰ ਸਾਡੇ ਕੋਲ ਐਕਚੁਅਲ ਤਰੀਕਾ ਤਾਂ ਹੈਗਾ ਹੀ ਆ, ਉੱਥੇ ਅਸੀਂ ਕੈਲਕੂਲੇਸ਼ਨ ਕਿਵੇਂ ਆਸਾਨ ਕਰਨੀ ਹੈ ਉਹ ਥੋੜਾ ਜਿਹਾ ਮੈਂ ਕੱਲ ਦੱਸਿਆ ਸੀ, ਕੁਝ ਇੱਥੇ ਦੱਸਤਾ, ਬਾਕੀ ਜਿਹੜਾ ਕੁਐਸਚਨ ਇੱਕ ਇੱਕ ਕਰਕੇ ਜਿਹੜਾ ਕੁਐਸਚਨ ਕਰਦੇ ਜਾਵਾਂਗੇ ਉਹਦੇ ਵਿੱਚ ਸਮਝ ਆਉਂਦਾ ਜਾਊਗਾ। ਤਾਂ ਬੱਚੇ ਕੁਐਸਚਨ ਦੇਖੋ, ਹੁਣ ਸਾਨੂੰ ਟੋਟਲ ਦਿੱਤਾ ਹੋਇਆ 245। क्वेश्चन है फाइंड द एवरेज ऑफ नंबर ऑफ पीपल अफेक्टेड बाय फ्लड इन मोगा। ਆਪਾਂ एवरेज ਕੱਢਣੀ ਹੈ ਕਿੰਨੇ ਲੋਕ ਅਫੈਕਟ ਹੋਏ ਕਿੱਥੇ ਕਿੱਥੇ ਮੋਗਾ ਮੁਹਾਲੀ ਤੇ ਲੁਧਿਆਣੇ ਦੇ ਵਿੱਚ। ਤਾਂ ਬੱਚੇ ਆਪਾਂ ਐਵਰੇਜ ਕੱਢਣੀ ਹੈ। ਜੇ ਐਗਜ਼ਾਮੀਨਰ ਨੇ ਸਾਨੂੰ ਐਵਰੇਜ ਦੀ ਥਾਂ ਤੇ ਟੋਟਲ ਨੰਬਰ ਪੁੱਛਿਆ ਹੁੰਦਾ ਕਿ ਭਾਈ ਮੋਗਾ ਮੁਹਾਲੀ ਤੇ ਲੁਧਿਆਣੇ ਦੇ ਵਿੱਚ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਟੋਟਲ ਕਿੰਨੇ ਲੋਕ ਅਫੈਕਟ ਹੋਏ ਇਹ ਦੱਸੋ, ਤਾਂ ਬੱਚੇ ਮੋਗੇ 'ਚ ਹੋਏ 22%, ਮੁਹਾਲੀ ਹੋਏ 20%, ਲੁਧਿਆਣੇ ਹੋਏ 24%। ਅਸੀਂ ਇਹਨਾਂ ਤਿੰਨਾਂ ਦਾ ਟੋਟਲ ਦੱਸਣਾ ਤਾਂ 22, 20 ਤੇ 24% ਨੂੰ ਐਡ ਕਰਨਾ ਕਿਉਂਕਿ 3% ਵੈਲਿਊਜ਼ ਦਾ, ਤਿੰਨਾਂ ਛੱਡੋ 50% ਵੈਲਿਊਜ਼ ਦਾ ਬੇਸ ਤਾਂ ਸੇਮ ਹੀ ਆ, ਤਾਂ ਇਹਨਾਂ 3% ਵੈਲਿਊਜ਼ ਦਾ ਵੀ ਬੇਸ ਸੇਮ ਹੈ। ਤਾਂ ਸਾਨੂੰ ਤਿੰਨਾਂ ਜ਼ਿਲ੍ਹਿਆਂ ਦਾ ਨੰਬਰ ਕੱਢਣ ਦੀ ਜਮਾ ਲੋੜ ਨਹੀਂ ਹੈਗੀ, ਅਸੀਂ ਇਹਨਾਂ ਦੀਆਂ ਪਰਸੈਂਟ ਵੈਲਿਊਜ਼ ਨੂੰ ਹੀ ਜੋੜ ਲੈਂਦੇ। ਮੋਗੇ ਦਾ 22%, ਮੁਹਾਲੀ ਦਾ 20%, ਲੁਧਿਆਣੇ ਦਾ 24%। ਕਿਉਂਕਿ ਪਰਸੈਂਟ ਵੈਲਿਊਜ਼ ਦਾ ਬੇਸ ਸੇਮ ਹੈ ਤਾਂ ਪਰਸੈਂਟ ਵੈਲਿਊਜ਼ ਹੀ ਐਡ ਹੋ ਜਾਣਗੇ। ਅਖੀਰ ਤੇ ਇੱਕੋ ਵਾਰ ਚ ਕਨਵਰਟ ਕਰ ਦਾਂਗੇ, ਇੰਡੀਵਿਜੂਅਲੀ ਹਰ ਇੱਕ ਨੂੰ ਕਨਵਰਟ ਕਰਨ ਦੀ ਜਮਾ ਲੋੜ ਨਹੀਂ ਹੈਗੀ। ਤਾਂ ਇਹ ਤਾਂ ਆ ਗਿਆ ਟੋਟਲ, ਪਰ ਐਗਜ਼ਾਮੀਨਰ ਸਾਨੂੰ ਐਵਰੇਜ ਪੁੱਛ ਰਿਹਾ ਤਾਂ ਬੱਚੇ ਤਿੰਨਾਂ ਦੀ ਐਵਰੇਜ ਕੱਢਣੀ ਹੈ ਤਾਂ 3 ਤੇ ਡਿਵਾਈਡ ਹੋ ਜਾਊਗਾ। 22 ਤੇ 20 ਹੋ ਗਿਆ, 42 ਤੇ 24 ਹੋ ਗਿਆ 66, 66 ਬਟੇ 3% ਕੀ ਬਣ ਗਿਆ ਬੱਚੇ, ਐਵਰੇਜ ਆ ਜੂਗੀ 22%। ਤਾਂ ਐਵਰੇਜ ਆ ਗਈ 22%। ਹੁਣ ਸਾਨੂੰ ਪਤਾ ਹੈ ਕਿ 1% ਦੀ ਵੈਲਿਊ ਤਾਂ 245 ਹੈ, ਤਾਂ 22% ਦੀ ਵੈਲਿਊ ਕੀ ਹੋ ਜੂ 22 ਗੁਣਾ 245। ਤਾਂ ਬੱਚੇ 22 ਗੁਣਾ 245 ਦੀ ਕੈਲਕੂਲੇਸ਼ਨ ਨੂੰ ਆਸਾਨ ਕਿਵੇਂ ਕਰਾਂਗੇ, 22 ਦਾ ਅੱਧ ਕਰ ਦੋ, 245 ਦਾ ਦੁੱਗਣਾ ਕਰ ਦੋ, ਤਾਂ 22 ਦਾ ਅੱਧ 11 ਤਾਂ ਉਧਰ ਦੁੱਗਣਾ ਹੋ ਜਾਊਗਾ 490, ਬੈਲੈਂਸ ਬਣਿਆ ਰਹਿ ਜਾਊਗਾ, ਪਿੱਛੇ 0 ਲੱਗੀ ਰਹਿ ਜੂ, 11 ਗੁਣਾ 49 ਹੁੰਦਾ 539 ਤਾਂ 5390 ਬੱਚੇ ਤੁਹਾਡਾ ਆਨਸਰ ਆ ਗਿਆ ਸੀ ਆਪਸ਼ਨ। ਤਾਂ ਆਹ ਕੁਐਸਚਨ ਸੀ ਬੱਚੇ ਸਾਨੂੰ ਐਵਰੇਜ ਪੁੱਛੀ ਆ। ਐਵਰੇਜ ਪੁੱਛਣ ਦਾ ਮਤਲਬ ਜੇ 3 ਜ਼ਿਲ੍ਹਿਆਂ ਦੀ ਐਵਰੇਜ ਪੁੱਛੇ ਤਾਂ ਐਵਰੇਜ ਕੱਢਦੇ, ਤਿੰਨਾਂ ਜ਼ਿਲ੍ਹਿਆਂ ਦਾ ਐਡ ਕਰਕੇ ਡਿਵਾਈਡ ਬਾਈ 3 ਕਰਾਂਗੇ, ਤਾਂ ਡਿਵਾਈਡ ਬਾਈ 3 ਤਾਂ ਕਰ ਦਾਂਗੇ। ਤਿੰਨਾਂ ਜ਼ਿਲ੍ਹਿਆਂ ਦਾ ਟੋਟਲ ਕੱਢਣ ਲਈ ਇੰਡੀਵਿਜੂਅਲੀ ਹਰ ਇੱਕ ਦਾ ਟੋਟਲ ਨਾ ਕੱਢਣ ਲੱਗ ਜਾਏ, ਇੰਡੀਵਿਜੂਅਲੀ ਹਰ ਇੱਕ ਦੀ ਪਰਸੈਂਟ ਵੈਲਿਊਜ਼ ਨੂੰ ਕਨਵਰਟ ਨਾ ਕਰਨ ਲੱਗ ਜਾਈਏ, ਕਿਉਂਕਿ ਤਿੰਨਾਂ ਪਰਸੈਂਟ ਵੈਲਿਊਜ਼ ਦਾ ਬੇਸ ਸੇਮ ਹੈ ਤਾਂ ਉਹ ਪਰਸੈਂਟ ਵੈਲਿਊਜ਼ ਹੀ ਐਡ ਹੋ ਕੇ 3 ਤੇ ਡਿਵਾਈਡ ਕਰ ਜਾਣਗੀਆਂ। ਤਾਂ ਐਵਰੇਜ ਆ ਜੂਗੀ ਪਰਸੈਂਟੇਜ ਦੇ ਵਿੱਚ, ਪਰਸੈਂਟੇਜ ਦੇ ਵਿੱਚ ਐਵਰੇਜ ਆ ਗਈ, ਉਹਨੂੰ ਅਸੀਂ ਇੱਕੋ ਵਾਰ ਚ ਕਨਵਰਟ ਕਰ ਲਾਂਗੇ ਤਾਂ ਸਾਡਾ ਆਨਸਰ ਆ ਜੂਗਾ 5390। ਅਗਲਾ ਕੁਐਸਚਨ ਦੇਖੋ ਬੱਚੇ, ਅਗਲਾ ਕੁਐਸਚਨ ਕੀ ਹੈ, ਥੋੜਾ ਜਿਹਾ ਵੱਡਾ ਕੁਐਸਚਨ ਹੈ 4 ਲਾਈਨਾਂ ਦਾ। ਇਫ ਦਾ ਰੇਸ਼ੀਓ ਆਫ ਮੇਲ ਟੂ ਫੀਮੇਲ ਅਫੈਕਟਡ ਬਾय ਫਲੱਡਸ ਇਨ ਬਠਿੰਡਾ ਐਂਡ ਮੋਹਾਲੀ ਇਜ਼ ਸੇਮ ਦੈਟ ਇਜ਼ 4:3। ਐਗਜ਼ਾਮੀਨਰ ਕਹਿੰਦਾ ਜਿੰਨੇ ਲੋਕ ਅਫੈਕਟ ਹੋਏ ਫਲੱਡਸ ਕਰਕੇ ਬਠਿੰਡੇ ਦੇ ਵਿੱਚ ਮੇਲ ਫੀਮੇਲ ਦੀ ਰੇਸ਼ੀਓ 4:3 ਹੈ, ਉਹਨਾਂ ਲੋਕਾਂ ਦੀ ਮੋਹਾਲੀ ਚ ਵੀ ਰੇਸ਼ੀਓ 4:3 ਹੈ। ਦੈਨ ਦਾ ਨੰਬਰ ਆਫ ਫੀਮੇਲਸ ਅਫੈਕਟਡ ਬਾय ਫਲੱਡ ਇਨ ਬਠਿੰਡਾ, ਫੀਮੇਲ ਅਫੈਕਟਡ ਬਾय ਫਲੱਡ ਇਨ ਬਠਿੰਡਾ ਇਜ਼ what percent more or less, ਕੱਲਾ more ਨਹੀਂ ਲਿਖਿਆ ਸੱਚ, more or less then the number of females affected by flood in ਮੋਹਾਲੀ। ਐਗਜ਼ਾਮੀਨਰ ਕਹਿੰਦਾ ਬਠਿੰਡੇ ਦੀਆਂ ਫੀਮੇਲਸ is what percent more or less than ਮੋਹਾਲੀ ਦੀਆਂ ਫੀਮੇਲਸ। ਬੱਚੇ ਆ ਕੁਐਸਚਨ ਹੈ ਤਾਂ ਅਸੀਂ ਬਠਿੰਡੇ ਦੀਆਂ ਫੀਮੇਲ ਦੇਖ ਲਾਂਗੇ, ਜੇ ਕੱਢਣੀਆਂ ਪਈਆਂ ਬਠਿੰਡੇ ਦੀਆਂ ਫੀਮੇਲ ਕੱਢ ਲਾਂਗੇ, ਮੋਹਾਲੀ ਦੀਆਂ ਫੀਮੇਲ ਕੱਢ ਲਾਂਗੇ। ਅਸੀਂ ਫਿਰ ਦੱਸਣਾ ਕਿ ਦਿਸ ਵੈਲਿਊ ਇਜ਼ what percent more or less than this value। ਤਾਂ ਬੱਚੇ ਇਹੀ ਦੱਸਣਾ ਅਸੀਂ। ਤਾਂ ਜਾਂ ਤਾਂ ਸਾਡੇ ਕੋਲ ਬਠਿੰਡੇ ਤੇ ਮੋਹਾਲੀ ਦੀਆਂ ਫੀਮੇਲਸ ਕੱਢਣੀਆਂ ਪੈਣਗੀਆਂ ਸਾਨੂੰ। ਬਠਿੰਡੇ ਤੇ ਮੋਹਾਲੀ ਦੇ ਫੀਮੇਲ ਕਿਵੇਂ ਨਿਕਲਣਗੀਆਂ, ਬਠਿੰਡੇ ਦਾ ਟੋਟਲ ਪਤਾ ਹੈ 16% ਹੈ, ਨੰਬਰ 'ਚ ਦੇਖ ਲਾਂਗੇ। ਮੋਹਾਲੀ ਦਾ ਟੋਟਲ ਪਤਾ 20% ਹੈ, ਨੰਬਰ 'ਚ ਦੇਖ ਲਾਂਗੇ। ਬਠਿੰਡੇ ਦਾ ਟੋਟਲ ਕੀ ਆ ਜਾਊਗਾ 16 ਦਾ 245 ਗੁਣਾ, ਮੋਹਾਲੀ ਦਾ 20% ਤਾਂ 20 ਦਾ 245 ਗੁਣਾ, ਇਹ ਤਾਂ ਆ ਗਿਆ ਬਠਿੰਡੇ ਤੇ ਮੋਹਾਲੀ ਦਾ ਟੋਟਲ। ਫਿਰ ਆਪਾਂ ਫੀਮੇਲ ਕੱਢਣੀਆਂ ਨੇ, ਮੇਲ ਫੀਮੇਲ ਰੇਸ਼ੀਓ ਦੋਨਾਂ ਜ਼ਿਲ੍ਹਿਆਂ ਦੇ ਵਿੱਚ 4:3 ਹੈ ਤਾਂ ਫੀਮੇਲ 3/7 ਨੇ, ਮੇਲ 4/7 ਨੇ, ਫੀਮੇਲ 3/7 ਨੇ। ਤਾਂ ਬੱਚੇ ਫੀਮੇਲ ਇੱਧਰ ਵੀ 3/7 ਹੋਊਗਾ, ਫੀਮੇਲ ਦਾ ਇੱਧਰ ਵੀ 3/7 ਹੋਊਗਾ, ਕਿਉਂਕਿ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਮੇਲ ਫੀਮੇਲ ਦੀ ਰੇਸ਼ੀਓ ਸੇਮ ਹੈ। ਰੇਸ਼ੀਓ ਸੇਮ ਦਾ ਮਤਲਬ ਫੀਮੇਲ ਵਾਲੀ ਫ੍ਰੈਕਸ਼ਨ ਸੇਮ ਬਣੂ। ਤਾਂ ਬੱਚੇ
ਇਹਦਾ 16% ਹੈ, 16% ਨੂੰ 245 ਨਾਲ ਗੁਣਾ ਕਰਾਂਗੇ ਫਿਰ 3/7 ਨਾਲ ਕਰਾਂਗੇ। ਇਹਦਾ 20% ਹੈ ਤਾਂ 20% ਦਾ 245 ਗੁਣਾ ਕਰਾਂਗੇ ਫਿਰ 3/7 ਕਰਾਂਗੇ। ਆ ਤਾਂ ਸੇਮ ਹੀ ਹੋ ਰਿਹਾ ਨਾ ਦੋਨੇ ਪਾਸੇ। ਸੋ ਇਸ ਕਰਕੇ ਆਪਾਂ ਨੂੰ ਫਿਗਰਸ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ। ਆ ਵੈਲਿਊਜ਼ ਦੋਨੇ ਪਾਸੇ ਕਾਮਨ ਨੇ, ਇਸ ਕਰਕੇ ਆਪਾਂ ਇਹਨਾਂ ਨੂੰ ਯੂਜ਼ ਹੀ ਨਹੀਂ ਕਰਨਾ। ਬੱਚੇ ਆ ਵੈਲਿਊਜ਼ ਯੂਜ਼ ਉਦੋਂ ਕਰਦੇ ਜਦੋਂ ਅਸੀਂ ਗਿਣਤੀ 'ਚ ਦੱਸਣਾ ਹੋਵੇ ਕਿ ਭਾਈ ਬਠਿੰਡੇ ਦੀਆਂ ਫੀਮੇਲ ਜਾਂ ਮੁਹਾਲੀ ਦੀਆਂ ਫੀਮੇਲ ਕਿੰਨੀਆਂ ਨੇ, ਜਾਂ ਬਠਿੰਡੇ ਦੇ ਫੀਮੇਲ ਪਲੱਸ ਮੁਹਾਲੀ ਦੇ ਫੀਮੇਲ ਟੋਟਲ ਦੱਸਣਾ ਹੋਵੇ, ਫੇਰ ਤਾਂ ਅਸੀਂ ਗਿਣਤੀ ਕੱਢੀਏ। ਪਰ ਜਦੋਂ ਬੱਚੇ ਅਸੀਂ ਕੁਐਸਚਨ ਆਪਦਾ ਪਰਸੈਂਟੇਜ ਜਾਂ ਰੇਸ਼ੋ ਤੱਕ ਹੀ ਰੱਖਣਾ ਹੈ, ਜਦੋਂ ਅਸੀਂ ਪਰਸੈਂਟੇਜ ਜਾਂ ਰੇਸ਼ੋ ਹੀ ਕੱਢਣੀ ਹੈ, ਉਦੋਂ ਸਾਨੂੰ ਆ ਐਕਚੁਅਲ ਵੈਲਿਊਜ਼ ਕੱਢਣ ਦੀ ਲੋੜ ਨਹੀਂ ਹੈਗੀ। ਕਿਉਂ ਨਹੀਂ ਲੋੜ ਹੈਗੀ? ਕਿਉਂਕਿ ਬੱਚੇ ਜੇ ਅਸੀਂ ਰੇਸ਼ੋ ਕੱਢਣੀ ਹੈ ਤਾਂ A ਰੇਸ਼ੋ B ਕਰਾਂਗੇ। A ਰੇਸ਼ੋ B 'ਚ ਕੀ ਹੋਊਗਾ? ਜੋ ਦੋਨੇ ਪਾਸੇ ਕਾਮਨ ਕੱਟਿਆ ਜਾਊਗਾ, ਤਾਂ ਜੋ ਦੋਨੇ ਪਾਸੇ ਕਾਮਨ ਕੱਟਿਆ ਜਾਊਗਾ ਉਹਦੇ ਮਾਇਨੇ ਹੀ ਨਹੀਂ ਰਹਿਣੇ। ਜੇ ਅਸੀਂ ਪਰਸੈਂਟੇਜ ਕੱਢਣੀ ਹੈ ਤਾਂ A/B × 100 ਕਰਾਂਗੇ ਤਾਂ A ਤੇ B 'ਚ ਜੋ ਕਾਮਨ ਹੈ ਕੱਟਿਆ ਜਾਊਗਾ। ਤਾਂ ਪਰਸੈਂਟੇਜ ਕੱਢਣ ਵੇਲੇ ਵੀ ਜੋ ਕਾਮਨ ਹੈ ਉਹ ਕੱਟਿਆ ਜਾਊਗਾ। ਸੋ ਇਸ ਕਰਕੇ ਸਾਨੂੰ ਇਹਦੀ ਲੋੜ ਹੀ ਨਹੀਂ ਹੈਗੀ। ਫੀਮੇਲ ਦੇਖਣੀਆਂ ਨੇ ਤਾਂ ਬਠਿੰਡੇ ਦੀਆਂ 16 ਮੰਨ ਲਓ, ਮੁਹਾਲੀ ਦੀਆਂ 20 ਮੰਨ ਲਓ, ਉਹ ਵੀ ਸੌਖਾ ਹੋ ਜਾਊਗਾ। 4 ਤੇ 5 ਮੰਨ ਲਓ, ਰੇਸ਼ੋ ਦੇ ਵਿੱਚ 4 ਤੇ 5 ਮੰਨ ਲਓ। ਤਾਂ ਆਪਾਂ ਕੀ ਦੱਸਣਾ? ਬਠਿੰਡੇ ਦੀਆਂ ਫੀਮੇਲ ਇਜ਼ ਵਟ % ਮੋਰ ਔਰ ਲੈਸ ਦੈਨ ਮੁਹਾਲੀ ਦੀਆਂ ਫੀਮੇਲ। ਤਾਂ ਬਠਿੰਡੇ ਦੀਆਂ 4 ਨੇ, ਮੁਹਾਲੀ ਤੋਂ ਘੱਟ ਨੇ, 1 ਘੱਟ ਹੈ। ਪਰ ਆਪਾਂ ਪਰਸੈਂਟੇਜ ਦੇ ਵਿੱਚ ਦੱਸਣਾ ਤਾਂ 1 ਘੱਟ ਹੈ, ਕਿਹਦੇ ਤੋਂ? ਮੁਹਾਲੀ ਤੋਂ ਦੇਖਣਾ। ਤਾਂ ਡਿਵਾਈਡ ਬਾਈ 5 × 100 ਆਨਸਰ ਤੁਹਾਡਾ ਆ ਜਾਊਗਾ 20%। ਤਾਂ ਇਸ ਕੁਐਸਚਨ ਦੀ ਕੈਲਕੂਲੇਸ਼ਨ ਜਮ੍ਹਾਂ ਕਰਨ ਦੀ ਲੋੜ ਨਹੀਂ। ਇੱਥੇ ਤੱਕ ਮੈਂ ਆ ਲਿਖਿਆ ਇਸ ਕਰਕੇ ਕਿ ਤੁਹਾਨੂੰ ਸਮਝਾ ਦਾਂ ਕਿ ਇਹਦੀ ਲੋੜ ਨਹੀਂ ਹੈਗੀ। ਜੇ ਤੁਸੀਂ ਇਹ ਲਿਖੋਗੇ ਵੀ ਨਹੀਂ ਤਾਂ ਤੁਹਾਡਾ ਇੰਨਾ ਵੀ ਟਾਈਮ ਨਹੀਂ ਵੇਸਟ ਹੋਣਾ। ਆਨਸਰ ਸਿੱਧਾ ਆ ਜੂ ਫਸਟ ਆਪਸ਼ਨ ਬੱਚੇ ਤੁਹਾਡਾ 20%। ਤਾਂ ਇੰਨੀ ਕੁ ਗੱਲ ਹੈ। ਮਤਲਬ ਕੈਲਕੂਲੇਸ਼ਨ ਦੇ ਵਿੱਚ DI 'ਚ ਆਮ ਤੌਰ ਤੇ ਕੀ ਹੁੰਦਾ, ਕੁਝ ਕੁਐਸਚਨ ਆ ਤਾਂ ਬੱਚੇ ਸਟੇਟਮੈਂਟ ਵੀ 4 ਲਾਈਨਾਂ ਦੀ ਹੈ। ਪੇਪਰ ਦੇ ਵਿੱਚ ਇੰਨੀ ਕੁ ਜਗ੍ਹਾ ਹੁੰਦੀ ਤਾਂ 7-8 ਲਾਈਨਾਂ ਦਾ ਕੁਐਸਚਨ ਬਣ ਜਾਊਗਾ, ਜਿਹੜਾ ਦੇਖ ਕੇ ਲੱਗੂਗਾ ਕਿ ਯਾਰ ਬਹੁਤ ਲੰਬਾ ਕੁਐਸਚਨ ਪੁੱਛ ਲਿਆ, ਬਹੁਤ ਵੱਡੀ ਸਟੇਟਮੈਂਟ ਪੁੱਛ ਲਈ। ਪਰ ਕੱਢਣ ਪਾਉਣ ਨੂੰ ਇਸ ਕੁਐਸਚਨ 'ਚ ਕੁਝ ਨਹੀਂ ਹੈਗਾ ਜੇ ਅਸੀਂ ਕੁਝ ਇਸ ਤਰ੍ਹਾਂ ਕੈਲਕੂਲੇਸ਼ਨ ਕਰਨੀ ਸਿੱਖੀ ਹੈ। ਜੇ ਤਾਂ ਅਸੀਂ ਟੋਟਲ ਜਾਂ ਐਵਰੇਜ ਕੱਢਣੀ ਹੁੰਦੀ ਫਿਰ ਤਾਂ ਐਡ ਕਰਨਾ ਸੀਗਾ, ਤਾਂ ਇਹ ਵੈਲਿਊਜ਼ ਕੱਢਣੀਆਂ ਪੈਂਦੀਆਂ, ਜਾਂ ਪਰਸੈਂਟ ਵੈਲਿਊਜ਼ ਨੂੰ ਐਡ ਕਰਕੇ ਫਿਰ ਵੀ ਤਾਂ ਵੈਲਿਊਜ਼ ਕੱਢਣੀਆਂ ਪੈਂਦੀਆਂ। ਪਰ ਜਦੋਂ ਅਸੀਂ ਪਰਸੈਂਟੇਜ ਜਾਂ ਰੇਸ਼ੀਓ ਕੱਢਣੀ ਹੈ ਉਦੋਂ ਸਾਨੂੰ ਜੋ ਦੋਨੇ ਪਾਸੇ ਕਾਮਨ ਹੈ ਉਹਨੂੰ ਯੂਜ਼ ਕਰਨ ਦੀ ਲੋੜ ਹੀ ਨਹੀਂ ਹੈਗੀ। ਤਾਂ 245 ਵੀ ਦੋਨੇ ਪਾਸੇ ਹੀ ਹੋਣਾ ਸੀ, 3/7 ਵੀ ਬਾਈ ਚਾਂਸ ਦੋਨੇ ਪਾਸੇ 3/7 ਹੀ ਹੋ ਰਿਹਾ, ਤਾਂ ਦੋਨੇ ਵੈਲਿਊਜ਼ ਯੂਜ਼ ਕਰਨ ਦੀ ਲੋੜ ਨਹੀਂ। 16 ਤੇ 20 ਨਾਲ ਹੀ ਸਰ ਜੂਗਾ, ਤੇ 16 ਤੇ 20 ਵੀ ਰੇਸ਼ੋ 'ਚ 4 ਤੇ 5 ਨਾਲ ਸਰ ਜੂਗਾ। ਤਾਂ ਬਠਿੰਡੇ ਦੀਆਂ ਫੀਮੇਲ ਇਜ਼ ਵਟ % ਔਰ ਇਜ਼ ਵਟ % ਮੋਰ ਔਰ ਲੈਸ ਦੈਨ ਮੁਹਾਲੀ ਦੀਆਂ ਫੀਮੇਲ। ਤਾਂ ਬਠਿੰਡੇ ਦੀਆਂ ਫੀਮੇਲ 4, ਮੁਹਾਲੀ ਦੀਆਂ 5, 1 ਘੱਟ ਹੈ, 5 ਤੋਂ ਦੇਖਣਾ। ਤਾਂ 1/5 ਆਨਸਰ ਆ ਗਿਆ ਤੁਹਾਡਾ 20%। ਅਗਲਾ ਕੁਐਸਚਨ ਦੇਖੋ ਬੱਚੇ, ਫਾਈਂਡ ਦਾ ਡਿਫਰੈਂਸ ਬਿਟਵੀਨ। ਬੱਚੇ ਆਪਾਂ ਡਿਫਰੈਂਸ ਕੱਢਣਾ ਹੈ। डिफरेंस मतलब वैल्यूज कढ़निया पैणगियां ते माइनस करके आंसर आऊगा। किहदा डिफरेंस कढ़ना है? द एवरेज नंबर ऑफ पीपल अफेक्टेड बाय फ्लड इन मोगा एंड बठिंडा टुगेदर। मोगे ते बठिंडे दी एवरेज एंड द एवरेज नंबर ऑफ पीपल अफेक्टेड बाय फ्लड इन मोहाली एंड लुधियाना टुगेदर। तो बच्चे आपां डिफरेंस किहदा दसना? डिफरेंस का मतलब माइनस करना है। मोगे ते बठिंडे दी एवरेज, मोगे ते बठिंडे दा टोटल नहीं कहा उन्हें, मोगे ते बठिंडे दी एवरेज मतलब मोगा प्लस बठिंडा बटे 2। ओदा डिफरेंस किहदे नाल दसना है? मोहाली ते लुधियाना। ओदी भी एवरेज लिखी हुई है, द एवरेज नंबर ऑफ पीपल अफेक्टेड बाय फ्लड इन मोहाली एंड लुधियाना। तो बच्चे आपां जां तां दोनों का टोटल कड्डांगे, मतलब मोगे की वैल्यू कड्ढ लांगे, बठिंडे की वैल्यू, मोहाली की वैल्यू, लुधियाने की वैल्यू, जां तां चारा जिले की वैल्यू कड्डांगे, फिर मोगे ते बठिंडे नूं ऐड करके बटा 2 कर दांगे, इहदी एवरेज आ गई। मोहाली ते लुधियाने नूं ऐड करके डिवाइड बाय 2 कर दांगे, इहदी एवरेज आ गई। डिफरेंस देख लांगे, जे उहदी वैल्यू वड्डी है तो आ माइनस कर दांगे, जे इहदी वैल्यू वड्डी है तो वो माइनस कर दांगे, डिफरेंस देख लांगे। पर मैं की समझाया सी बच्चे, शुरू च ही सारिया वैल्यूज ना कन्वर्ट करन लग जिओ, तुसीं परसेंटेज दे विच ही खेड लो। मोगे ते बठिंडे दा क्योंकि परसेंट 5% वैल्यूज ने, 5 का बेस सेम है तो सीधा परसेंट वैल्यूज ही ऐड कर लो। अखीर ते जे लोड पैंदी है आखिरी स्टैप च 245 यूज कर लांगे। मोगे ते बठिंडे का बच्चे टोटल बन गया 38, एवरेज कड्ढनी है तो 38 बटा 2 हो गया 19, माइनस मोहाली ते लुधियाना, मोहाली 20, लुधियाना 24, तो 20 ते 24 हो गया 44, एवरेज डिवाइड बाय 2 करके आजू तुहाडी 22। तो इत्थे बच्चे एवरेज आ गई 19%, इत्थे तुहाडी एवरेज आ गई 22%। डिफरेंस देखना तो इधरों आ माइनस हो जू क्योंकि उसकी वैल्यू वड्डी है, तो डिफरेंस आ गया बच्चे 3% का। 1% की वैल्यू तुहानू पता है कि 245 है, तो 3% की वैल्यू की होगी 3 × 245, तो बच्चे तुहाडा आंसर आ गया 735।
ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਸੀ ਆਪਸ਼ਨ ਦੇਖੋ ਜੀ 735। ਤਾਂ ਇੰਨਾ ਕੁ ਸੌਖਾ ਕੁਐਸਚਨ ਹੈ, ਇੰਨੀ ਕੁ ਸੌਖੀ ਕੈਲਕੂਲੇਸ਼ਨ ਹੈ। ਜੇ ਦਿਮਾਗ 'ਚ ਇਹ ਚੱਲੇ ਕਿ ਹਰ ਇੱਕ ਦੀ ਵੈਲਿਊ ਨਾ ਕੱਢਣ ਬਹਿ ਜੇ, ਅਸੀਂ ਪਰਸੈਂਟੇਜ ਦੇ ਵਿੱਚ ਵੀ ਖੇਡ ਸਕਦੇ ਹਾਂ। ਕਿਉਂ ਖੇਡ ਸਕਦੇ ਹਾਂ? ਕਿਉਂਕਿ ਪਰਸੈਂਟ ਵੈਲਿਊਜ਼ ਸਾਰੀਆਂ ਦਾ ਬੇਸ ਸੇਮ ਹੈ। ਤਾਂ ਅਸੀਂ ਨੰਬਰ ਉਹਨਾਂ ਦਾ ਕੈਲਕੂਲੇਟ ਕਰਕੇ ਉਹਨਾਂ ਦੀ ਵੈਲਿਊਜ਼ ਕੱਢ ਕੇ ਐਡ ਕਰਨ ਨਾਲੋਂ ਪਰਸੈਂਟ ਵੈਲਿਊਜ਼ ਹੀ ਐਡ ਕਰ ਲਓ, ਅਖੀਰ ਤੇ ਆਖਰੀ ਸਟੈਪ 'ਚ ਕਨਵਰਟ ਕਰ ਲਾਂਗੇ। ਜਿੱਥੇ ਤਾਂ ਕਨਵਰਟ ਨਹੀਂ ਕਰਨਾ, ਜਿੱਥੇ ਤਾਂ ਸਾਨੂੰ ਟੋਟਲ ਨੰਬਰ ਨਹੀਂ ਚਾਹੀਦਾ, ਪਰਸੈਂਟੇਜ ਜਾਂ ਰੇਸ਼ੀਓ ਕੱਢਣੀ ਆ, ਉੱਥੇ ਤਾਂ ਸਾਨੂੰ ਉਹ ਵੀ ਵਰਤਣ ਦੀ ਲੋੜ ਨਹੀਂ ਹੈਗੀ। ਜੇ ਕਿਸੇ 'ਚ ਨੰਬਰ ਕੱਢਣਾ, ਡਿਫਰੈਂਸ ਕੱਢਣਾ, ਸਮ ਕੱਢਣਾ, ਫਿਰ ਸਾਨੂੰ 245 ਯੂਜ਼ ਕਰਨ ਦੀ ਲੋੜ ਆ, ਉਹ ਆਖਰੀ ਸਟੈਪ 'ਚ ਯੂਜ਼ ਹੋ ਜਾਊਗਾ, ਉਸ ਤੋਂ ਪਹਿਲਾਂ ਕੋਈ ਲੋੜ ਨਹੀਂ ਹੈਗੀ। ਅਗਲਾ ਕੁਐਸਚਨ ਦੇਖੋ ਬੱਚੇ, ਇਹਦੇ ਵਿੱਚ ਫਾਈਂਡ ਦਾ ਰੇਸ਼ੀਓ ਆਫ, ਆਪਾਂ ਰੇਸ਼ੀਓ ਕੈਲਕੂਲੇਟ ਕਰਨੀ ਆ। ਕਾਦੀ ਰੇਸ਼ੀਓ? ਆਫ ਨੰਬਰ ਆਫ ਪੀਪਲ ਅਫੈਕਟਡ ਬਾਈ ਫਲੱਡ ਇਨ ਬਰਨਾਲਾ ਟੂ ਦਾ ਨੰਬਰ ਆਫ ਪੀਪਲ ਅਫੈਕਟਡ ਬਾਈ ਫਲੱਡ ਇਨ ਲੁਧਿਆਣਾ। ਆਪਾਂ ਬਰਨਾਲੇ ਤੇ ਲੁਧਿਆਣੇ ਦੀ ਰੇਸ਼ੀਓ ਕੱਢਣੀ ਹੈ, ਤੇ ਕੋਈ ਮੇਲ ਫੀਮੇਲ ਨਹੀਂ, ਟੋਟਲ ਪੀਪਲ ਦੀ ਗੱਲ ਕਰ ਰਿਹਾ। ਤਾਂ ਬਰਨਾਲੇ ਦਾ ਟੋਟਲ 18% ਹੈ, ਲੁਧਿਆਣੇ ਦਾ ਟੋਟਲ 24% ਹੈ। ਤਾਂ ਬਰਨਾਲੇ ਦਾ ਟੋਟਲ 18, ਲੁਧਿਆਣੇ ਦਾ 24। ਦੋਨੇ ਪਾਸੇ ਪਰਸੈਂਟ ਲੱਗੀ ਹੋਈ ਸੀ, ਦੋਨੇ ਪਾਸੇ ਬੇਸ 24,500 ਹੈ। ਤਾਂ ਇੱਧਰ 18 ਗੁਣਾ 245 ਹੈ, ਇੱਧਰ 24 ਗੁਣਾ 245। ਮੈਂ ਬੱਚੇ ਕੀ ਕਿਹਾ ਸੀਗਾ ਕਿ ਜੇ ਤੁਸੀਂ ਪਰਸੈਂਟੇਜ ਜਾਂ ਰੇਸ਼ੀਓ ਦੇ ਵਿੱਚੋਂ ਕੁਝ ਕੈਲਕੂਲੇਟ ਕਰਨਾ ਹੈ, ਫਿਰ ਟੋਟਲ ਵਰਤਣ ਦੀ ਲੋੜ ਨਹੀਂ ਹੈਗੀ, ਪਰਸੈਂਟੇਜ ਦਾ ਹੀ ਕੰਪੈਰੀਜ਼ਨ ਕਰ ਲਓ। ਤਾਂ ਆਪਾਂ ਇੱਥੇ ਰੇਸ਼ੀਓ ਕੱਢਣੀ ਹੈ, ਤਾਂ ਟੋਟਲ 245 ਵਰਤਣ ਦੀ ਲੋੜ ਨਹੀਂ। ਬਰਨਾਲੇ ਦਾ ਟੋਟਲ 18, ਲੁਧਿਆਣੇ ਦਾ ਟੋਟਲ 24, ਤਾਂ ਰੇਸ਼ੀਓ ਕਿੰਨੀ ਆ ਗਈ ਤੁਹਾਡੀ 18 ਤੇ 24, 3:4। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਸੈਕੰਡ ਆਪਸ਼ਨ ਤੁਹਾਡਾ 3:4। ਤਾਂ ਇੰਨੀ ਗੱਲ ਸਮਝ ਲੱਗ ਗਈ। ਇਸ ਸਵਾਲ ਦੇ ਵਿੱਚ ਬੱਚੇ ਸਾਨੂੰ ਕੀ ਕਲੀਅਰ ਹੋ ਰਿਹਾ ਹੈ ਕਿ ਜਦੋਂ ਸਾਡਾ ਪਾਈ ਚਾਰਟ, ਚਾਹੇ ਲਾਈਨ ਚਾਰਟ, ਚਾਹੇ ਡਾਟਾ ਟੇਬਲ, ਚਾਹੇ ਬਾਰ ਗ੍ਰਾਫ ਦੇ ਵਿੱਚ ਜਦੋਂ ਕੋਈ ਸਵਾਲ ਆਉਂਦਾ ਤੇ ਸਾਨੂੰ ਪਰਸੈਂਟੇਜ ਦੇ ਵਿੱਚ ਵੈਲਿਊ ਦਿੱਤੀ ਹੋਵੇ ਤੇ ਉਹ ਸਾਰੀਆਂ ਪਰਸੈਂਟ ਵੈਲਿਊਜ਼ ਦਾ ਬੇਸ ਸੇਮ ਹੋਵੇ, ਤਾਂ ਅਸੀਂ ਪਰਸੈਂਟੇਜ ਦੇ ਉੱਤੇ ਹੀ ਖੇਡ ਸਕਦੇ ਹਾਂ। ਸਾਨੂੰ ਹਰ ਸਵਾਲ 'ਚ ਉਹਦੀ ਵੈਲਿਊ ਕੱਢਣ ਦੀ ਲੋੜ ਨਹੀਂ ਹੈਗੀ। ਤਾਂ ਜਿਹੜਾ ਸਾਨੂੰ ਕਦੇ ਸਿਖਾ ਦਿੰਦੇ ਨੇ ਕਿ ਭਾਈ ਆਹ ਸਾਡਾ ਚਾਰਟ ਬਣਿਆ ਹੋਇਆ ਹੈਗਾ, ਮੈਂ ਪਹਿਲੀ ਸਲਾਈਡ ਤੇ ਲੈ ਜਾਣਾ ਜਿਹਦੇ ਤੇ ਆਪਾਂ ਇਮੇਜ ਸਮਝੀ ਸੀ ਵੀ ਆਹ ਸਾਡਾ ਚਾਰਟ ਬਣਿਆ ਹੋਇਆ ਹੈਗਾ, ਇਹਨਾਂ ਦੀ ਵੈਲਿਊ ਕੱਢ ਲਓ ਜੀ। ਤਾਂ 22% ਦੀ ਵੈਲਿਊ ਨਿਕਲ ਜੂਗੀ 22 ਗੁਣਾ 245 ਕਰਕੇ, 16% ਦੀ ਵੈਲਿਊ ਨਿਕਲ ਜੂ 16 ਗੁਣਾ 245 ਕਰਕੇ, ਮੋਹਾਲੀ 20%, 18%, ਬਰਨਾਲਾ 24%, ਲੁਧਿਆਣਾ, ਇਹਨਾਂ ਦੀ ਜੀ ਵੈਲਿਊ ਕੱਢ ਲਓ। ਵੈਲਿਊ ਕੱਢ ਲਓ, ਫਿਰ ਜਿਹੜੇ ਕੁਐਸਚਨ 'ਚ ਜੋ ਪੁੱਛਿਆ ਆਹ ਵੈਲਿਊਜ਼ ਨੂੰ ਯੂਜ਼ ਕਰ ਲਓ। ਆਪਾਂ ਨੂੰ ਇਹ ਕਹਿ ਦਿੰਦੇ ਨੇ, ਤੇ ਜੇ ਬੱਚੇ ਅਸੀਂ ਉਹ ਵੈਲਿਊਜ਼ ਨੂੰ ਹੀ ਕੱਢ ਲਾਂਗੇ, ਚਲੋ ਕੱਢ ਲਾਂਗੇ, ਕੱਢ ਅਸੀਂ ਅੱਧੇ ਮਿੰਟ 'ਚ ਲਵਾਂਗੇ ਜਾਂ ਪੌਣੇ ਮਿੰਟ 'ਚ 40 ਸਕਿੰਟਾਂ 'ਚ ਕੱਢ ਲਾਂਗੇ, ਪਰ ਜੇ ਅਸੀਂ ਉਹ ਵੈਲਿਊਜ਼ ਹੀ ਯੂਜ਼ ਕਰਨੀਆਂ ਨੇ, ਵੈਲਿਊਜ਼ ਕਿਹੜਾ ਛੋਟੀਆਂ ਹੋਣਗੀਆਂ। 22 ਤਾਂ ਬਹੁਤ ਛੋਟਾ ਨੰਬਰ ਹੈ, ਪਰ ਜੇ ਅਸੀਂ 22% ਆਫ 24,500 ਕਰਨ ਲੱਗ ਗਏ, ਮਤਲਬ ਇਹਦੀ ਵੈਲਿਊ ਕੱਢਣ ਲੱਗ ਗਏ 22 ਗੁਣਾ 245 ਕਰਕੇ, ਉਹ ਕਿੰਨੀ ਆ ਗਈ ਸੀ ਆਪਣੀ 5390 ਆ ਗਈ ਸੀ ਵੈਲਿਊ। ਤਾਂ ਜੇ ਅਸੀਂ 5390 ਨਾਲ ਕੁਐਸਚਨ ਸੋਲਵ ਕਰਾਂਗੇ, ਉਹ ਮਤਲਬ ਲੈਂਥੀ ਹੋ ਜਾਊਗਾ, ਕੈਲਕੂਲੇਸ਼ਨ ਜ਼ਿਆਦਾ ਹੋ ਜੂਗੀ। 22 ਬਹੁਤ ਛੋਟਾ ਨੰਬਰ ਹੈ, ਇਹਦੇ ਨਾਲ ਬਹੁਤ ਈਜ਼ੀਲੀ ਕੁਐਸਚਨ ਸੋਲਵ ਹੋਣਗੇ। ਹੁਣ ਤੁਸੀਂ ਆਹੀ ਦੇਖੋ, ਆਪਾਂ ਮੋਗੇ ਵਾਲਾ ਸਵਾਲ ਕੀਤਾ ਸੀਗਾ ਜਦੋਂ ਐਵਰੇਜ ਦਾ ਡਿਫਰੈਂਸ ਕੱਢਿਆ ਹੈਗਾ। ਹੁਣ ਜੇ ਆਪਾਂ ਮੋਗੇ ਦਾ 22% ਤੇ ਬਠਿੰਡੇ ਦਾ 16% ਦੀ ਥਾਂ ਤੇ ਮੋਗੇ ਦੇ 22% ਦੀ ਵੈਲਿਊ ਯੂਜ਼ ਕਰੀਏ 5390, ਜਾਂ ਬਠਿੰਡੇ ਦੇ 16% ਦੀ ਆਪਾਂ ਵੈਲਿਊ ਯੂਜ਼ ਕਰੀਏ 3920, ਤਾਂ ਕੀ 22 ਤੇ 16 ਨੂੰ ਐਡ ਕਰਨਾ ਸੌਖਾ ਹੈ 38 ਆ ਜਾਊਗਾ, ਜਾਂ 5390 ਤੇ 3920 ਨੂੰ ਐਡ ਕਰਨਾ ਸੌਖਾ ਹੈ? ਓਬਵੀਅਸਲੀ 22 ਤੇ 16 ਨਾਲ ਕੁਐਸਚਨ ਈਜ਼ੀਲੀ ਸੋਲਵ ਹੋ ਰਿਹਾ। ਤਾਂ ਵੈਲਿਊਜ਼ ਕੱਢਣ ਦੀ ਕੋਈ ਲੋੜ ਨਹੀਂ ਹੈਗੀ, ਤੁਸੀਂ ਪਰਸੈਂਟੇਜ ਦੇ ਨਾਲ ਖੇਡਣਾ ਸਿੱਖੋ। ਤੇ ਪਰਸੈਂਟੇਜ ਦੇ ਨਾਲ ਉਦੋਂ ਖੇਡਿਆ ਜਾਊਗਾ ਜਦੋਂ ਸਾਰੀਆਂ ਪਰਸੈਂਟ ਵੈਲਿਊਜ਼ ਦਾ ਬੇਸ ਸੇਮ ਹੋਵੇ। ਤਾਂ ਪਾਈ ਚਾਰਟ ਦੇ ਵਿੱਚ ਬੱਚੇ ਜਿਹੜੀ ਡਿਸਟਰੀਬਿਊਸ਼ਨ ਹੋ ਰਹੀ ਹੈ, ਪਾਈ ਚਾਰਟ 'ਚ ਜਿਹੜੀ ਡਿਸਟਰੀਬਿਊਸ਼ਨ ਹੋ ਰਹੀ ਹੈ, ਉਹ ਸਾਰੇ ਪਰਸੈਂਟ ਵੈਲਿਊਜ਼ ਦਾ ਬੇਸ ਸੇਮ ਹੀ ਹੁੰਦਾ, ਜੋ ਵੀ ਉਹਦਾ ਟੋਟਲ 100% ਹੁੰਦਾ। ਤਾਂ ਉਹ ਸਾਨੂੰ ਡਿਸਕ੍ਰਿਪਸ਼ਨ 'ਚ ਮੈਂਸ਼ਨ ਹੁੰਦਾ, ਤਾਂ ਇਸ ਕੁਐਸਚਨ 'ਚ ਵੀ ਮੈਂਸ਼ਨ ਸੀਗਾ। ਤਾਂ ਆਖਰੀ ਕੁਐਸਚਨ ਵੀ ਆਪਾਂ ਦੇਖਿਆ। ਓਕੇ, ਆਖਰੀ ਕੁਐਸਚਨ ਆ ਸੀ, ਚੀਫ ਮਿਨਿਸਟਰ ਡਿਸਾਈਡਡ ਟੂ ਗਿਵ ਏਡ ਟੂ ਪੀਪਲ ਅਫੈਕਟਡ ਬਾਈ ਫਲੱਡ ਇਨ ਪੰਜਾਬ। ਉਹ ਕਹਿੰਦੇ ਵੀ ਫਲੱਡਸ ਕਰਕੇ ਜਿਹੜੇ ਲੋਕ ਅਫੈਕਟ ਹੋਏ, ਸਾਨੂੰ 5 ਜ਼ਿਲ੍ਹਿਆਂ ਦਾ ਪਰਸੈਂਟੇਜ ਵਾਈਜ਼ ਡਾਟਾ ਦਿੱਤਾ ਹੋਇਆ ਸੀ, ਮੁੱਖ ਮੰਤਰੀ ਨੇ ਇਹਨਾਂ ਲੋਕਾਂ ਨੂੰ ਸਹਾਇਤਾ ਦੇਣ ਦਾ ਐਲਾਨ ਕੀਤਾ। ਉਹ ਕਹਿੰਦੇ ਦਾ ਰੇਸ਼ੀਓ ਆਫ ਅਮਾਊਂਟ, ਰੇਸ਼ੀਓ ਕਾਹਦੀ ਦਿੱਤੀ ਹੋਈ ਹੈ? ਅਮਾਊਂਟ ਗਿਵਨ ਟੂ ਈਚ ਮੇਲ ਐਂਡ ਈਚ ਫੀਮੇਲ ਇਜ਼ 5:4। ਉਹ ਕਹਿੰਦੇ ਵੀ ਜਿੰਨੇ ਵੀ ਲੋਕ 5 ਜ਼ਿਲ੍ਹਿਆਂ ਦੇ ਮਿਲਾ ਕੇ ਜੋ ਸਾਰੇ 24,500 ਅਫੈਕਟਡ ਸੀ, ਇੱਕ ਮੇਲ ਨੂੰ ਤੇ ਇੱਕ ਫੀਮੇਲ ਨੂੰ ਜਿਹੜੇ ਪੈਸੇ ਦਿੱਤੇ ਗਏ, ਉਹਦੀ ਰੇਸ਼ੀਓ 5:4 ਹੈ। ਤਾਂ ਬੱਚੇ ਤੁਸੀਂ ਹਮੇਸ਼ਾ ਕੀ ਮੰਨਣਾ ਹੈ ਕਿ ਇੱਕ ਮੇਲ ਨੂੰ ਤੇ ਇੱਕ ਫੀਮੇਲ ਨੂੰ ਜੇ ਪੈਸੇ 5:4 'ਚ ਦਿੱਤੇ ਗਏ, ਤਾਂ ਮਤਲਬ ਮੇਲ ਨੂੰ 5 ਰੁਪਏ ਮਿਲੇ, ਫੀਮੇਲ ਨੂੰ 4 ਰੁਪਏ ਮਿਲੇ। ਜੋ ਰੇਸ਼ੀਓ ਦਿੱਤੀ ਹੈ ਉਸੇ ਨੂੰ ਵੈਲਿਊ ਮੰਨ ਲਓ। ਤਾਂ ਮੇਲ ਤੇ ਫੀਮੇਲ ਨੂੰ ਜੋ ਪੈਸੇ ਦਿੱਤੇ ਗਏ ਉਹ 5:4 'ਚ ਨੇ, ਤਾਂ ਤੁਸੀਂ ਆਪਣੇ ਵੱਲੋਂ ਮੰਨ ਲਓ ਕਿ ਭਾਈ ਹਰ ਇੱਕ ਬੰਦੇ ਨੂੰ 5 ਰੁਪਏ ਦਿੱਤੇ, ਹਰ ਇੱਕ ਜਨਾਨੀ ਨੂੰ 4 ਰੁਪਏ ਦਿੱਤੇ। ਜੋ ਰੇਸ਼ੀਓ ਦਿੱਤੀ ਹੈ
ਉਸੇ ਨੂੰ ਵੈਲਿਊ ਮੰਨ ਲਿਆ ਆਪਾਂ, ਬਸ ਇਹ ਕੀਤਾ, ਹਲੇ ਹੋਰ ਕੁਝ ਨਹੀਂ ਕੀਤਾ। ਐਂਡ ਦਾ ਰੇਸ਼ੀਓ ਆਫ ਮੇਲ ਟੂ ਫੀਮੇਲ ਅਫੈਕਟਡ ਬਾਈ ਫਲੱਡ ਇਨ ਬਰਨਾਲਾ ਇਜ਼ 4:3। ਇਫ ਦਾ ਟੋਟਲ ਅਮਾਊਂਟ ਗਿਵਨ ਟੂ ਬਰਨਾਲਾ ਡਿਸਟ੍ਰਿਕਟ ਇਜ਼ 30.24 ਲੱਖ, ਦੈਨ ਫਾਈਂਡ ਦਾ ਅਮਾਊਂਟ ਰਿਸੀਵਡ ਬਾਈ ਈਚ ਮੇਲ। ਆਪਾਂ ਈਚ ਮੇਲ ਦੀ ਵੈਲਿਊ ਫਾਈਂਡ ਕਰਨੀ ਹੈ। ਜਿਹੜਾ ਆਪਾਂ ਰੇਸ਼ੀਓ 'ਚ 5 ਲੈ ਲਿਆ, ਆਪਾਂ ਈਚ ਮੇਲ ਨੂੰ ਕਿੰਨੇ ਪੈਸੇ ਮਿਲੇ ਇਹ ਫਾਈਂਡ ਕਰਨਾ। ਜਿਹੜਾ ਆਪਾਂ ਰੇਸ਼ੀਓ 'ਚ 5 ਲੈ ਲਿਆ, ਉਹਦੀ ਐਕਚੁਅਲ ਵੈਲਿਊ ਕੀ ਹੋਊਗੀ ਇਹ ਕੱਢਣੀ ਹੈ। ਤਾਂ ਬੱਚੇ ਦੇਖੋ, ਐਗਜ਼ਾਮੀਨਰ ਕਹਿੰਦਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਮੇਲ ਤੇ ਫੀਮੇਲ ਦੀ ਰੇਸ਼ੀਓ ਕੀ ਹੈ 4:3। ਬਰਨਾਲੇ ਜ਼ਿਲ੍ਹੇ 'ਚ ਟੋਟਲ ਤਾਂ 18% ਸਾਨੂੰ ਦਿਖ ਰਿਹਾ ਪਾਈ ਚਾਰਟ 'ਚ, ਉਹਦੇ ਵਿੱਚ ਫਰਦਰ ਮੇਲ ਤੇ ਫੀਮੇਲ ਦੀ ਰੇਸ਼ੀਓ ਦਿੱਤੀ ਹੋਈ ਹੈ 4:3। ਤਾਂ ਉਹ ਕਹਿੰਦਾ ਕਿ ਜਿੰਨੇ ਵੀ ਮੇਲ ਬਣ ਜਾਣਗੇ, ਜਿੰਨੀਆਂ ਵੀ ਫੀਮੇਲ ਬਣ ਜਾਣਗੇ, ਟੋਟਲ ਤਾਂ ਕੱਢ ਸਕਦੇ ਅਸੀਂ ਬਰਨਾਲੇ ਦਾ 18 ਗੁਣਾ 245 ਕਰਕੇ। ਬਰਨਾਲੇ ਦਾ ਟੋਟਲ ਆ ਗਿਆ 18 ਗੁਣਾ 245 ਕਰਕੇ। ਉਹਦੇ ਵਿੱਚ ਮੇਲ ਤੇ ਫੀਮੇਲ ਦੀ ਰੇਸ਼ੋ 4:3 ਦਿੱਤੀ ਹੈ, ਤਾਂ ਮੇਲ ਵੀ ਕੱਢ ਲਾਂਗੇ, ਫੀਮੇਲ ਵੀ ਕੱਢ ਲਾਂਗੇ। ਹਰ ਇੱਕ ਮੇਲ ਨੂੰ 5 ਰੁਪਏ ਦਿੱਤੇ, ਹਰ ਇੱਕ ਫੀਮੇਲ ਨੂੰ 4 ਰੁਪਏ ਦਿੱਤੇ। ਵੈਸੇ ਰੇਸ਼ੋ 'ਚ 5 ਤੇ 4 ਹੈ, ਅਸਲ 'ਚ 5 ਤੇ 4 ਨਹੀਂ ਹੋ ਸਕਦਾ, ਅਸਲ 'ਚ 10 ਰੁਪਏ ਤੇ 8 ਰੁਪਏ ਹੋਵੇ, ਹੋ ਸਕਦਾ 500 ਰੁਪਏ ਤੇ 400 ਰੁਪਏ ਹੋਵੇ। ਤਾਂ ਕੋਈ ਵੀ ਦੋ ਰਕਮਾਂ ਜਿਹੜੀਆਂ 5:4 'ਚ ਨੇ, ਇਸੇ ਕਰਕੇ ਅਸੀਂ 5 ਤੇ 4 ਲੈ ਲਿਆ, ਜੋ ਰੇਸ਼ੋ 'ਚ ਗਿਵਨ ਉਹੀ ਵੈਲਿਊ ਲੈ ਲਈ। ਤਾਂ ਐਗਜ਼ਾਮੀਨਰ ਕਹਿੰਦਾ ਜੇ ਬਰਨਾਲੇ ਜ਼ਿਲ੍ਹੇ ਨੂੰ ਕੁੱਲ 30.24 ਲੱਖ ਪੈਸਾ ਮਿਲੇ ਤਾਂ ਹਰ ਇੱਕ ਬੰਦੇ ਨੂੰ ਕਿੰਨੇ ਮਿਲੇ ਹੋਣਗੇ ਉਹ ਦੱਸੋ। ਤਾਂ ਬੱਚੇ ਅਸੀਂ ਕੀ ਕਰਾਂਗੇ, ਜਿਹੜੀ ਰੇਸ਼ੋ 'ਚ ਵੈਲਿਊ ਦਿੱਤੀ ਹੈ, ਜੋ ਸਾਨੂੰ ਰੇਸ਼ੋ ਦਿੱਤੀ ਹੈ ਉਸੇ ਨੂੰ ਵੈਲਿਊ ਮੰਨ ਲਾਂਗੇ। ਉਸੇ ਨੂੰ ਵੈਲਿਊ ਮੰਨ ਕੇ ਅਸੀਂ ਕੱਢਦੇ ਹਾਂ ਕਿ ਭਾਈ ਬਰਨਾਲੇ ਜ਼ਿਲ੍ਹੇ 'ਚ ਬੰਦਿਆਂ ਨੂੰ ਕਿੰਨੇ ਰੁਪਏ ਮਿਲੇ, ਜਨਾਨੀਆਂ ਨੂੰ ਕਿੰਨੇ ਰੁਪਏ ਮਿਲੇ, ਉਹਦਾ ਟੋਟਲ ਕੀ ਬਣਿਆ, ਤੇ ਉਹ ਟੋਟਲ ਅਸਲ 'ਚ 30.24 ਲੱਖ ਹੈ। ਫਿਰ ਜਦੋਂ ਇਕੁਏਟ ਕਰਾਂਗੇ ਤਾਂ ਉਸ ਹਿਸਾਬ ਨਾਲ 5 ਦੀ ਇਕੁਏਟ ਕਰਕੇ ਵੈਲਿਊ ਨਿਕਲ ਆਊਗੀ। ਤਾਂ ਬੱਚੇ ਬਰਨਾਲੇ 'ਚ ਟੋਟਲ ਮੇਲ ਕਿੰਨੇ ਆ, ਟੋਟਲ ਬਰਨਾਲੇ ਦੀ ਆਬਾਦੀ 18 × 245, ਜਿਹੜੀ ਅਫੈਕਟ ਹੋਈ, ਟੋਟਲ ਆਬਾਦੀ ਨਹੀਂ, ਜਿਹੜੀ ਅਫੈਕਟ ਹੋਈ 18 × 245, ਉਹਦੇ ਵਿੱਚ ਮੇਲ ਕਿੰਨੇ ਆ 4/7। 4:3 ਦਾ ਮਤਲਬ ਮੇਲ 4/7, ਤੇ ਫੀਮੇਲ ਬਰਨਾਲੇ ਦੀ ਕੁੱਲ ਆਬਾਦੀ 18 × 245, ਉਹਦੇ ਵਿੱਚ ਫੀਮੇਲ ਕਿੰਨੀਆਂ ਨੇ 3/7। ਤਾਂ ਆ ਮੇਲ ਆ ਗਏ, ਹਰ ਇੱਕ ਮੇਲ ਨੂੰ 5 ਰੁਪਏ ਮਿਲੇ ਨੇ ਤਾਂ ਇੰਨੇ ਰੁਪਏ ਮਿਲੇ ਬੰਦਿਆਂ ਨੂੰ, ਹਰ ਇੱਕ ਫੀਮੇਲ ਨੂੰ 4 ਰੁਪਏ ਮਿਲੇ ਨੇ ਤਾਂ ਇੰਨੇ ਰੁਪਏ ਮਿਲੇ ਜਨਾਨੀਆਂ ਨੂੰ। ਇੱਥੇ ਤੱਕ ਬੱਚੇ ਕਲੀਅਰ ਹੈ। ਤਾਂ 7 ਤੇ 245 ਕੱਟਿਆ ਗਿਆ 35 ਆ ਗਿਆ, ਇੱਧਰ ਵੀ 7 ਤੇ 245 ਕੱਟਿਆ ਗਿਆ 35 ਆ ਗਿਆ। ਤਾਂ ਬੱਚੇ ਕੀ ਕੁਛ ਕਾਮਨ ਹੈ, 18 × 35 ਦੋਨੇ ਪਾਸੇ ਕਾਮਨ ਹੈ। ਇੱਥੇ 18 × 35 ਨਹੀਂ, 18 × 35 × 4, ਉਧਰ ਵੀ 4 ਹੈਗਾ। ਤਾਂ 18 × 35 × 4 ਕਾਮਨ ਹੈ, ਇੱਧਰ 5 ਬਚ ਗਿਆ, ਉਧਰ 3 ਬਚ ਗਿਆ। ਅਸੀਂ ਕਿਉਂਕਿ ਐਡ ਕਰਨਾ ਨਾ ਇਹਨਾਂ ਦੋਨਾਂ ਵੈਲਿਊਜ਼ ਨੂੰ, ਇਹਨਾਂ ਦੋਨਾਂ ਵੈਲਿਊਜ਼ ਨੂੰ ਅਸੀਂ ਐਡ ਕਰਨਾ ਕਿ ਭਾਈ ਬੰਦਿਆਂ ਨੂੰ ਪੈਸੇ ਕਿੰਨੇ ਮਿਲੇ, ਜਨਾਨੀਆਂ ਨੂੰ ਪੈਸੇ ਕਿੰਨੇ ਮਿਲੇ, ਉਹ ਅਲੱਗ-ਅਲੱਗ ਕੱਢ ਕੇ ਐਡ ਕਰਨਾ। ਤਾਂ ਬੰਦਿਆਂ ਦਾ ਟੋਟਲ ਕਿੰਨਾ ਆ ਗਿਆ 18 × 35 × 4 ਕਾਮਨ ਆ ਜਾਊਗਾ 35 4 140 18 2520 ਕਾਮਨ ਆ ਗਿਆ। ਤਾਂ ਇੱਧਰ 5 ਬਚ ਗਿਆ, ਉਧਰ 3 ਬਚ ਗਿਆ। ਤਾਂ 2520 × 8, 2520 ਗੁਣਾ 8 ਕਿੰਨਾ ਹੋ ਗਿਆ ਬੱਚੇ ਤੁਹਾਡਾ 2500, 20000 × 20160। ਆ ਬੱਚੇ ਤੁਹਾਡਾ ਟੋਟਲ ਆ ਗਿਆ ਰੇਸ਼ੀਓ ਦੇ ਵਿੱਚ। ਤੇ ਜਿਹੜਾ ਰੇਸ਼ੀਓ 'ਚ ਟੋਟਲ 20160 ਆ ਗਿਆ, ਉਹਦੀ ਅਸਲ ਵੈਲਿਊ ਕਿੰਨੀ ਹੈ 30.24 ਲੱਖ। ਤਾਂ 20160 ਯੂਨਿਟ ਹੈ ਰੇਸ਼ੀਓ ਦੇ ਵਿੱਚ। ਇਹਨੂੰ ਮੈਂ ਰੇਸ਼ੀਓ 'ਚ ਕਿਉਂ ਕਹਿ ਰਿਹਾ, ਕਿਉਂਕਿ ਅਸੀਂ ਰੇਸ਼ੀਓ ਦੀਆਂ ਵੈਲਿਊਜ਼ ਨੂੰ ਮੰਨਿਆ ਹੋਏਗਾ 5 ਤੇ 4 ਰੁਪਏ। ਤਾਂ 20160 ਯੂਨਿਟ ਕੀ ਹੈ 30.24 ਲੱਖ। 1 0 ਹੋਰ ਆ ਜੂਗੀ 30 24 000। ਤਾਂ ਬੱਚੇ 0 ਨਾਲ 0 ਕੱਟੀ ਗਈ। ਤਾਂ 1 ਯੂਨਿਟ ਕਿੰਨਾ ਆ ਜਾਊਗਾ, 1 ਯੂਨਿਟ ਤੁਹਾਡਾ ਆ ਜਾਊਗਾ 30 24 ਦੇ ਪਿੱਛੇ 00 ਥੱਲੇ 20 16। ਤਾਂ ਬੱਚੇ ਥੱਲੇ 20 ਉੱਪਰ 30, 2 ਤੇ 3 ਹੋ ਗਿਆ, ਥੱਲੇ 16 ਉੱਪਰ 24, ਉਹ ਵੀ 2 ਤੇ 3 ਹੋ ਗਿਆ। ਦੇਖੋ 20 ਤੇ 30 ਵੀ 2 3 ਹੈ, 16 ਤੇ 24 ਵੀ 2 3 ਹੈ। ਤਾਂ ਇਹ ਪੂਰਾ 2 ਹੋ ਗਿਆ, ਇਹ ਪੂਰਾ 3 ਹੋ ਗਿਆ, ਪਰ ਪਿੱਛੇ 0 ਹੈ ਤਾਂ 300, 00 ਤਾਂ 300 ਹੋ ਗਿਆ, ਮਤਲਬ 150 ਗੁਣਾ ਹੋ ਗਿਆ। ਤਾਂ ਬੱਚੇ 1 ਯੂਨਿਟ ਦੀ ਵੈਲਿਊ 150 ਆ ਗਈ। ਕੈਲਕੂਲੇਸ਼ਨ ਕਰਕੇ ਅਸੀਂ ਕੈਲਕੂਲੇਸ਼ਨ ਇੰਨੀ ਸੌਖੀ ਕਰ ਸਕਦੇ ਹਾਂ। 20160 ਯੂਨਿਟ ਦੀ ਵੈਲਿਊ 30.24 ਲੱਖ ਸੀ, 0 ਖਿਲਾਰਤੀ ਆਪਾਂ, 0 ਨਾਲ 0 ਕੱਟੀ ਤਾਂ 2016 ਦੀ ਵੈਲਿਊ 30 24 00। ਤਾਂ 1 ਯੂਨਿਟ ਕੀ ਆ ਗਿਆ 2016 ਡਿਵਾਈਡ ਹੋਊਗਾ। ਹੁਣ 00 ਤਾਂ ਛੱਡੋ, 30 24 00 ਛੱਡੋ, ਥੱਲੇ 20 16 ਉੱਪਰ 30 24, 20 30 16 24। ਤਾਂ ਪੂਰਾ 2:3 ਹੈ, ਤਾਂ ਥੱਲੇ 2 ਉੱਪਰ 3, ਪਰ 00 ਸੀ ਨਾਲ ਤਾਂ 300। ਤਾਂ 150 ਰੁਪਏ ਆ ਗਿਆ 1 ਯੂਨਿਟ ਦੀ ਵੈਲਿਊ 2 ਨਾਲ ਡਿਵਾਈਡ ਕਰਕੇ। ਜੇ 1 ਯੂਨਿਟ ਦੀ ਵੈਲਿਊ 150 ਰੁਪਏ ਹੈ ਤਾਂ ਹਰ ਇੱਕ ਬੰਦੇ ਨੂੰ ਕਿੰਨੇ ਮਿਲੇ, ਈਚ ਮੇਲ ਫਾਈਂਡ ਕਰਨਾ ਹੈ 5।
5 ਦੀ ਵੈਲਿਊ ਕਿੰਨੀ ਹੋ ਜੂ 5 ਦਾ 150 ਗੁਣਾ 750 ਰੁਪਏ। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ 750 ਰੁਪਏ ਆ ਜਾਊਗਾ ਸੀ ਆਪਸ਼ਨ। ਇਹੋ ਜੀ ਕੈਲਕੂਲੇਸ਼ਨ ਹੋ ਜੂਗੀ। ਤਾਂ ਇਹ ਕੁਐਸਚਨ ਸਮਝਾਉਂਦਿਆਂ ਆਪਾਂ ਨੂੰ 1.5 ਮਿੰਟ ਦਾ ਸਮਾਂ ਲੱਗ ਗਿਆ। ਸੋਲਵ ਕਰਦਿਆਂ ਆ ਸਾਰੀ ਕੈਲਕੂਲੇਸ਼ਨ ਤੁਹਾਡਾ ਥੋੜਾ ਜਿਹਾ ਟਾਈਮ ਖਾਊਗੀ, ਅੱਧੇ ਪੌਣੇ ਮਿੰਟ ਦਾ। ਇਹ ਤੁਹਾਡਾ 15 ਸਕਿੰਟ ਦਾ ਕੁਐਸਚਨ ਹੈ। ਜਦੋਂ 1 ਦੀ ਵੈਲਿਊ 150 ਨਿਕਲ ਗਈ ਫਿਰ ਆ ਲਿਖਣ ਦੀ ਲੋੜ ਨਹੀਂ ਹੈਗੀ। 5 ਦੀ ਵੈਲਿਊ 150 ਗੁਣਾ ਕਰਕੇ 750 ਸਾਡਾ ਆਨਸਰ ਆ ਜੂ। ਤਾਂ ਪੌਣੇ ਕੁ ਮਿੰਟ ਜਾਂ ਵੱਧ ਤੋਂ ਵੱਧ 1 ਮਿੰਟ ਦਾ ਕੁਐਸਚਨ ਹੈ। ਤਾਂ ਆਪਣੇ ਜਿਹੜੇ 5 ਕੁਐਸਚਨ ਆਏ ਨੇ ਆਪਾਂ ਪਹਿਲਾਂ, ਕਿਉਂਕਿ ਇਸ ਪਾਈ ਚਾਰਟ ਦੇ ਵਿੱਚ ਬਹੁਤ ਲੰਬਾ ਚੌੜਾ ਤਾਂ ਕੁਝ ਦਿੱਤਾ ਨਹੀਂ ਸੀ ਹੋਇਆ। ਪਾਈ ਚਾਰਟ 'ਚ ਆਪਾਂ ਨੂੰ 5 ਜ਼ਿਲ੍ਹਿਆਂ ਦੀਆਂ ਵੈਲਿਊਜ਼ ਦਿੱਤੀਆਂ ਹੋਈਆਂ ਸੀ ਪਰਸੈਂਟੇਜ ਵਾਈਜ਼। 5 ਜ਼ਿਲ੍ਹਿਆਂ ਦੀਆਂ ਪਰਸੈਂਟੇਜ ਵਾਈਜ਼ ਵੈਲਿਊਜ਼ ਦਿੱਤੀਆਂ ਹੋਈਆਂ ਸੀ ਤੇ ਨਾਲ ਸਾਨੂੰ ਦਿੱਤਾ ਹੋਇਆ ਸੀ 5 ਜ਼ਿਲ੍ਹਿਆਂ ਦਾ ਟੋਟਲ 24,500। ਤਾਂ ਪਾਈ ਚਾਰਟ 'ਚ ਸਮਝਣ ਨੂੰ ਜਾਂ ਕੈਲਕੂਲੇਟ ਕਰਨ ਨੂੰ ਕੁਛ ਨਹੀਂ ਸੀ। ਅਸੀਂ ਦੇਖ ਲਿਆ ਕਿ ਹਾਂ ਅਸੀਂ ਵੈਲਿਊ ਕੈਲਕੂਲੇਟ ਕਰ ਸਕਦੇ ਹਾਂ। ਫਿਰ 5 ਸਵਾਲ ਜਿਹੜੇ ਇਹਦੇ ਵਿੱਚ ਆਏ, ਉਹ 5 ਚੋਂ 3 ਸਵਾਲ ਤਾਂ ਸਾਡੇ ਜਮਾਂ ਸੌਖੇ ਸੀ ਕਿ 15 ਤੋਂ 20, ਜਾਂ ਕਿਸੇ ਬੱਚੇ ਦੀ ਕੈਲਕੂਲੇਸ਼ਨ ਬਹੁਤ ਸਲੋ ਹੈ ਜਾਂ ਵੈਸੇ ਪੇਪਰ ਕਰਨ ਦੀ ਸਪੀਡ ਸਲੋ ਹੈ ਤਾਂ 20 ਤੋਂ 25 ਸਕਿੰਟ। ਤਾਂ ਅਸੀਂ 1 ਮਿੰਟ 'ਚ 3 ਸਵਾਲ ਕਰ ਲਏ। 2 ਸਵਾਲ ਸਾਡੇ ਆਏ ਜਿਹੜੇ ਅੱਧਾ ਪੌਣਾ ਮਿੰਟ ਜਾਂ ਉਹ ਤੋਂ ਜ਼ਿਆਦਾ ਸਮਾਂ ਲੈ ਰਹੇ ਨੇ, ਤਾਂ 1 ਮਿੰਟ ਮੰਨ ਲਓ 2 ਮਿੰਟ ਉਹਨਾਂ ਨੂੰ ਲੱਗੇ। ਤਾਂ 3 ਤੋਂ 4 ਮਿੰਟਾਂ 'ਚ ਅਸੀਂ 5 ਸਵਾਲ ਕਰ ਲਏ। 1 ਮਿੰਟ 'ਚ ਅਸੀਂ ਫਿਗਰ ਸਮਝ ਲਈ। ਤਾਂ 4 ਵੱਧ ਤੋਂ ਵੱਧ 5 ਮਿੰਟ ਜਿਹੜੇ ਬੱਚੇ ਬਹੁਤ ਹੀ ਸਲੋ ਨੇ ਉਹਨਾਂ ਨੇ ਵੀ 5 ਮਿੰਟ ਮਸਾ ਲਏ ਨੇ ਤੇ 5 ਦੇ 5 ਨੰਬਰ ਪੱਕੇ ਕਰ ਲਏ, ਜਿਹਦੇ ਵਿੱਚ ਇੱਕ ਕੁਐਸਚਨ ਹੈ ਜੀ ਥੋੜੀ ਜਿਹੀ ਕੈਲਕੂਲੇਸ਼ਨ ਹੋ ਰਹੀ ਹੈ। ਅਦਰਵਾਈਜ਼ ਕਿਸੇ ਕੁਐਸਚਨ 'ਚ ਬਹੁਤੀ ਕੈਲਕੂਲੇਸ਼ਨ ਨਹੀਂ ਹੋ ਰਹੀ। ਤੇ ਜਿੱਥੇ ਕੈਲਕੂਲੇਸ਼ਨ ਵੀ ਹੋ ਰਹੀ ਹੈ ਉਹ ਵੀ ਮੈਂ ਸਮਝਾ ਰਿਹਾ ਕਿ ਕੈਲਕੂਲੇਸ਼ਨ ਕਰਨੀ ਕਿਵੇਂ ਹੈ। ਸਭ ਤੋਂ ਇੰਪੋਰਟੈਂਟ ਚੀਜ਼ ਇਸ ਕੁਐਸਚਨ 'ਚ ਸੀ ਕਿ ਜੋ ਰੇਸ਼ੋ ਦਿੱਤੀ ਹੋਈ ਹੈ ਉਸੇ ਨੂੰ ਵੈਲਿਊ ਮੰਨ ਲਓ। ਇਹ ਸਭ ਤੋਂ ਇੰਪੋਰਟੈਂਟ ਚੀਜ਼ ਸੀ ਇਸ ਕੁਐਸਚਨ 'ਚ। ਤਾਂ ਰੇਸ਼ੋ ਨੂੰ ਹੀ ਵੈਲਿਊ ਮੰਨ ਕੇ ਅਸੀਂ ਸਵਾਲ ਸੋਲਵ ਕਰ ਲਿਆ। ਤਾਂ ਬਰਨਾਲੇ ਜ਼ਿਲ੍ਹੇ ਨੂੰ ਇੰਨੇ ਰੁਪਏ ਮਿਲੇ, ਪਰ ਅਸਲ 'ਚ ਉਹ 30.24 ਲੱਖ ਹੈ। ਇਕੁਏਟ ਕਰ ਲਿਆ, ਇਕੁਏਟ ਸਾਰਿਆਂ ਨੂੰ ਕਰਨਾ ਹੁੰਦਾ ਤਾਂ 5 ਦੀ ਵੈਲਿਊ ਨਿਕਲੀ 750 ਰੁਪਏ। ਤਾਂ ਬੱਚੇ ਇਹ ਆਪਣਾ ਕੁਐਸਚਨ ਸੀਗਾ। ਇਹਦੇ ਨਾਲ ਦੇ ਆਪਾਂ ਹੋਰ ਕੁਐਸਚਨਸ ਕਰ ਦਿਆਂਗੇ, ਧਿਆਨ ਨਾਲ ਦੇਖੋ। ਅਗਲਾ ਕੁਐਸਚਨ ਦੇਖੋ। ਅਗਲਾ ਕੁਐਸਚਨ ਬੱਚੇ ਡਾਟਾ ਟੇਬਲ ਦਾ ਕੁਐਸਚਨ ਹੈ। ਆਪਾਂ ਜਿਹੜਾ ਪਿਛਲੀ ਕਲਾਸ ਦੇ ਵਿੱਚ ਸੋਮਵਾਰ ਨੂੰ ਕੁਐਸਚਨ ਕੀਤਾ ਸੀ ਉਹ ਵੀ ਆਪਾਂ ਡਾਟਾ ਟੇਬਲ ਦਾ ਕੀਤਾ ਸੀਗਾ। ਇਹ ਵੀ ਆਪਣਾ ਡਾਟਾ ਟੇਬਲ ਦਾ ਕੁਐਸਚਨ ਹੈ। ਕੁਐਸਚਨ ਕੀ ਹੈ? ਦਾ ਗਿਵਨ ਟੇਬਲ ਸ਼ੋਜ਼ ਦਾ ਡਾਟਾ ਰਿਗਾਰਡਿੰਗ ਦਾ ਨੰਬਰ ਆਫ ਮੈਡਲਸ ਵਨ ਬਾਏ ਡਿਫਰੈਂਟ ਕੰਟਰੀਜ਼ ਇਨ ਏਸ਼ੀਅਨ ਗੇਮਸ ਇਨ ਅ ਪਾਰਟਿਕੂਲਰ ਈਅਰ। ਕਿਸੇ ਸਾਲ ਦੇ ਵਿੱਚ ਕਿਸੇ ਸਾਲ ਦਾ ਡਾਟਾ ਗਿਵਨ ਹੈ ਕਿ ਏਸ਼ੀਅਨ ਗੇਮਸ ਦੇ ਵਿੱਚ 5 ਅਲੱਗ-ਅਲੱਗ ਮੁਲਕਾਂ ਨੇ ਕਿੰਨੇ ਮੈਡਲ ਜਿੱਤੇ ਨੇ, ਸਾਨੂੰ ਉਹ ਦਿੱਤਾ ਹੈ। ਤਾਂ ਮੁਲਕ ਕਿਹੜੇ-ਕਿਹੜੇ ਨੇ? ਇੰਡੀਆ, ਜਾਪਾਨ, ਚਾਈਨਾ, ਕੋਰੀਆ ਤੇ ਇੰਡੋਨੇਸ਼ੀਆ। ਏਸ਼ੀਅਨ ਗੇਮਸ ਦੇ ਵਿੱਚ ਏਸ਼ੀਅਨ ਕੰਟਰੀਜ਼ ਖੇਡਦੇ ਨੇ ਤਾਂ ਆਹ 5 ਕੰਟਰੀਜ਼ ਨੇ। ਇਹਨਾਂ ਨੇ ਕਿੰਨੇ ਮੈਡਲ ਜਿੱਤੇ? ਪਹਿਲਾਂ ਤਾਂ ਬੱਚੇ ਸਾਨੂੰ ਟੋਟਲ ਮੈਡਲਸ ਦੀ ਟੈਲੀ ਗਿਵਨ ਹੈ ਕਿ ਭਾਈ ਇੰਡੀਆ ਨੇ 56 ਮੈਡਲ ਜਿੱਤੇ, ਜਾਪਾਨ ਨੇ 72, ਚਾਈਨਾ 118, ਕੋਰੀਆ 96, ਇੰਡੋਨੇਸ਼ੀਆ 80। ਇੰਨੇ ਤਾਂ ਟੋਟਲ ਮੈਡਲ ਜਿੱਤੇ। ਤੇ ਟੋਟਲ ਮੈਡਲ ਹੁੰਦੇ ਕੀ ਆ ਬੱਚੇ? ਟੋਟਲ ਮੈਡਲ ਹੁੰਦੇ ਨੇ ਗੋਲਡ ਪਲੱਸ ਸਿਲਵਰ ਪਲੱਸ ਬ੍ਰੌਂਜ਼। ਆਹੀ 3 ਤਰ੍ਹਾਂ ਦੇ ਟੋਟਲ ਮੈਡਲ ਹੁੰਦੇ ਆ। ਤਾਂ ਟੋਟਲ ਜੇ ਇੰਡੀਆ ਨੇ 56 ਮੈਡਲ ਜਿੱਤੇ ਆ ਤਾਂ ਉਹ 56 ਕੀ ਹੋਣਗੇ? ਗੋਲਡ ਹੋਣਗੇ, ਸਿਲਵਰ ਹੋਣਗੇ, ਬ੍ਰੌਂਜ਼ ਹੋਣਗੇ। ਪਰ ਗੋਲਡ ਤਾਂ ਦਿੱਤੇ ਆ ਕਿ 12 ਮੈਡਲ ਜਿੱਤੇ ਆ। ਤਾਂ ਬੱਚੇ 56 ਚੋਂ 12 ਤਾਂ ਗੋਲਡ ਮੈਡਲ ਜਿੱਤੇ ਆ। ਸਿਲਵਰ ਤੇ ਬ੍ਰੌਂਜ਼ ਦਾ ਡਾਟਾ ਨਹੀਂ ਦਿੱਤਾ। ਉਹ ਕਹਿੰਦਾ ਰੇਸ਼ੀਓ ਆਫ ਸਿਲਵਰ ਟੂ ਬ੍ਰੌਂਜ਼ ਮੈਡਲ। ਤਾਂ ਇੱਕ ਕਾਲਮ ਦੇ ਵਿੱਚ ਸਾਨੂੰ ਸਿਲਵਰ ਤੇ ਬ੍ਰੌਂਜ਼ ਦੀ ਰੇਸ਼ੀਓ ਦੇਤੀ। 56 ਦੇ ਵਿੱਚੋਂ 12 ਜੇ 골ਡ ਮੈਡਲ ਨੇ ਤਾਂ ਮਾਈਨਸ ਕਰ ਦਈਏ ਇੰਡੀਆ ਦਾ ਡਾਟਾ। 56 ਚੋਂ 12 ਮਾਈਨਸ ਕਰ ਦਈਏ ਤਾਂ 44 골ਡ ਤੇ ਸਿਲਵਰ ਹੋ ਜਾਣਗੇ, ਤਾਂ ਹੀ ਟੋਟਲ 56 ਬਣੂਗਾ। ਟੋਟਲ ਚੋਂ 골ਡ ਮਾਈਨਸ ਕਰਦੇ ਸਿਲਵਰ ਤੇ ਬ੍ਰੌਂਜ਼ ਆ ਗਏ 44, ਜੋ ਕਿ ਰੇਸ਼ੀਓ 'ਚ ਸਾਨੂੰ ਦਿੱਤੇ 6:5। ਤਾਂ ਬੱਚੇ ਸਾਨੂੰ ਜਿਹੜੀ ਰੇਸ਼ੀਓ 'ਚ ਵੈਲਿਊ 6:5 ਦਿੱਤੀ ਹੈ ਉਹਦਾ ਐਕਚੁਅਲ ਟੋਟਲ 44 ਗਿਵਨ ਹੈ। ਤਾਂ ਸਾਨੂੰ ਉਹ ਵੈਲਿਊਜ਼ ਕੱਢਣੀਆਂ ਪੈਣਗੀਆਂ। ਤਾਂ ਵੈਲਿਊਜ਼ ਕਿੰਨੀਆਂ ਕੁ ਸੌਖੀਆਂ ਕੱਢ ਸਕਦੇ ਆਂਗੇ? ਉਹ ਮੋਟਾ ਤਾਂ ਅੰਦਾਜ਼ਾ ਹੈਗਾ ਹੀ ਆ। 6:5 ਦਾ ਮਤਲਬ ਕਿ ਅਸੀਂ ਮੰਨ ਲੈਂਦੇ ਹਾਂ ਕਿ 6 ਸਿਲਵਰ ਜਿੱਤੇ 5 ਬ੍ਰੌਂਜ਼ ਜਿੱਤੇ। 6:5 ਨੂੰ ਅਸੀਂ 6 ਸਿਲਵਰ 5 ਬ੍ਰੌਂਜ਼ ਮੰਨ ਨਹੀਂ ਸਕਦੇ ਆ। ਤੇ ਇਹਦੇ ਹਿਸਾਬ ਨਾਲ ਟੋਟਲ ਕੀ ਬਣਿਆ? 6 ਤੇ 5 ਦਾ 11। ਪਰ 11 ਦੀ ਅਸਲ ਵੈਲਿਊ ਕਿੰਨੀ ਹੈ? ਰੇਸ਼ੀਓ 'ਚ ਤਾਂ ਟੋਟਲ ਬੱਚੇ 11 ਬਣਿਆ, 11 ਦੀ ਅਸਲ ਵੈਲਿਊ ਕਿੰਨੀ ਹੈ? ਉਹ ਆਪਾਂ ਦੇਖਿਆ ਸੀ ਟੋਟਲ 'ਚੋਂ 골ਡ ਮਾਈਨਸ ਕਰਕੇ 44। ਤਾਂ ਜੇ 11 ਦੀ ਵੈਲਿਊ 44 ਹੈ ਤਾਂ 1 ਯੂਨਿਟ ਦੀ ਵੈਲਿਊ ਆ ਗਈ 4। ਤਾਂ 6 ਦਾ 4 ਗੁਣਾ 24 ਸਿਲਵਰ, 5 ਦਾ 4 ਗੁਣਾ 20 골ਡ, 20 ਬ੍ਰੌਂਜ਼। ਇਸੇ ਤਰ੍ਹਾਂ ਅਸੀਂ ਬਾਕੀ ਮੁਲਕਾਂ ਦਾ ਵੀ ਕੱਢ ਸਕਦੇ ਹਾਂ। ਜਾਪਾਨ ਨੇ ਟੋਟਲ 72 ਮੈਡਲ ਜਿੱਤੇ, 72 ਚੋਂ ਜੇ 18 골ਡ ਨੇ ਮਾਈਨਸ ਕਰਕੇ ਆ ਜਾਊਗਾ ਵੀ 54 ਸਿਲਵਰ ਤੇ ਬ੍ਰੌਂਜ਼ ਹੋਣਗੇ। ਉਹ 54 ਰੇਸ਼ੀਓ 'ਚ ਕੀ ਹੈ? 5:4। 5:4 ਦਾ ਮਤਲਬ ਜੇ ਟੋਟਲ 9 ਯੂਨਿਟ ਹੈ ਤਾਂ 9 ਦੀ ਵੈਲਿਊ 54 ਤਾਂ 1 ਦੀ ਵੈਲਿਊ 6 ਹੈ। 6 ਗੁਣਾ ਕਰਕੇ 30 ਸਿਲਵਰ ਆ ਜਾਣਗੇ, 24 ਬ੍ਰੌਂਜ਼ ਆ ਜਾਣਗੇ। ਤਾਂ ਇਸੇ ਤਰ੍ਹਾਂ ਬੱਚੇ ਅਸੀਂ ਹਰ ਇੱਕ ਮੁਲਕ ਦਾ, ਇੰਡੀਆ, ਜਾਪਾਨ ਤੋਂ ਬਾਅਦ ਚਾਈਨਾ, ਕੋਰੀਆ ਤੇ ਇੰਡੋਨੇਸ਼ੀਆ 3 ਮੁਲਕ ਹੋਰ ਨੇ, ਉਹਨਾਂ ਦੇ ਸਾਨੂੰ ਟੋਟਲ ਮੈਡਲ ਦਿੱਤੇ ਆ। ਟੋਟਲ 'ਚੋਂ ਇੰਨੇ 골ਡ ਜਿੱਤੇ ਆ ਤਾਂ ਮਾਈਨਸ ਕਰਕੇ
ਸਿਲਵਰ ਬ੍ਰੌਂਜ਼ ਆ ਜਾਣਗੇ, ਉਹ ਸਾਨੂੰ ਰੇਸ਼ੋ 'ਚ ਦਿੱਤੇ ਹੋਏ ਆ, ਅਸੀਂ ਗਿਣਤੀ 'ਚ ਕੱਢ ਲਾਂਗੇ। ਕੋਰੀਆ ਦਾ ਵੀ ਟੋਟਲ ਦਿੱਤਾ ਹੈ, ਟੋਟਲ 'ਚੋਂ ਇੰਨੇ 골ਡ ਹੈ ਤਾਂ ਮਾਈਨਸ ਕਰਕੇ ਸਿਲਵਰ ਬ੍ਰੌਂਜ਼ ਦਾ ਟੋਟਲ ਆ ਜੂ। ਰੇਸ਼ੋ 'ਚ ਸਿਲਵਰ ਬ੍ਰੌਂਜ਼ 4:3 ਹੈ, 4:3 ਦਾ ਮਤਲਬ ਜੇ ਟੋਟਲ 7 ਜਿੱਤੇ ਤਾਂ 7 ਦੀ ਐਕਚੁਅਲ ਵੈਲਿਊ ਕੀ ਹੈ? 96 ਚੋਂ 26 ਕੱਢੋ 70। 7 ਦੀ ਵੈਲਿਊ 70 ਹੈ, 10 ਗੁਣਾ ਹੈ ਤਾਂ 4 ਦੀ ਵੈਲਿਊ 40, 3 ਦੀ ਵੈਲਿਊ 30। ਤਾਂ ਹਰ ਇੱਕ ਮੁਲਕ ਦਾ ਅਸੀਂ ਬੜੇ ਆਰਾਮ ਨਾਲ ਕੱਢ ਸਕਦੇ ਹਾਂ। ਤਾਂ ਇਸ ਤੋਂ ਬਾਅਦ ਮੈਂ ਇੱਥੇ ਕੈਲਕੂਲੇਟ ਕਰਕੇ ਦਿਖਾ ਦਿੰਦਾ, ਪਰ ਇਹ ਏਡੀ ਔਖੀ ਕੈਲਕੂਲੇਸ਼ਨ ਨਹੀਂ ਹੈਗੀ। ਜੇ ਮੈਂ ਇਹ ਸਾਰੀ ਦੀ ਸਾਰੀ ਮਿਟਾ ਦਾਂ ਤਾਂ ਅੱਧੇ ਮਿੰਟ 'ਚ ਜੋ ਮਰਜ਼ੀ ਕੈਲਕੂਲੇਟ ਕਰਵਾ ਲਓ, ਮੈਂ ਸਾਰਾ ਕੁਝ ਫੇਰ ਕੱਢ ਕੇ ਦਿਖਾ ਦੂੰਗਾ। ਸੋ ਇਸ ਕਰਕੇ ਆਪਾਂ ਨੂੰ ਇੱਥੇ ਵੈਲਿਊਜ਼ ਕੱਢਣ ਦੀ ਲੋੜ ਨਹੀਂ, ਅਸੀਂ ਸਿਰਫ ਅੰਦਾਜ਼ਾ ਲਾਉਣਾ ਹੈਗਾ ਤੇ 15 ਜਾਂ 20 ਸਕਿੰਟ ਦੇ ਵਿੱਚ ਕਿ ਹਾਂ ਅਸੀਂ ਕਰ ਸਕਦੇ ਹਾਂ। ਬੱਚੇ ਇਹ ਅਸੀਂ ਕਰਨ ਨਹੀਂ ਬਹਿ ਜਾਣਾ ਹੁੰਦਾ ਪੇਪਰ 'ਚ, ਇਹ ਅਸੀਂ ਕਰਨ ਨਹੀਂ ਬਹਿ ਜਾਣਾ ਹੁੰਦਾ। ਤਾਂ ਹੀ ਜਿਹੜੀ ਗੱਲ ਮੈਂ ਪਿਛਲੇ ਕੁਐਸਚਨ 'ਚ ਵੀ ਸਮਝਾਈ ਸੀ ਕਿ ਅਸੀਂ ਸਿਰਫ ਇਹ ਅੰਦਾਜ਼ਾ ਲਾਉਣਾ ਕਿ ਹਾਂ ਕਰ ਸਕਦੇ ਹਾਂ। ਜਿਵੇਂ ਪਿਛਲੇ ਕੁਐਸਚਨ 'ਚ ਮੈਂ ਸਮਝਾਇਆ ਸੀ ਕਿ ਜੇ ਸਾਨੂੰ ਟੋਟਲ ਦਿੱਤਾ ਹੋਇਆ 24,500, 100% ਦੀ ਵੈਲਿਊ 24,500 ਤਾਂ 1% ਦੀ ਵੈਲਿਊ 245 ਹੋ ਗਈ, ਤਾਂ 22% 22 ਗੁਣਾ 245, 16% 16 ਗੁਣਾ 245। ਅਸੀਂ ਸਿਰਫ ਅੰਦਾਜ਼ਾ ਲਾਇਆ ਕਿ ਹਾਂ ਕਰ ਸਕਦੇ ਹਾਂ। ਅਸੀਂ ਜੇ ਮੋਗੇ ਦਾ ਟੋਟਲ ਕੱਢਣਾ ਤਾਂ 245 ਗੁਣਾ ਕਰਕੇ, ਬਠਿੰਡੇ ਦਾ ਟੋਟਲ ਕੱਢਣਾ ਤਾਂ 16 ਦਾ 245 ਗੁਣਾ ਕਰਕੇ ਕੱਢ ਸਕਦੇ, ਕੱਢਣ ਨਹੀਂ ਬੈਠ ਜਾਣਾ। ਉਹੀ ਗੱਲ ਮੈਂ ਅੱਗੇ ਸਮਝਾ ਰਿਹਾ ਕਿ ਬੱਚੇ ਅਸੀਂ ਸਿਰਫ ਅੰਦਾਜ਼ਾ ਲਾਉਣਾ ਕਿ ਆਹ ਵੈਲਿਊਜ਼ ਕੱਢੀਆਂ ਜਾ ਸਕਦੀਆਂ ਨੇ। ਹਰ ਇੱਕ ਮੁਲਕ ਦਾ ਟੋਟਲ ਦਿੱਤਾ ਤੇ ਟੋਟਲ 'ਚੋਂ 골ਡ ਦਿੱਤਾ ਹੈ, ਸਿਲਵਰ ਤੇ ਬ੍ਰੌਂਜ਼ ਦੀ ਰੇਸ਼ੋ ਦਿੱਤੀ ਹੈ। ਅਸੀਂ ਜੇ ਗਿਣਤੀ 'ਚ ਕੱਢਣਾ ਹੋਵੇ ਤਾਂ ਅਸੀਂ ਕੱਢ ਸਕਦੇ, ਬਸ ਅੰਦਾਜ਼ਾ ਲਾਉਣਾ ਹੈ। ਫਿਰ ਜਿਹੜੇ ਕੁਐਸਚਨ 'ਚ ਜਿਹੜੀ ਵੈਲਿਊ ਕੱਢਣ ਦੀ ਲੋੜ ਪਊਗੀ ਅਸੀਂ ਮੌਕੇ ਤੇ ਕੱਢ ਲਾਂਗੇ। ਤਾਂ ਕੁਐਸਚਨ ਦੇਖਦੇ ਹਾਂ ਬੱਚੇ। ਕੁਐਸਚਨ ਕੀ ਹੈ? ਫਾਈਂਡ ਦਾ ਐਵਰੇਜ। ਬੱਚੇ ਆਪਾਂ ਐਵਰੇਜ ਕੈਲਕੂਲੇਟ ਕਰਨੀ ਹੈ। ਕਾਹਦੀ ਐਵਰੇਜ ਕੈਲਕੂਲੇਟ ਕਰਨੀ ਹੈ? ਆਫ ਨੰਬਰ ਆਫ ਬ੍ਰੌਂਜ਼ ਮੈਡਲਸ ਵਨ ਬਾਏ ਇੰਡੀਆ, ਕੋਰੀਆ ਐਂਡ ਇੰਡੋਨੇਸ਼ੀਆ ਟੇਕਨ ਟੁਗੈਦਰ ਇਨ ਏਸ਼ੀਅਨ ਗੇਮਸ। ਐਗਜ਼ਾਮੀਨਰ ਕਹਿੰਦਾ ਇੰਡੀਆ, ਕੋਰੀਆ ਤੇ ਇੰਡੋਨੇਸ਼ੀਆ ਨੇ ਜਿੰਨੇ ਬ੍ਰੌਂਜ਼ ਮੈਡਲ ਜਿੱਤੇ, ਤਿੰਨਾਂ ਮੁਲਕਾਂ ਦੇ ਬ੍ਰੌਂਜ਼ ਮੈਡਲਸ, ਉਹਨਾਂ ਦੀ ਐਵਰੇਜ ਕੱਢਣੀ ਹੈ। ਤਾਂ ਐਵਰੇਜ ਕੱਢਣ ਦਾ ਮਤਲਬ ਤਿੰਨਾਂ ਦਾ ਟੋਟਲ ਦੇਖੋ ਕਿੰਨਾ ਬਣਦਾ ਬ੍ਰੌਂਜ਼ ਮੈਡਲਸ ਦਾ, ਐਡ ਕਰਕੇ ਡਿਵਾਈਡ ਬਾਈ 3 ਕਰ ਦਿਓ। ਤਾਂ ਇੰਡੀਆ ਦੇ ਬ੍ਰੌਂਜ਼ ਕਿੰਨੇ ਆ? ਇੰਡੀਆ ਦੇ 56 ਚੋਂ 12 ਕੱਢੇ 44 ਰਹਿ ਗਏ, ਇਹ ਦੋਨੇ 72 ਚੋਂ 18 ਕੱਢੇ 54 ਰਹਿ ਗਏ। ਆਪਾਂ ਸਿਰਫ ਆਹੀ 3 ਮੁਲਕ ਯੂਜ਼ ਕਰ ਦਿਆਂਗੇ ਜਿਹੜੇ ਜਿਹੜੇ ਚਾਹੀਦੇ ਆ, ਇੰਡੀਆ, ਕੋਰੀਆ ਤੇ ਚਾਈਨਾ। ਕੋਰੀਆ 96 ਚੋਂ 26 ਕੱਢੇ 70 ਰਹਿ ਗਏ, 80 ਚੋਂ 15 ਕੱਢੇ 65 ਰਹਿ ਗਏ। ਤਾਂ ਬੱਚੇ ਬ੍ਰੌਂਜ਼ ਕਿੰਨੇ ਬਣਨਗੇ? ਆਪਾਂ ਬ੍ਰੌਂਜ਼ ਦੇਖਣੇ 6 5 ਦਾ ਟੋਟਲ 11, 11 ਦੀ ਵੈਲਿਊ 44 ਹੈ ਤਾਂ 4 ਗੁਣਾ 5 ਦੀ ਵੈਲਿਊ 20 ਆ ਜੂਗੀ। ਬ੍ਰੌਂਜ਼ 5 ਹੈ ਨਾ, ਸਿਲਵਰ 6 ਸੀ, ਬ੍ਰੌਂਜ਼ 5 ਹੈ। 5 4 ਦਾ ਟੋਟਲ ਇੱਥੇ ਸੌਰੀ 4 3 ਦਾ ਟੋਟਲ 7, 7 ਦੀ ਵੈਲਿਊ 70 ਹੈ ਤਾਂ 1 ਦੀ ਵੈਲਿਊ 10, 3 ਦੀ ਵੈਲਿਊ 30 ਆ ਗਈ। 8 5 ਦਾ ਟੋਟਲ 13, 13 ਦੀ ਵੈਲਿਊ 65 ਤਾਂ 5 ਗੁਣਾ 5 ਦੀ ਵੈਲਿਊ 25 ਆ ਗਈ। ਤਾਂ ਬੱਚੇ ਤਿੰਨਾਂ ਮੁਲਕਾਂ ਦੇ ਬ੍ਰੌਂਜ਼ ਕਿੰਨੇ ਹੋ ਗਏ? 20 + 30 + 25, ਪਰ ਆਪਾਂ ਐਵਰੇਜ ਕੱਢਣੀ ਹੈ ਤਾਂ ਡਿਵਾਈਡ ਬਾਏ 3। ਤਾਂ 20 30 50 ਤੇ 25 75/3, 75/3 ਆ ਗਈ ਤੁਹਾਡੀ ਐਵਰੇਜ 25 ਬ੍ਰੌਂਜ਼ ਮੈਡਲਸ। ਤਾਂ 25 C ਆਪਸ਼ਨ ਤੁਹਾਡਾ ਆਨਸਰ ਆ ਜਾਊਗਾ। ਤਾਂ ਇਸ ਕੁਐਸਚਨ 'ਚ ਬੱਚੇ, ਇਸ ਕੁਐਸਚਨ 'ਚ ਸਾਨੂੰ ਤਿੰਨਾਂ ਦੀ ਵੈਲਿਊ ਅਲੱਗ-ਅਲੱਗ ਕੱਢਣੀ ਪਈ, ਫਿਰ ਡਿਵਾਈਡ ਬਾਈ 3 ਕੀਤਾ। ਇਹਦੇ ਵਿੱਚ ਕੁਝ ਕਾਮਨ ਨਹੀਂ ਹੈਗਾ ਕਿ ਅਸੀਂ ਰੇਸ਼ੀਓ ਨੂੰ ਹੀ ਐਡ ਕਰ ਲਈਏ। ਪਿਛਲੇ ਪਾਈ ਚਾਰਟ ਵਾਲੇ ਕੁਐਸਚਨ 'ਚ ਤਾਂ ਮੈਂ ਕਿਹਾ ਨਾ ਕਿ ਪਰਸੈਂਟੇਜ ਨੂੰ ਹੀ ਐਡ ਕਰ ਲਓ ਫਿਰ ਐਵਰੇਜ ਕੱਢ ਲਓ, ਕਿਉਂਕਿ ਬੇਸ ਸੇਮ ਹੈ। ਇੱਥੇ ਰੇਸ਼ੀਓ ਦਾ ਕੋਈ ਬੇਸ ਬੂਸ ਨਹੀਂ ਸੇਮ ਹੈਗਾ। ਕਿਸੇ ਦੀ ਰੇਸ਼ੀਓ ਅਲੱਗ ਹੈ, ਉਹਦਾ ਟੋਟਲ ਅਲੱਗ ਹੈ, ਰੇਸ਼ੀਓ ਅਲੱਗ ਹੈ, ਟੋਟਲ ਅਲੱਗ ਹੈ, ਰੇਸ਼ੀਓ ਅਲੱਗ ਹੈ, ਟੋਟਲ ਅਲੱਗ ਹੈ। ਸੋ ਰੇਸ਼ੀਓਜ਼ ਨੂੰ ਨਹੀਂ ਇੱਥੇ ਐਡ ਕਰਨਾ, ਇੱਥੇ ਵੈਲਿਊਜ਼ ਕੱਢਣੀਆਂ ਪੈਣਗੀਆਂ, ਐਡ ਕਰਕੇ ਡਿਵਾਈਡ ਬਾਈ 3 ਹੋਊਗਾ, ਐਵਰੇਜ ਨਿਕਲੂਗੀ, ਆਨਸਰ ਆ ਜਾਊਗਾ 25। ਤਾਂ ਬੱਚੇ ਇਹ ਕੁਐਸਚਨ ਸੀ ਆਪਣਾ। ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, ਟੋਟਲ ਨੰਬਰ ਆਫ ਸਿਲਵਰ ਮੈਡਲਸ ਵਨ ਬਾਈ ਜਾਪਾਨ ਐਂਡ ਚਾਈਨਾ। ਉਹ ਕਹਿੰਦੇ ਜਾਪਾਨ ਤੇ ਚਾਈਨਾ ਦੇ ਸਿਲਵਰ ਮੈਡਲ ਨੇ ਜਿਹੜੇ, is what % more or less than the total number of bronze medals won by Korea and Indonesia। ਤਾਂ ਉਹ ਕਹਿੰਦੇ ਜਾਪਾਨ ਤੇ ਚਾਈਨਾ ਦੇ ਸਿਲਵਰ ਮੈਡਲ ਨੇ ਜਿਹੜੇ, is what % more ਜਾਂ less ਕਾਦੇ? ਕੋਰੀਆ ਤੇ ਇੰਡੋਨੇਸ਼ੀਆ ਦੇ ਬ੍ਰੌਂਜ਼ ਮੈਡਲਸ ਨੇ। ਤਾਂ ਬੱਚੇ ਸਿਲਵਰ ਮੈਡਲ ਆਪਾਂ ਕਾਦੇ ਕਾਦੇ ਦੇਖਣੇ ਆ? ਸਿਲਵਰ ਮੈਡਲ ਆਪਾਂ ਦੇਖਣੇ ਆ ਜਾਪਾਨ ਤੇ ਚਾਈਨਾ ਦੇ, ਬ੍ਰੌਂਜ਼ ਮੈਡਲ ਆਪਾਂ ਦੇਖਣੇ ਆ ਕੋਰੀਆ ਤੇ ਇੰਡੋਨੇਸ਼ੀਆ ਦੇ। इंडोनेशिया में IS लिखता, इंडिया का भुलेखा ना खा लो, इंडोनेशिया IS इस करके लिखता कि IND इंडिया च भी होंगे, इंडोनेशिया च भी होंगे, तो आई दे नाल S लिखता मैं। तो बच्चे जापान ते चाइना दे सिल्वर, जापान का टोटल 72, गोल्ड कड्डो 18 तो 54 रह गया। चाइना टोटल 118 चो 31 कड्डो, 18 कड्ढे 13 होर कड्डो 87 रह गया। कोरिया 96 चो 26 कड्डो 70 रह गया। इंडोनेशिया 80 चो 15 कड्डो 65 रह गया।
ਤਾਂ ਪਹਿਲੇ ਦੋ ਮੁਲਕਾਂ ਦੇ ਆਪਾਂ ਸਿਲਵਰ ਕੱਢਨੇ ਆ, ਅਗਲੇ ਦੋ ਮੁਲਕਾਂ ਦੇ ਆਪਾਂ ਬ੍ਰੌਂਜ਼ ਕੱਢਨੇ ਆ ਤੇ ਫਿਰ ਦੱਸਣਾ ਦਿਸ ਇਹ ਵੈਲਿਊ ਇਜ਼ ਵਟ ਪਰਸੈਂਟ ਮੋਰ ਜਾਂ ਲੈਸ ਦੈਨ ਉਹ ਵੈਲਿਊ। ਤਾਂ ਪਹਿਲਾਂ ਆਪਾਂ ਮੋਰ ਲੈਸ ਦੇਖ ਲਈਏ, ਵੈਲਿਊਜ਼ ਕੱਢ ਲਈਏ। ਤਾਂ ਬੱਚੇ ਦੇਖੋ 5 4 ਦਾ ਟੋਟਲ 9 ਹੈ, ਤਾਂ 9 ਦੀ ਵੈਲਿਊ 54 ਯਾਨੀ ਕਿ 6 ਗੁਣਾ। ਤਾਂ ਇਹਦਾ ਆਪਾਂ ਜਾਪਾਨ ਦਾ ਕੀ ਕੱਢਣਾ, ਸਿਲਵਰ ਕੱਢਣਾ। ਤਾਂ 5 ਦੀ ਵੈਲਿਊ 6 ਗੁਣਾ ਕਰਕੇ 30, 2 ਦੀ ਵੈਲਿਊ 2 ਤੇ 1 ਦਾ ਟੋਟਲ 3, 3 ਦੀ ਵੈਲਿਊ 87 ਹੈ ਤਾਂ 29 ਗੁਣਾ 2 ਦੀ ਵੈਲਿਊ 58। ਤਾਂ 30 ਤੇ 58 ਬਣ ਗਿਆ 88। ਦੂਜੇ ਪਾਸੇ ਆਪਾਂ ਸਿਲਵਰ ਕੱਢਣਾ, 7 ਦੀ ਵੈਲਿਊ 70 ਹੈ ਤਾਂ 1 ਦੀ ਵੈਲਿਊ 10, 3 ਦੀ ਵੈਲਿਊ 30। ਪਿਛਲੇ ਕੁਐਸਚਨ 'ਚ ਕੱਢੀ ਬੈਠਿਆ। 8 5 13, 13 ਦੀ ਵੈਲਿਊ 65 ਹੈ ਤਾਂ 5 ਗੁਣਾ 5 ਦੀ ਵੈਲਿਊ 25। ਬ੍ਰੌਂਜ਼ ਕੋਰੀਆ ਤੇ ਇੰਡੋਨੇਸ਼ੀਆ ਦਾ ਬ੍ਰੌਂਜ਼ ਬਣ ਗਿਆ 30 ਤੇ 25 55। ਤਾਂ ਐਗਜ਼ਾਮੀਨਰ ਕਹਿੰਦਾ ਦਿਸ ਇਜ਼ ਵਟ ਪਰਸੈਂਟ ਮੋਰ ਔਰ ਲੈਸ ਦੈਨ ਦਿਸ। ਤਾਂ 88 ਹੈ ਜਿਹੜਾ 55 ਤੋਂ ਕਿੰਨੇ ਪਰਸੈਂਟ ਮੋਰ ਔਰ ਲੈਸ ਹੈ, ਪਰਸੈਂਟੇਜ ਨੂੰ ਗੋਲੀ ਮਾਰੋ, ਵੈਸੇ ਦੱਸੋ ਕਿੰਨਾ ਮੋਰ ਔਰ ਲੈਸ ਹੈ। ਤਾਂ 33 ਮੋਰ ਹੈ। 33 ਮੋਰ ਕਿਹਦੇ ਤੋਂ ਦੇਖਣਾ, 55 ਤੋਂ ਦੇਖਣਾ। ਤਾਂ 55 ਨੂੰ ਥੱਲੇ ਰੱਖ ਕੇ ਪਰਸੈਂਟੇਜ ਕੱਢ ਲਓ, ਮਲਟੀਪਲਾਈ 100। 33/55 ਆ ਗਿਆ ਬੱਚੇ 3/5। 3/5 ਮਲਟੀਪਲਾਈ 100 ਕਰਨ ਦੀ ਜਮਾ ਲੋੜ ਨਹੀਂ, ਸਾਨੂੰ ਪਰਸੈਂਟ ਵੈਲਿਊ ਯਾਦ ਹੈ ਕਿ 60% ਹੁੰਦਾ। ਤਾਂ 3/5 ਦੀ ਵੈਲਿਊ ਬੱਚੇ ਡੀ ਆਪਸ਼ਨ ਆ ਜਾਊਗਾ ਤੁਹਾਡਾ 60%। ਤਾਂ ਇਹ ਆਪਣਾ ਬੱਚੇ ਕੁਐਸਚਨ ਹੈ ਡੀਆਈ ਦਾ ਅਗਲਾ। ਤਾਂ ਕੈਲਕੂਲੇਸ਼ਨਸ ਕਿਵੇਂ ਹੋ ਰਹੀਆਂ ਨੇ, ਮੈਂ ਬੇਸਿਕਲੀ ਉਹ ਸਮਝਾ ਰਿਹਾ ਕਿ ਐਗਜ਼ਾਮੀਨਰ ਟੇਬਲ ਦੇ ਵਿੱਚ ਕੀ ਗਿਵਨ ਦੇ ਸਕਦਾ, ਕੀ ਪੁੱਛ ਸਕਦਾ, ਕਿਵੇਂ ਕੈਲਕੂਲੇਟ ਕਰਨਾ, ਰੇਸ਼ੀਓ ਨੂੰ ਤੋੜਨਾ, ਪਰਸੈਂਟੇਜ ਨੂੰ ਡਿਸਟਰੀਬਿਊਟ ਕਰਨਾ, ਤੋੜਨਾ, ਉਹ ਆਪਾਂ ਦੇਖ ਰਹੇ ਹਾਂ ਕੱਲੇ ਕੁਐਸਚਨ 'ਚ। ਜਿਹੇ ਜਿਹੇ ਐਗਜ਼ਾਮੀਨਰ ਵੈਲਿਊਜ਼ ਯੂਜ਼ ਕਰਵਾ ਰਿਹਾ, ਜਿਹੇ ਜਿਹੇ ਗੱਲਾਂ ਪੁੱਛ ਰਿਹਾ, ਉਹੋ ਜਿਹੇ ਆਪਾਂ ਕੈਲਕੂਲੇਸ਼ਨਸ ਕਰਦੇ ਜਾਂਦੇ ਆ। ਅਗਲਾ ਕੁਐਸਚਨ ਦੇਖੋ ਬੱਚੇ, ਫਾਈਂਡ ਦਾ ਰੇਸ਼ੀਓ ਆਫ, ਰੇਸ਼ੀਓ ਕੱਢਣੀ ਆ ਕਾਦੀ, ਸਿਲਵਰ ਮੈਡਲਸ ਵਨ ਬਾਈ ਇੰਡੀਆ ਟੂ ਦਾ ਨੰਬਰ ਆਫ ਬ੍ਰੌਂਜ਼ ਮੈਡਲਸ ਵਨ ਬਾਈ ਜਾਪਾਨ। ਤਾਂ ਇੰਡੀਆ ਦੇ ਸਿਲਵਰ ਤੇ ਜਾਪਾਨ ਦੇ ਬ੍ਰੌਂਜ਼ ਦੀ ਰੇਸ਼ੋ ਕੱਢਣੀ ਆ। ਤਾਂ ਬੱਚੇ ਇੰਡੀਆ ਦੇ ਸਿਲਵਰ ਕਿੰਨੇ ਸੀ, ਇੰਡੀਆ ਦਾ ਟੋਟਲ ਇੱਥੇ ਰਹਿ ਗਿਆ 44, 6 ਤੇ 5 ਦਾ ਟੋਟਲ 11, 11 ਦੀ ਵੈਲਿਊ 44, 4 ਗੁਣਾ ਤਾਂ ਇੰਡੀਆ ਦੇ ਸਿਲਵਰ ਆ ਗਏ 24। ਤਾਂ ਇਹ ਆ ਗਈ ਵੈਲਿਊ 24, ਰੇਸ਼ੋ ਕੱਢਣੀ ਆ। ਜਾਪਾਨ ਦੇ ਬ੍ਰੌਂਜ਼, ਜਾਪਾਨ ਦਾ ਟੋਟਲ 72 ਚੋਂ 18 ਗਏ 54, 5 4 ਦਾ ਟੋਟਲ 9, 9 ਦੀ ਵੈਲਿਊ 54, 6 ਗੁਣਾ ਇੱਥੇ ਬ੍ਰੌਂਜ਼ ਕੱਢਣਾ ਤਾਂ 4 ਦੀ ਵੈਲਿਊ ਵੀ 24, ਇਹ 24 ਤੇ 24 ਆ ਗਿਆ, 24 ਤੇ 24 ਮਤਲਬ 1:1। ਤਾਂ ਬੱਚੇ ਦੋਨੇ ਪਾਸੇ ਸੇਮ ਨੰਬਰ ਆਫ ਮੈਡਲਸ ਨੇ, ਤਾਂ ਰੇਸ਼ੋ ਵਿਲ ਕਮ ਆਊਟ ਟੂ ਬੀ ਫਸਟ ਆਪਸ਼ਨ ਹੈਗਾ ਆਪਣੇ ਕੋਲ 1:1। ਤਾਂ ਕਲੀਅਰ ਹੋ ਗਿਆ ਬੱਚੇ, ਐਗਜ਼ਾਮੀਨਰ ਕਿਹੋ ਜਿਹੀ ਇਨਫੋਰਮੇਸ਼ਨ ਦੇ ਰਿਹਾ ਉਹਦੇ ਤੇ ਦਿਮਾਗ ਲਾਓ, ਪੁੱਛ ਤਾਂ ਜੋ ਮਰਜ਼ੀ ਸਕਦਾ ਐਗਜ਼ਾਮੀਨਰ ਸਾਡੇ ਤੋਂ, ਉਹਦਾ ਕੋਈ ਮਸਲਾ ਨਹੀਂ ਹੈਗਾ। ਐਗਜ਼ਾਮੀਨਰ ਜੋ ਵੀ ਪੁੱਛੂਗਾ ਅਸੀਂ ਕੈਲਕੂਲੇਟ ਕਰ ਲਾਂਗੇ, ਪਰ ਅਸੀਂ ਕੈਲਕੂਲੇਟ ਕਰਨਾ ਕਿਵੇਂ ਹੈ, ਉਹ ਵੈਲਿਊਜ਼ ਨੂੰ ਡੀਕੋਡ ਕਿਵੇਂ ਕਰਨਾ, ਟੇਬਲ ਨੂੰ ਸਮਝਣਾ, ਟੇਬਲ ਦੇ ਵਿੱਚ ਜਿਹੜੀ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਉਹਦਾ ਐਨਾਲਿਸਿਸ ਕਰਨਾ, ਜੇ ਕੁਝ ਕੈਲਕੂਲੇਟ ਕਰਨ ਦੀ ਲੋੜ ਪੈ ਰਹੀ ਹੈ ਉਹ ਦੇਖਣਾ। ਇੱਥੇ ਮੈਂ ਹਰ ਇੱਕ ਕੁਐਸਚਨ 'ਚ ਇਸ ਕਰਕੇ ਕੈਲਕੂਲੇਟ ਕਰਵਾ ਰਿਹਾ ਤਾਂ ਕਿ ਪੇਪਰ ਦੇ ਵਿੱਚ ਮਤਲਬ ਸਾਡੀ ਕੈਲਕੂਲੇਸ਼ਨ ਦੀ ਪ੍ਰੈਕਟਿਸ ਹੋਵੇ। ਪੇਪਰ ਦੇ ਵਿੱਚ ਐਡੀ ਲੋੜ ਨਹੀਂ, ਪੇਪਰ ਦੇ ਵਿੱਚ ਤਾਂ ਤੁਹਾਡੇ ਕੋਲ ਇੱਕੋ ਹੀ ਫਿਗਰ ਹੈ ਨਾ, ਇੱਥੇ ਤਾਂ ਮੈਂ ਹਰ ਇੱਕ ਸਲਾਈਡ ਤੇ ਸਵਾਲ ਦੇ ਨਾਲ ਨਵੀਂ ਫਿਗਰ ਲਿਆਉਣਾਗਾ। ਤਾਂ ਪੇਪਰ 'ਚ ਇੱਕੋ ਫਿਗਰ 'ਚ ਤੁਸੀਂ ਜੋ ਕੈਲਕੂਲੇਟ ਕਰ ਲਿਆ ਉਹ ਦੁਬਾਰਾ ਫਿਰ ਕੈਲਕੂਲੇਟ ਕਰਨ ਦੀ ਲੋੜ ਨਹੀਂ ਹੈਗੀ। ਜੇ ਇੰਡੀਆ ਦੇ ਸਿਲਵਰ ਮੈਡਲ ਤੁਸੀਂ ਕਿਸੇ ਕੁਐਸਚਨ 'ਚ ਆਲਰੇਡੀ ਕੱਢ ਚੁੱਕੇ ਹੋ ਤਾਂ ਇਸ ਕੁਐਸਚਨ 'ਚ ਇੰਡੀਆ ਦੇ ਸਿਲਵਰ ਦੁਬਾਰਾ ਕੱਢਣ ਦੀ ਲੋੜ ਨਹੀਂ ਪੈਣੀ, ਸਾਨੂੰ ਦਿਖ ਜੂਗਾ ਕਿ 24 ਨੇ, ਸਾਨੂੰ ਜਾਪਾਨ ਦੇ ਬ੍ਰੌਂਜ਼ ਦਿਖ ਜਾਣਗੇ 24 ਨੇ ਜੇ ਅੱਗੇ ਕਿਤੇ ਲੋੜ ਪੈਂਦੀ ਆ। ਸੋ ਇਸ ਕਰਕੇ ਪੇਪਰ ਦੇ ਵਿੱਚ ਤੁਹਾਡਾ ਇਹ ਤੋਂ ਜ਼ਿਆਦਾ ਫਾਇਦਾ ਹੋਊਗਾ। ਇੱਥੇ ਆਪਾਂ ਹਰ ਇੱਕ ਕੁਐਸਚਨ 'ਚ ਦੁਬਾਰਾ ਕੈਲਕੂਲੇਸ਼ਨ ਇਸ ਕਰਕੇ ਕਰ ਰਹੇ ਹਾਂ ਕਿ ਦੁਬਾਰਾ ਉਹੀ ਚੀਜ਼ਾਂ ਕਰਦੇ ਜਾਵਾਂਗੇ, ਦਿਮਾਗ 'ਚ ਪੱਕੀਆਂ ਬਹਿ ਜਾਣ ਕਿ ਐਗਜ਼ਾਮੀਨਰ ਕੀ ਗਿਵਨ ਦੇ ਰਿਹਾ, ਕਿਵੇਂ ਜੇ ਪੇਸ਼ ਕਰ ਰਿਹਾ ਗੱਲਬਾਤ ਸਾਰੀ, ਅਸੀਂ ਉਹਦਾ ਐਨਾਲਿਸਿਸ ਕਿਵੇਂ ਕਰਨਾ। ਅੱਗੇ ਦੇਖੋ ਬੱਚੇ, ਆਖਰੀ ਕੁਐਸਚਨ ਹੈ ਮੇਰੇ ਖਿਆਲ 'ਚ, ਨਹੀਂ 2 ਕੁਐਸਚਨ ਨੇ। ਅਗਲਾ ਕੁਐਸਚਨ ਹੈ ਫਾਈਂਡ ਦਾ ਰੇਸ਼ੀਓ ਆਫ, ਇੱਥੇ ਵੀ ਰੇਸ਼ੀਓ ਕੱਢਣੀ ਆ ਕਾਦੀ, ਨੰਬਰ ਆਫ 골ਡ ਮੈਡਲਸ ਵਨ ਬਾਈ ਇੰਡੀਆ, ਜਾਪਾਨ ਐਂਡ ਇੰਡੋਨੇਸ਼ੀਆ। ਇੰਡੀਆ, ਜਾਪਾਨ, ਇੰਡੋਨੇਸ਼ੀਆ ਦੇ 골ਡ ਮੈਡਲਸ ਦੀ ਰੇਸ਼ੀਓ ਕੱਢਣੀ ਹੈ ਕਿਹਦੇ ਨਾਲ, ਟੂ ਦਾ ਨੰਬਰ ਆਫ ਬ੍ਰੌਂਜ਼ ਮੈਡਲਸ ਵਨ ਬਾਈ ਜਾਪਾਨ ਐਂਡ ਕੋਰੀਆ ਟੁਗੇਦਰ। ਉਹ ਕਹਿੰਦੇ 골ਡ ਮੈਡਲ ਵਨ ਬਾਈ ਇੰਡੀਆ, ਜਾਪਾਨ ਤੇ ਤੀਜਾ ਇੰਡੋਨੇਸ਼ੀਆ, ਉਹਦੀ ਆਪਾਂ ਰੇਸ਼ੀਓ ਕੱਢਣੀ ਹੈ ਕਿਹਦੇ ਨਾਲ, ਬ੍ਰੌਂਜ਼ ਮੈਡਲਸ ਵਨ ਬਾਏ ਜਾਪਾਨ ਐਂਡ ਕੋਰੀਆ। ਤਾਂ ਜਾਪਾਨ ਤਾਂ ਦੋਨੇ ਪਾਸੇ ਹੀ ਆ ਗਿਆ। ਤਾਂ ਇੰਡੀਆ, ਜਾਪਾਨ, ਇੰਡੋਨੇਸ਼ੀਆ ਦੇ 골ਡ, ਇੰਡੀਆ, ਜਾਪਾਨ ਤੇ ਇੰਡੋਨੇਸ਼ੀਆ ਦੇ 골ਡ, 7 5 12, 12 8 20, 208 ਹੋ ਗਿਆ, 208 ਹੋ ਗਿਆ। 208 ਕਿਹਦੇ ਟੇਬਲ 'ਚ ਜਾਂਦਾ, 208 3 ਦੇ ਟੇਬਲ 'ਚ ਨਹੀਂ ਜਾਂਦਾ, ਗਲਤ ਹੈ। 208 5 ਦੇ ਟੇਬਲ 'ਚ ਨਹੀਂ ਜਾਂਦਾ, ਗਲਤ ਹੈ। 4 ਤੇ 2 ਹੋ ਸਕਦਾ, 4 ਤੇ 2 ਹੋ ਸਕਦਾ। ਉਧਰ ਆਪਾਂ ਬ੍ਰੌਂਜ਼ ਦੀ ਵੈਲਿਊ ਕੱਢਾਂਗੇ, ਬ੍ਰੌਂਜ਼ ਦੀ ਵੈਲਿਊ ਜੇ 5 ਦਾ ਮਲਟੀਪਲ ਹੋਈ ਤਾਂ 5 ਵਾਲਾ ਆਨਸਰ ਆਜੂ 4:5, ਜੇ ਉਹ 3 ਦੀ ਵੈਲਿਊ ਹੋਈ 3 ਦਾ ਮਲਟੀਪਲ ਹੋਇਆ ਤਾਂ 3 ਆਜੂ 2:3, ਜੇ ਉਹ 3 ਤੇ 5 ਦੋਨਾਂ ਦਾ ਮਲਟੀਪਲ ਹੋਇਆ ਫਿਰ ਆਪਾਂ ਨੂੰ ਕੈਲਕੂਲੇਟ ਕਰਨਾ ਪਊਗਾ। ਤਾਂ ਜਾਪਾਨ ਤੇ ਕੋਰੀਆ ਦੇ ਬ੍ਰੌਂਜ਼, ਜਾਪਾਨ ਦੇ ਬ੍ਰੌਂਜ਼ ਦੇਖੋ ਜੀ ਕਿੰਨੇ ਆ। ਜਾਪਾਨ ਦਾ ਬਚ ਗਿਆ ਸੀ 54, 9 ਦੀ ਵੈਲਿਊ 54, 6 ਗੁਣਾ ਤਾਂ 4 ਦਾ 24,
ਕੋਰੀਆ ਦੇ ਬ੍ਰੌਂਜ਼ 96 ਚ 26 ਗਏ 70, 3 ਦੀ ਵੈਲਿਊ 30, ਤਾਂ 24 ਤੇ 30 ਆ ਗਿਆ 54, 24 ਤੇ 30 54 ਆ ਗਿਆ। ਸੌਰੀ ਆ ਟੋਟਲ ਗਲਤ ਲੈ ਗਏ ਬਈ ਆਪਾਂ ਟੋਟਲ ਮੈਡਲਸ ਲੈ ਗਏ, ਆਪਾਂ 골ਡ ਲੈਣਾ ਸੀਗਾ, ਇੱਥੇ ਗਲਤੀ ਹੋ ਗਈ। ਇੰਡੀਆ, ਜਾਪਾਨ, ਇੰਡੋਨੇਸ਼ੀਆ, ਜਿਹੜੇ ਸਟੂਡੈਂਟਸ ਦੇਖ ਰਹੇ ਨੇ ਬੱਚੇ, ਆ ਜਿਹੜੀ ਮੈਂ ਇੰਡੀਆ, ਜਾਪਾਨ, ਇੰਡੋਨੇਸ਼ੀਆ ਦੀ ਵੈਲਿਊ ਲਿਖਤੀ, ਇਹ ਮੈਂ ਇਹਨਾਂ ਦੇ ਟੋਟਲ ਮੈਡਲ ਲਿਖਤੇ ਜੋ ਕਿ ਆਪਾਂ 골ਡ ਲਿਖਨੇ ਸੀਗੇ। ਮੈਂ ਜਦੋਂ ਕਮੈਂਟ ਸੈਕਸ਼ਨ ਪੜੂੰਗਾ ਤਾਂ ਮੈਂ ਦੇਖ ਲੂੰਗਾ ਕਿੰਨੇ ਬੱਚਿਆਂ ਨੇ ਮੇਰੇ ਸਹੀ ਕਰਨ ਤੋਂ ਪਹਿਲਾਂ ਗਲਤੀ ਕੱਢਤੀ। ਤਾਂ ਇੰਡੀਆ, ਜਾਪਾਨ ਦੇ 골ਡ ਨਾਲ ਇੰਡੋਨੇਸ਼ੀਆ ਦੇ 골ਡ 18, 15, 33 ਤੇ 12 45, ਤਾਂ 45 ਹੈ। ਤਾਂ ਆ ਜਿਹੜਾ ਆਪਾਂ ਆਪਸ਼ਨ ਦਾ ਤੁੱਕਾ ਮਾਰ ਰਹੇ ਸੀਗੇ ਉਹ ਨਹੀਂ ਹੈਗਾ ਠੀਕ ਆਪਣਾ। ਮੈਂ ਜਿਹੜਾ ਆਪਸ਼ਨਾਂ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬੱਚਿਓ, ਜਿਹੜੀ ਮੈਂ ਗਲਤ ਵੈਲਿਊਜ਼ ਲੈ ਲਈਆਂ ਸੀ ਜਿਹੜੀਆਂ, ਉਹਨਾਂ ਦੇ ਹਿਸਾਬ ਨਾਲ ਕਰਨ ਲੱਗ ਗਿਆ ਸੀ, ਤਾਂ ਉਧਰ ਧਿਆਨ ਨਾ ਦਿਓ। 45 ਤੇ 54 ਸਭ ਨੂੰ ਪਤਾ 9 ਦੇ ਟੇਬਲ 'ਚ ਕੱਟਿਆ ਜਾਊਗਾ, 5 ਇੱਥੇ ਆ ਜਾਊਗਾ, 6 ਇੱਥੇ ਆ ਜਾਊਗਾ, ਤਾਂ ਆਨਸਰ ਵਿਲ ਬੀ 5:6। ਮੈਂ ਆਪਸ਼ਨਸ ਐਲੀਮੀਨੇਟ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਸੀ ਉਹ ਬੇਸਿਕਲੀ ਜਦੋਂ ਮੈਂ ਗਲਤ ਵੈਲਿਊਜ਼ ਪਿਕ ਕਰਦੇ ਸੀ ਉਹਦੇ ਹਿਸਾਬ ਨਾਲ ਕਰਨ ਲੱਗ ਗਿਆ ਸੀ। ਅਗਲਾ ਕੁਐਸਚਨ ਬੱਚੇ ਦੇ ਵਿੱਚ ਫਾਈਂਡ ਦਾ ਡਿਫਰੈਂਸ ਬਿਟਵੀਨ, ਆਪਾਂ ਡਿਫਰੈਂਸ ਦੇਖਣਾ ਕਿਹਦਾ, ਨੰਬਰ ਆਫ ਸਿਲਵਰ ਮੈਡਲਸ ਵਨ ਬਾਈ ਕੋਰੀਆ, ਕੋਰੀਆ ਦੇ ਸਿਲਵਰ, ਤੇ ਉਹਦਾ ਡਿਫਰੈਂਸ ਕਿਹਦੇ ਨਾਲ ਦੇਖਣਾ, ਬ੍ਰੌਂਜ਼ ਮੈਡਲਸ ਵਨ ਬਾਈ ਜਾਪਾਨ। ਕੋਰੀਆ ਦੇ ਸਿਲਵਰ ਤੇ ਜਾਪਾਨ ਦੇ ਬ੍ਰੌਂਜ਼ ਮੈਡਲਸ ਦਾ ਡਿਫਰੈਂਸ ਦੇਖਣਾ। ਤਾਂ ਬੱਚੇ ਕੋਰੀਆ ਦੇ ਸਿਲਵਰ ਆਪਾਂ ਪਿੱਛੇ ਕੱਢੇ ਹੋਏ ਸੀਗੇ 40, ਜਾਪਾਨ ਦੇ ਬ੍ਰੌਂਜ਼ ਵੀ ਆਪਾਂ ਕੱਢੇ ਹੋਏ ਸੀਗੇ ਮੇਰੇ ਖਿਆਲ 'ਚ 24, ਤਾਂ 40 ਤੇ 24 ਦਾ ਡਿਫਰੈਂਸ 16। ਤਾਂ ਬੱਚੇ ਇੱਧਰ ਆ ਗਿਆ ਵੈਲਿਊ 40, ਇੱਧਰ ਆ ਗਈ ਵੈਲਿਊ 24, ਸੌਰੀ 16 ਨਹੀਂ, ਇੱਧਰ ਆ ਗਈ ਵੈਲਿਊ 24, ਤਾਂ ਤੁਹਾਡਾ ਡਿਫਰੈਂਸ ਵਿਲ ਬੀ 16। ਤਾਂ ਇਸ ਕੁਐਸਚਨ ਦਾ ਤੁਹਾਡਾ ਆਨਸਰ ਆ ਜਾਊਗਾ 16। ਤਾਂ ਇਹ ਬੱਚੇ ਅੱਜ ਦਾ ਆਪਣਾ ਦੂਜਾ ਕੁਐਸਚਨ ਸੀ। ਆ ਆਪਣਾ ਤੀਜਾ ਕੁਐਸਚਨ ਹੈ, ਇਹ ਤੁਹਾਡਾ ਹੋਮਵਰਕ ਹੈ। ਹੋਮਵਰਕ ਵਾਲਾ ਕੁਐਸਚਨ ਵੈਸੇ ਤਾਂ ਸਕਸੈਸ ਟਰੀ ਦੇ ਟੈਲੀਗ੍ਰਾਮ ਚੈਨਲ ਤੇ ਮੈਂ ਪਾਉਂਗਾ। ਜਿਹੜੀ ਆਪਾਂ ਇਹ ਅੱਜ ਦੀ ਫਾਈਲ ਕਰ ਲਈ, ਇਹ ਸਾਰੀ ਦੀ ਸਾਰੀ PDF ਕਨਵਰਟ ਕਰਕੇ ਟੈਲੀਗ੍ਰਾਮ ਚੈਨਲ ਤੇ ਮਿਲ ਜੂਗੀ। ਸਕਸੈਸ ਟਰੀ ਦੇ ਨਾਮ ਤੇ ਟੈਲੀਗ੍ਰਾਮ ਚੈਨਲ ਹੈ। ਇਹਦੇ ਨਾਲ ਜਿਹੜਾ ਪਿਛਲਾ ਇੱਕ ਕੁਐਸਚਨ ਹੁਣ ਸ਼ੁਰੂ ਹੋਇਆ ਸੀਗਾ, ਜਿਹੜਾ ਮੈਂ ਕਹਿ ਰਿਹਾ ਕਿ ਹੋਮਵਰਕ ਹੈ ਤੁਹਾਡਾ, ਤਾਂ ਹੋਮਵਰਕ ਵਾਲਾ ਕੁਐਸਚਨ ਟੈਲੀਗ੍ਰਾਮ ਚੈਨਲ ਤੇ PDF ਦੇ ਵਿੱਚ ਤਾਂ ਮਿਲ ਜੂਗਾ, ਪਰ ਮੈਂ ਇੱਥੇ ਵੀ ਸਾਰੇ ਬੱਚਿਆਂ ਨੂੰ ਦਿਖਾ ਰਿਹਾ, ਜਿਹੜੇ ਬੱਚੇ ਜਦੋਂ ਵੀ ਇਹ ਵੀਡੀਓ ਨੂੰ ਦੇਖਣਗੇ ਤਾਂ ਉਹ ਆਪਣੇ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਵੀ ਆਨਸਰ ਕਰ ਸਕਣ ਉਹਦੇ ਲਈ। ਤਾਂ ਬੱਚੇ ਆਪਣਾ ਕੁਐਸਚਨ ਕੀ ਹੈ, ਕੁਐਸਚਨ ਧਿਆਨ ਨਾਲ ਦੇਖੋ। ਕੁਐਸਚਨ ਹੈ ਦਾ ਟੇਬਲ ਬਿਲੋ ਸ਼ੋਜ਼ ਦਾ ਸੇਲਸ ਕਰੋੜਾਂ ਦੇ ਵਿੱਚ ਆਫ ਡਿਫਰੈਂਟ ਕੰਪਨੀਜ਼ ਐਂਡ ਆਲ ਦਾ ਕੰਪਨੀਜ਼ ਸਟਾਰਟਡ ਇਨ ਦਾ ਈਅਰ 2010। ਐਗਜ਼ਾਮੀਨਰ ਕਹਿੰਦਾ 5 ਕੰਪਨੀਜ਼ ਨੇ A, B, C, D ਤੇ E। ਇਹਨਾਂ 5 ਕੰਪਨੀਜ਼ ਦੀ 2010 ਤੋਂ ਸ਼ੁਰੂ ਹੋ ਕੇ ਸੇਲ ਦੱਸੀ ਹੋਈ ਹੈ। ਉਹ ਸੇਲ ਹੈ ਰੁਪੀਜ਼ ਦੇ ਵਿੱਚ, ਤੇ ਉਹ ਰੁਪੀਜ਼ ਕੀ ਹੈ, ਕਰੋੜਾਂ ਦੇ ਵਿੱਚ ਨੇਗੇ। ਤਾਂ A ਕੰਪਨੀ ਦੀ ਗੱਲ ਕਰਦੇ ਆ, ਸਾਨੂੰ ਕੀ ਦਿੱਤਾ, A ਕੰਪਨੀ ਦੀਆਂ ਸੇਲਸ 2010 ਤੋਂ ਸ਼ੁਰੂ ਹੋ ਕੇ, ਤਾਂ 2010 ਦੇ ਵਿੱਚ ਤਾਂ 10 ਦੇ ਵਿੱਚ ਤਾਂ ਉਹਦੀਆਂ ਸੇਲਸ 96 ਨੇ। 2010 ਤੋਂ ਅਗਲਾ ਸਾਲ ਕਿਹੜਾ ਹੋਣਾ ਸੀ, 2011। ਤਾਂ 2011 ਦੀਆਂ ਸੇਲਸ ਨਹੀਂ ਦਿੱਤੀਆਂ, 2010 ਪਲੱਸ 11 ਦੀਆਂ ਸੇਲਸ ਦਿੱਤੀਆਂ ਬੱਚੇ 170। ਤਾਂ 96 ਜਿਹੜੀ ਵੈਲਿਊ ਆ ਉਹ ਤਾਂ ਕੱਲਾ ਪਹਿਲਾ ਸਾਲ ਹੈ। B ਕੰਪਨੀ ਦਾ ਪਹਿਲਾ ਸਾਲ, C ਦਾ ਵੀ ਪਹਿਲਾ, D ਦਾ ਵੀ, E ਦਾ ਵੀ, ਸਾਰੀਆਂ ਕੰਪਨੀਆਂ ਦਾ ਪਹਿਲਾ ਸਾਲ 2010 ਦੀਆਂ ਸੇਲਸ ਦਿੱਤੀਆਂ ਬੱਚੇ ਸਾਨੂੰ 96, B ਦੀਆਂ 78, C ਦੀਆਂ 62, D ਦੀਆਂ 76, E ਦੀਆਂ 112। ਦੂਜੇ ਕਾਲਮ ਦੇ ਵਿੱਚ ਅਗਲੇ ਸਾਲ ਦੀਆਂ ਸੇਲਸ ਨਹੀਂ ਦਿੱਤੀਆਂ, 2010 ਪਲੱਸ 11 ਦੀਆਂ ਕੰਬਾਈਨਡ ਸੇਲਸ ਦਿੱਤੀਆਂ। ਤਾਂ 2010 ਦੀਆਂ ਜੇ 96 ਨੇ, 170 ਦਾ ਮਤਲਬ ਕਿ ਕੱਲੇ 2011 ਦੀਆਂ ਕਿੰਨੀਆਂ ਹੋਣਗੀਆਂ, 170 ਚੋਂ 2010 ਦੀਆਂ 96 ਮਾਈਨਸ ਕਰ ਦਿਓ, ਆਨਸਰ ਆ ਜਾਊਗਾ ਤੁਹਾਡਾ 74। ਤਾਂ ਆ 74 ਬੱਚੇ ਤੁਹਾਡੀਆਂ ਕੱਲੇ 2011 ਦੀਆਂ ਸੇਲਸ ਆ ਜਾਣਗੀਆਂ। ਡਾਟਾ ਕੀ ਗਿਵਨ ਹੈ, ਕਿਹੜੀ ਫਾਰਮ 'ਚ ਗਿਵਨ ਹੈ, ਇਹ ਸਮਝ ਆ ਗਿਆ। ਜੇ B ਕੰਪਨੀ ਦਾ ਦੇਖਣਾ ਹੈ, 2010 ਦੇ ਵਿੱਚ ਤਾਂ 78 ਸੇਲਸ ਸੀ, 2011 'ਚ 2010 ਤੇ 11 ਦੀਆਂ ਮਿਲਾ ਕੇ 142 ਹੋ ਗਈਆਂ। ਤਾਂ ਕੱਲੇ 2011 ਦੀਆਂ ਕਿੰਨੀਆਂ ਹੋਣਗੀਆਂ, 142 ਚੋਂ 78 ਮਾਈਨਸ ਕਰ ਦਿਓ ਬੱਚੇ 64। ਉਸੇ ਤਰ੍ਹਾਂ C ਕੰਪਨੀ ਦੀ 2010 ਚ 62 ਸੇਲਸ ਸੀ, 62 ਕਰੋੜ ਦੀ ਸੇਲ ਸੀ, ਪਰ 2011 ਦੀ ਮਿਲਾ ਕੇ 134 ਹੋ ਗਈ। ਆ 2010 ਪਲੱਸ 11 ਦੀ 134। ਤਾਂ ਜੇ ਅਸੀਂ ਕੱਲਾ 2011 ਕੱਢਣਾ ਹੈ ਤਾਂ ਇਹਦੇ ਵਿੱਚੋਂ 2010 ਮਾਈਨਸ ਕਰ ਦਿਓ, ਕੱਲਾ 2011 ਆ ਜਾਊ। ਤਾਂ 170 ਚੋਂ 96 ਕੱਢਿਆ, 142 ਚੋਂ 78 ਕੱਢਿਆ, ਉਵੇਂ 134 ਚੋਂ 62 ਕੱਢ ਦਾਂਗੇ, ਇਹ ਆ ਜੂ 72। 150 ਚੋਂ 76 ਕੱਢ ਦਾਂਗੇ, ਆ ਜੂ 74। ਇਹ ਕੱਲੇ 2011 ਦੀਆਂ ਸੇਲਸ ਆ ਰਹੀਆਂ ਨੇ ਬੱਚੇ ਹੁਣ ਤੁਹਾਡੀਆਂ। 188 ਚੋਂ 112 ਕੱਢ ਦਾਂਗੇ, 76। ਤਾਂ ਇਹ ਬੱਚੇ 2011 ਦੀਆਂ ਆ ਗਈਆਂ। ਫਿਰ ਤੀਜੇ ਸਾਲ 'ਚ 2010, 2011, 2012 ਦੀਆਂ ਮਿਲਾ ਕੇ ਦਿੱਤੀਆਂ ਹੋਈਆਂ ਨੇ, ਤਿੰਨਾਂ ਸਾਲਾਂ ਦੀਆਂ ਮਿਲਾ ਕੇ ਦਿੱਤੀਆਂ ਨੇ। ਤਾਂ ਬੱਚੇ ਜੇ ਤੁਸੀਂ ਇਕੱਲੇ 2012 ਦੀਆਂ ਕੱਢਣੀਆਂ ਨੇ ਤਾਂ ਕੀ ਕਰੋਗੇ,
ਤਾਂ 2012 ਦੀਆਂ ਕੱਢਣ ਦੇ ਲਈ 2010 ਦੀਆਂ ਤੇ 2011 ਦੀਆਂ ਨਾ ਮਾਈਨਸ ਕਰਨ ਲੱਗ ਜਿਓ। ਆਹ ਵੈਲਿਊ ਸਾਨੂੰ 2010 ਤੇ 11 ਦੀ ਕੰਬਾਈਨਡ ਦਿੱਤੀ ਹੋਈ ਆ, ਤਾਂ 228 ਦੇ ਵਿੱਚੋਂ 170 ਮਾਈਨਸ ਕਰੋ ਤਾਂ ਕੱਲਾ 2012 ਆ ਜਾਊਗਾ ਤੁਹਾਡੇ ਕੋਲ। ਤਾਂ ਬੱਚੇ ਤੀਜੇ ਕਾਲਮ 'ਚ 2010 11 ਤੇ 12 ਤਿੰਨਾਂ ਸਾਲ ਦੀ ਮਿਲਾ ਕੇ ਜਿਹੜੀ ਸੇਲਸ ਦੀ ਵੈਲਿਊ ਦਿੱਤੀ ਹੋਈ ਆ ਉਹ 'ਚੋਂ ਕੱਲਾ 2012 ਕੱਢਣ ਲਈ 2010 ਅਲੱਗ ਤੋਂ ਤੇ 2011 ਅਲੱਗ ਤੋਂ ਨਾ ਮਾਈਨਸ ਕਰਿਓ। 2010 ਤੇ 11 ਕੰਬਾਈਨਡ ਜਿਹੜਾ ਓਰੀਜਨਲ ਡਾਟਾ ਹੈ ਉਹ ਕੰਬਾਈਨਡ ਹੈ 2010 11 ਦਾ, ਤਾਂ ਉਹ ਮਾਈਨਸ ਕਰਕੇ ਕੱਲਾ 2012 ਆ ਜਾਊਗਾ। ਤਾਂ ਬੱਚੇ ਇਹ ਆ ਗਿਆ 228 ਚੋਂ 170 ਕੱਢਿਆ 58। ਇਸੇ ਤਰ੍ਹਾਂ 194 ਚੋਂ 142 ਕੱਢ ਦੋ 52, 202 ਚੋਂ 134 ਕੱਢ ਦੋ 68, 218 ਚੋਂ 150 ਕੱਢ ਦੋ ਇਹ ਵੀ 68, 260 ਚੋਂ 188 ਕੱਢ ਦੋ 72। ਫਿਰ ਸਾਨੂੰ 2010 11 12 ਤੇ 13 ਦੇ ਦਿੱਤੀਆਂ ਨੇ, ਉਹ ਚੋਂ 2013 ਕੱਢਣਾ ਕੱਲਾ, ਤਾਂ ਕੱਲਾ 2013 ਕੱਢਣ ਲਈ 2010 11 12 13 ਦੇ ਵਿੱਚੋਂ 2010 11 12 ਮਾਈਨਸ ਕਰੋ, ਆ ਓਰੀਜਨਲ ਵੈਲਿਊਜ਼ ਮਾਈਨਸ ਕਰੋ। ਤਾਂ 330 ਚੋਂ 228 ਕੱਢੇ 102, 268 ਚੋਂ 194 ਕੱਢੇ ਤਾਂ 74 ਮਾਈਨਸ। ਬੱਚੇ ਤੁਹਾਡੀ ਕੈਲਕੂਲੇਸ਼ਨ ਪਲੱਸ ਮਾਈਨਸ ਦੀ ਕੈਲਕੂਲੇਸ਼ਨ ਇੰਨੀ ਚੰਗੀ ਹੋਣੀ ਚਾਹੀਦੀ ਹੈ ਕਿ ਥੋੜਾ ਛੇਤੀ ਮਾਈਨਸ ਕਰ ਸਕੋ ਤੁਸੀਂ। 294 ਚੋਂ 202 ਕੱਢੋ 92, 290 ਚੋਂ 218 ਕੱਢੋ 72, 344 ਚੋਂ 260 ਕੱਢੋ 84। ਤਾਂ ਬੱਚੇ ਅਸੀਂ ਹਰ ਇੱਕ ਸਾਲ ਦੀ ਇੰਡੀਵਿਜੂਅਲੀ ਹਰ ਇੱਕ ਸਾਲ ਦੀ ਸੇਲਸ ਦੀ ਵੈਲਿਊ ਕੱਢ ਸਕੀਏ। ਸਾਨੂੰ ਡਾਟਾ ਐਗਜ਼ਾਮੀਨਰ ਕੀ ਦੇ ਰਿਹਾ, ਪਹਿਲੇ 5 ਕੰਪਨੀਆਂ ਦਾ ਪਹਿਲਾਂ ਤਾਂ ਕੱਲੇ ਪਹਿਲੇ ਸਾਲ ਦਾ 2010 ਦਾ ਡਾਟਾ ਦੇਤਾ, ਅਗਲੇ ਸਾਲ 2010 ਪਲੱਸ 11 ਦੀਆਂ ਸੇਲਸ, ਉਸ ਤੋਂ ਅਗਲੇ ਸਾਲ 2010 11 12 ਦੀਆਂ ਸੇਲਸ, ਉਸ ਤੋਂ ਅਗਲੇ ਸਾਲ 2010 11 12 13 ਦੀਆਂ ਸੇਲਸ ਤੱਕ ਇੰਡੀਵਿਜੂਅਲੀ ਹਰ ਇੱਕ ਸਾਲ ਦੀ ਸੇਲ ਕਿਵੇਂ ਕੱਢਣੀ ਹੈ ਇਹ ਮੈਂ ਤੁਹਾਨੂੰ ਸਮਝਾਤਾ। ਇਹਦਾ ਫਿਰ ਅੱਗੇ 5 ਕੁਐਸਚਨਾਂ ਦਾ ਜੋ ਸੈੱਟ ਬਣੂ, ਜੋ 5 ਕੁਐਸਚਨਸ ਬਣਨਗੇ ਉਹ ਦੇਖੋ ਕਿਵੇਂ ਕਰਨੇ ਆ। ਬੱਚੇ ਪਹਿਲਾ ਕੁਐਸਚਨਸ ਤੁਸੀਂ ਆਪ ਕਰ ਰਹੇ ਹੋ, ਮੈਂ ਤੁਹਾਨੂੰ ਵੈਲਿਊਜ਼ ਕੱਢਣੀਆਂ ਦੱਸਤੀਆਂ ਕਿ ਭਾਈ ਸਾਨੂੰ ਪਹਿਲਾਂ ਤਾਂ 2010 ਦੀ ਵੈਲਿਊ ਦਿੱਤੀ ਹੈ ਤਾਂ ਉਹ ਤਾਂ ਦੇਖ ਲਈ, ਜੇ 2010 ਪਲੱਸ 11 ਦੀ ਦਿੱਤੀ ਹੈ ਤਾਂ ਕੱਲੇ 11 ਦੀ ਕਿਵੇਂ ਕੱਢਣੀ ਹੈ, 2010 11 12 ਦੀ ਦਿੱਤੀ ਹੈ ਕੱਲੇ 12 ਦੀ, 2000 ਕੱਲੇ 13 ਦੀ ਕਿਵੇਂ ਕੱਢਣੀ ਹੈ ਉਹ ਵੈਲਿਊਜ਼ ਕੱਢ ਕੇ ਦੇਤੀਆਂ ਮੈਂ ਤੁਹਾਨੂੰ। ਪਹਿਲਾ ਕੁਐਸਚਨ ਹੈ ਦਾ ਟੋਟਲ ਸੇਲਸ। ਬੱਚੇ ਇਹਦਾ ਸਕਰੀਨਸ਼ਾਟ ਲੈ ਲਓ, ਇਹਦਾ ਸਕਰੀਨਸ਼ਾਟ ਨਾ ਲਓ, ਮੈਂ ਪਹਿਲਾਂ ਆਹ ਵੈਲਿਊ ਸਿਰਫ ਕੱਢਣੀਆਂ ਸਿਖਾਈਆਂ ਨੇ, ਇਹ ਮੈਂ ਤੁਹਾਨੂੰ ਰੱਬ ਕਰਕੇ ਓਰੀਜਨਲ ਦਿੰਨਾ। ਤਾਂ ਬੱਚੇ ਇਹਦਾ ਸਕਰੀਨਸ਼ਾਟ ਲੈ ਲਓ ਇੱਕ, ਤਾਂ ਤੁਸੀਂ ਜਿਹੜੇ ਬੱਚੇ ਵੀਡੀਓ ਦੇਖ ਰਹੇ ਨੇ ਇਹਦਾ ਸਕਰੀਨਸ਼ਾਟ ਲੈ ਲਓ। ਇਸ ਤੋਂ ਬਾਅਦ ਪਹਿਲਾ ਕੁਐਸਚਨ ਹੈ ਦਾ ਟੋਟਲ ਸੇਲਸ ਆਫ ਕੰਪਨੀ A ਐਂਡ E ਟੁਗੇਦਰ ਇਨ 2011। A ਤੇ E ਦੀਆਂ ਕੱਲੇ 2011 ਦੀਆਂ ਸੇਲਸ ਜਿਹੜੀ ਆਪਾਂ ਕੱਢ ਲੀਆਂ ਸੀ, is what percent of the total sales of companies together in 2011। ਤਾਂ ਉਹ ਕਹਿੰਦੇ 2011 ਦੇ ਵਿੱਚ A ਤੇ E ਦੀ ਜਿਹੜੀ ਸੇਲ ਹੈ, 2011 ਦੇ ਵਿੱਚ A ਤੇ E ਦੀ ਜਿਹੜੀ ਸੇਲ ਹੈ ਕੱਲੇ 2011 ਦੀ, is what percent of 2011 ਚ ਸਾਰੀਆਂ ਕੰਪਨੀਆਂ ਦੀ ਸੇਲ। ਤਾਂ ਪਰਸੈਂਟੇਜ ਤਾਂ ਕੱਢਣੀ ਹੁੰਦੀ ਹੈ, ਪਰ 2011 ਦੀਆਂ ਵੈਲਿਊਜ਼ ਕਿਵੇਂ ਕੱਢਣੀਆਂ ਨੇ। ਤਾਂ ਬੱਚੇ ਇਸ ਕੁਐਸਚਨ ਦਾ ਵੀ ਸਕਰੀਨਸ਼ਾਟ ਲੈ ਲਓ, ਮੈਂ 3 ਸਕਿੰਟ ਲਈ ਪਾਸੇ ਹੋਇਆ ਕਰੂੰਗਾ, ਸਕਰੀਨਸ਼ਾਟ ਲੈ ਲਿਆ ਕਰੋ। ਅਗਲਾ ਕੁਐਸਚਨ ਬੱਚੇ, ਦਾ ਸੇਲਸ ਆਫ ਕੰਪਨੀ A B C ਇਨ 2014। ਬੱਚੇ 14 ਦਾ ਡਾਟਾ ਨਹੀਂ ਗਿਵਨ, ਡਾਟਾ ਸਿਰਫ 2013 ਤੱਕ ਦਾ ਗਿਵਨ ਹੈ। ਤਾਂ ਉਹ ਕਹਿੰਦੇ A B ਤੇ C ਕੰਪਨੀ ਦੀਆਂ ਜਿਹੜੀਆਂ 2014 ਦੀਆਂ ਸੇਲਸ ਨੇ ਉਹ ਕੀ ਹੋਈਆਂ, increases by 5%, 25% and 20% respectively with respect to their sales in the previous year। ਤਾਂ ਉਹ ਕਹਿੰਦੇ 2014 ਦੀਆਂ ਸੇਲਸ ਕੀ ਨੇ, ਪਿਛਲੇ ਸਾਲ 2013 ਦੀਆਂ ਜੋ ਸੇਲਸ ਸੀ A ਕੰਪਨੀ ਦੀਆਂ 13 ਤੋਂ 5% ਵੱਧ ਗਈਆਂ, B ਕੰਪਨੀ ਦੀਆਂ 2013 ਤੋਂ 25% ਵੱਧ ਗਈਆਂ ਤੇ C ਕੰਪਨੀ ਦੀਆਂ 20% ਵੱਧ ਕੇ 2014 ਦੀਆਂ ਸੇਲਸ ਆ ਗਈਆਂ। ਤਾਂ 2013 ਦੀਆਂ ਸੇਲਸ ਤਾਂ ਆਪਾਂ ਕੱਢ ਲਈਆਂ ਸੀ, A ਦੀਆਂ ਉਹ ਤੋਂ 5 ਵੱਧ ਗਿਆ, B ਦੀਆਂ 25% ਵੱਧ ਗਿਆ, C ਦੀਆਂ 20% ਵੱਧ ਗਿਆ, ਤਾਂ 2014 ਦੀ ਵੀ ਆ ਗਿਆ। ਐਗਜ਼ਾਮੀਨਰ ਕਹਿੰਦਾ ਦੈਨ ਫਾਈਂਡ ਦਾ ਟੋਟਲ ਸੇਲਸ ਆਫ A B ਐਂਡ C ਟੁਗੇਦਰ ਇਨ 2014। ਤਾਂ A B C ਦੀਆਂ 2014 ਦੀਆਂ ਟੋਟਲ ਸੇਲਸ ਕੀ ਬਣਨਗੀਆਂ ਉਹ ਦੱਸੋ ਬੱਚੇ, ਆਪਸ਼ਨ ਆਪਣੇ ਰੁਪੀਸ ਕਰੋੜ ਦੇ ਵਿੱਚ ਨੇ। ਤਾਂ ਇਹਦਾ ਸਕਰੀਨਸ਼ਾਟ ਵੀ ਲੈ ਲਓ, ਮੈਂ 3 ਸਕਿੰਟ ਲਈ ਪਾਸੇ ਹੋ ਗਿਆ। ਇਸ ਕੁਐਸਚਨ ਤੋਂ ਬਾਅਦ ਬੱਚੇ ਅਗਲਾ ਕੁਐਸਚਨ ਦੇਖੋ। ਅਗਲਾ ਕੁਐਸਚਨ ਹੈ ਫਾਈਂਡ ਦਾ ਰੇਸ਼ੀਓ ਫਾਈਂਡ ਕਰਨੀ ਹੈ ਟੋਟਲ ਸੇਲਸ ਆਫ ਆਲ ਦਾ ਕੰਪਨੀਜ਼ ਟੁਗੇਦਰ। ਰੇਸ਼ੀਓ ਕਾਦੀ ਫਾਈਂਡ ਕਰਨੀ ਹੈ, ਟੋਟਲ ਸੇਲਸ ਸਾਰੀਆਂ ਕੰਪਨੀਆਂ ਦੀ ਇਨ 2011 ਟੂ ਦਾ ਟੋਟਲ ਸੇਲਸ ਆਫ ਕੰਪਨੀਜ਼ ਟੁਗੇਦਰ ਇਨ 2012। ਤਾਂ ਆਪਾਂ 2011 ਦੀਆਂ ਅਲੱਗ ਵੈਲਿਊਜ਼ 5 ਕੰਪਨੀਆਂ ਦੀਆਂ ਕੱਢੀਆਂ ਸੀ, 2012 ਦੀਆਂ ਸੇਲਸ ਕੱਢੀਆਂ ਸੀ 5 ਕੰਪਨੀਆਂ ਦੀਆਂ, ਤਾਂ ਆਪਾਂ 2011 ਦੇ ਟੋਟਲ ਤੇ 2012 ਦੇ ਟੋਟਲ 5 ਕੰਪਨੀਆਂ ਦੀ ਗੱਲ ਕਰ ਰਿਹਾ ਐਗਜ਼ਾਮੀਨਰ, ਉਹਦੀ ਰੇਸ਼ੀਓ ਕੈਲਕੂਲੇਟ ਕਰਨੀ ਹੈ। ਤਾਂ ਬੱਚੇ ਮੈਂ ਸਾਈਡ ਤੇ ਹੋ ਜਾਣਾ, 3 ਸਕਿੰਟ ਦੇ ਵਿੱਚ ਸਕਰੀਨਸ਼ਾਟ ਲੈ ਲਿਆ ਕਰੋ। ਹਾਂਜੀ, ਅਗਲਾ ਕੁਐਸਚਨ ਬੱਚੇ, ਫਾਈਂਡ ਦਾ ਡਿਫਰੈਂਸ ਬਿਟਵੀਨ ਟੋਟਲ ਸੇਲਸ ਆਫ ਆਲ ਦਾ ਕੰਪਨੀਜ਼ ਟੁਗੇਦਰ। ਇਹ ਆਪਣਾ ਹੋਮਵਰਕ ਵਾਲਾ ਕੁਐਸਚਨ ਚੱਲ ਰਿਹਾ ਹੈ।
डिफरेंस फाइंड करना है किहदा टोटल सेल्स ऑफ ऑल द कंपनीज इन 2010 एंड टोटल सेल्स ऑफ ऑल द कंपनीज इन 2013 2010 ਦਾ ਡਾਟਾ ਤਾਂ ਆਪਣੇ ਕੋਲ ਹੈਗਾ ਪੰਜਾਂ ਕੰਪਨੀਜ਼ ਦਾ ਸੈਪਰੇਟ 2013 ਦਾ ਆਪਾਂ ਕੱਢਣਾ ਸਿੱਖ ਲਿਆ ਸੀ ਤਾਂ 2010 ਦਾ ਟੋਟਲ ਆਲ ਦਾ ਕੰਪਨੀਜ਼ ਲਿਖਿਆ ਤੇ 2013 ਦਾ ਟੋਟਲ ਉਹਦਾ ਡਿਫਰੈਂਸ ਲੈਣਾ ਤਾਂ ਇਸ ਕੁਐਸਚਨ ਦਾ ਵੀ ਸਕਰੀਨਸ਼ਾਟ ਲੈ ਲਓ ਬੱਚੇ 3 ਸਕਿੰਟ ਲਈ ਮੈਂ ਸਾਈਡ ਤੇ ਹੋਇਆ ਡਿਫਰੈਂਸ ਲਓ ਸੌਰੀ ਸਕਰੀਨਸ਼ਾਟ ਲਓ ਡਿਫਰੈਂਸ ਕੱਢੋ ਆਨਸਰ ਮਾਰਕ ਕਰੋ ਤੇ ਇਹ ਜਿਹੜੇ ਸਾਰੇ ਆਨਸਰ ਨੇ ਤੁਸੀਂ ਇਹ ਜਿਹੜੀ ਆਪਣੀ YouTube ਤੇ ਵੀਡੀਓ ਹੈ ਉਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਨਸਰਸ ਕਮੈਂਟ ਕਰ ਸਕਦੇ ਹੋ ਮਤਲਬ ਉਹਦੇ ਨਾਲ ਮੈਨੂੰ ਇਹ ਆਈਡੀਆ ਹੋ ਜਾਊਗਾ ਵੀ ਕਿੰਨੇ ਕੁ ਬੱਚਿਆਂ ਦੇ ਸਹੀ ਆਨਸਰ ਆ ਰਹੇ ਨੇ ਜੇ ਕਿਸੇ ਬੱਚੇ ਦਾ ਕੋਈ ਗਲਤ ਆਨਸਰ ਆਇਆ ਮੈਂ ਉਹ ਗਲਤ ਆਨਸਰ ਵੀ ਦੇਖ ਲੂੰਗਾ ਅਗਲੀ ਕਲਾਸ 'ਚ ਉਹਨਾਂ ਕੁ ਦੱਸ ਦੂੰਗਾ ਜੇ ਕੁਝ ਡਾਊਟਸ ਨੇ ਮੈਂ ਡਾਊਟਸ ਉਹਨੇ ਕੁ ਬੋਲ ਕੇ ਦੱਸ ਦੂੰਗਾ ਜੇ ਮੈਜੋਰਿਟੀ ਕਲਾਸ ਮਤਲਬ ਵੀ ਮੈਜੋਰਿਟੀ ਕਲਾਸ ਤਾਂ ਇੱਥੇ ਕੀ ਹੈ ਸਟੂਡੈਂਟਸ ਜਿਹੜੇ ਮੈਜੋਰਿਟੀ ਸਟੂਡੈਂਟਸ ਦਾ ਹੀ ਗਲਤ ਆਨਸਰ ਆਇਆ ਤਾਂ ਫਿਰ ਮੈਂ ਪੂਰੇ ਦਾ ਪੂਰਾ ਚਾਰਟ ਹੀ ਕਦੇ ਕਰਾ ਦੂੰਗਾ ਤਾਂ ਮੈਨੂੰ ਇੰਨਾ ਕੁ ਆਈਡੀਆ ਹੋ ਜੂ ਇਸ ਕਰਕੇ ਜੋ ਵੀ ਤੁਹਾਡੇ ਆਨਸਰਸ ਆਉਣਗੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਓ ਅਗਲਾ ਕੁਐਸਚਨ ਦੇਖੋ ਬੱਚੇ ਇਹਦਾ ਆਖਰੀ ਕੁਐਸਚਨ ਦਾ ਟੋਟਲ ਸੇਲਸ ਆਫ A ਐਂਡ D ਟੁਗੇਦਰ ਇਨ ਦਾ ਗਿਵਨ ਪੀਰੀਅਡ ਆਫ ਟਾਈਮ ਗਿਵਨ ਪੀਰੀਅਡ ਮਤਲਬ 4 ਦੇ 4 ਸਾਲ ਤਾਂ A ਤੇ D ਦਾ ਟੋਟਲ ਹੈ ਜਿਹੜਾ is what percent of total sales of all the companies together in the given period ਤਾਂ ਬੱਚੇ given period ਦਾ ਮਤਲਬ 4 ਸਾਲ ਦੀ ਕੰਬਾਈਨਡ ਗੱਲ ਹੋ ਰਹੀ ਹੈ ਤਾਂ ਆਹ ਵੈਲਿਊਜ਼ ਜਿਹੜੇ ਓਰੀਜਨਲ 330 268 294 ਦਿੱਤੀਆਂ ਨੇ ਇਹਨਾਂ ਦੀ ਗੱਲ ਹੋ ਰਹੀ ਹੈ ਉਹ ਕਹਿੰਦੇ A ਤੇ D ਦਾ ਜਿਹੜਾ ਟੋਟਲ ਹੈ given period ਮਤਲਬ ਸਾਰੇ ਸਾਲ ਉਹ is what percent of total sales of all the companies in the given period ਤਾਂ A ਤੇ D ਦਾ ਟੋਟਲ is what percent of ਪੰਜਾਂ ਦਾ ਟੋਟਲ ਤਾਂ ਬੱਚੇ ਇਸ ਕੁਐਸਚਨ ਦਾ ਸਕਰੀਨਸ਼ਾਟ ਲਓ ਆਪਸ਼ਨ ਤੁਹਾਡੇ ਪਰਸੈਂਟੇਜ ਦੇ ਵਿੱਚ ਨੇ ਤੇ ਆਪਸ਼ਨ ਜ਼ਿਆਦਾ ਨੇੜੇ ਨਹੀਂ ਹੈਗੇ ਤਾਂ ਜ਼ਿਆਦਾ ਦੂਰ ਵੀ ਨਹੀਂ ਹੈਗੇ 34.8 ਹੈ 40.6 ਹੈ 45.7 ਹੈ 48.2 ਹੈ ਤਾਂ 4 5% ਦੇ ਡਿਫਰੈਂਸ ਤੇ ਆਪਸ਼ਨ ਨੇ ਆਪਣੇ ਜ਼ਿਆਦਾ ਕਲੋਜ਼ ਡਿਫਰੈਂਸ ਨਹੀਂ ਹੈ ਜ਼ਿਆਦਾ ਕਲੋਜ਼ ਨਹੀਂ ਆਪਸ਼ਨ ਹੈਗੇ ਪਰ ਜ਼ਿਆਦਾ ਦੂਰ ਵੀ ਨਹੀਂ ਹੈਗੇ ਸੋ ਇਸ ਕਰਕੇ ਥੋੜਾ ਜਿਹਾ ਧਿਆਨ ਨਾਲ ਕਰਨਾ ਤਾਂ ਇੱਥੇ ਬੱਚੇ ਆਪਣੀ ਕਲਾਸ ਖਤਮ ਹੋ ਗਈ ਤਾਂ ਅੱਜ ਦੀ ਆਪਣੀ ਕਲਾਸ DI ਦੀ ਸੈਕਿੰਡ ਕਲਾਸ ਸੀ ਡੇਲੀ ਆਪਣਾ DI ਦਾ ਸੈਸ਼ਨ ਸਕਸੈਸਟਰੀ ਦੇ YouTube ਚੈਨਲ ਤੇ ਸਵੇਰੇ 10 ਵਜੇ ਲੱਗਿਆ ਕਰੂਗਾ ਨੈਬ ਤਹਿਸੀਲਦਾਰ ਦੇ ਪੇਪਰ ਤੱਕ ਆਪਾਂ ਡੇਲੀ ਸਵੇਰੇ 10 ਵਜੇ ਘੰਟਾ DI ਕਰਿਆ ਕਰਾਂਗੇ ਮਤਲਬ ਜਿਵੇਂ ਅੱਜ ਕੀ ਮਤਲਬ ਕੱਲ ਦੀ ਕਲਾਸ ਵੀ ਹੋਗੀ ਆਪਣੀ ਅੱਜ ਦੀ ਕਲਾਸ ਵੀ ਹੋਗੀ ਤੀਜੀ ਕਲਾਸ ਚੌਥੀ ਕਲਾਸ ਇਸੇ ਤਰ੍ਹਾਂ ਚੱਲਦਾ ਜਾਊ ਉਹਦੇ ਵਿੱਚ ਤੁਸੀਂ ਮਤਲਬ ਸਟਰਕਚਰ ਸਮਝ ਲਿਆ ਕਿ 2-3 ਕੁਐਸਚਨ ਮੈਂ ਕਲਾਸ 'ਚ ਕਰਾਇਆ ਕਰੂ ਘੰਟੇ 'ਚ ਜਿੰਨੇ ਕੁਐਸਚਨ ਹੁੰਦੇ ਨੇ ਜੇ ਥੋੜੇ ਜਿਹੇ ਸੌਖੇ ਕੁਐਸਚਨ ਆ ਗਏ ਤਾਂ 15-20 ਕੁਐਸਚਨ ਕਰ ਲਾਂਗੇ ਜੇ ਟਿਪੀਕਲ ਨੇ ਥੋੜੇ ਜਿਹੇ ਲੈਂਥੀ ਜਾਂ ਕੈਲਕੂਲੇਟਿਵ ਕੁਐਸਚਨਸ ਨੇ 10-12-15 ਤਾਂ ਕੁਐਸਚਨ ਕਰਦੇ ਆ ਤੇ 5 ਕੁਐਸਚਨਾਂ ਦਾ ਸੈੱਟ ਤੁਹਾਨੂੰ ਹੋਮਵਰਕ ਮਿਲਦਾ ਹੈਗਾ ਹੋਮਵਰਕ ਦਾ ਮੈਂ ਤੁਹਾਨੂੰ ਦੱਸਤਾ ਹੋਮਵਰਕ ਦਾ ਮੈਂ ਸਕਰੀਨਸ਼ਾਟ ਦਵਾਤਾ ਤੁਹਾਨੂੰ ਮੈਂ ਕੱਲ ਦੀ ਕਲਾਸ 'ਚ ਮੈਂ ਸਕਰੀਨਸ਼ਾਟ ਨਹੀਂ ਸੀ ਦਵਾਇਆ ਸਿੱਧਾ ਕਹਿਤਾ ਕਿ ਟੈਲੀਗ੍ਰਾਮ ਚੈਨਲ ਤੇ ਆਊਗਾ ਤਾਂ ਟੈਲੀਗ੍ਰਾਮ ਤੇ ਤਾਂ ਆਊਗਾ ਆ ਪੂਰੀ ਦੀ ਪੂਰੀ ਜਿਹੜੀ ਵੀਡੀਓ ਹੈ ਮਤਲਬ ਜਿਹੜੀ ਆਪਣੀ PPT ਹੈ ਇਹਦੇ PDF ਕਨਵਰਟ ਹੋ ਕੇ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੂ ਪਰ ਤੁਸੀਂ ਇੱਥੇ ਵੀ ਸਕਰੀਨਸ਼ਾਟ ਲੈ ਲੈ ਪੂਰੇ ਦਾ ਪੂਰਾ ਕੁਐਸਚਨ ਤੁਹਾਡੇ ਕੋਲ ਪਹੁੰਚ ਗਿਆ ਤੁਸੀਂ ਉਹਨੂੰ ਸੋਲਵ ਕਰਨਾ ਜਦੋਂ ਵੀ ਸੋਲਵ ਕਰਦੇ ਹੋ ਜੋ ਤੁਹਾਡੇ ਆਨਸਰਸ ਆਉਂਦੇ ਨੇ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਤੁਸੀਂ ਉਹ ਆਨਸਰਸ ਪੋਸਟ ਕਰ ਸਕਦੇ ਹੋ ਮੈਨੂੰ ਉੱਥੋਂ ਆਈਡੀਆ ਹੋ ਜੂ ਕਿ ਹਾਂ ਮੈਜੋਰਿਟੀ ਬੱਚਿਆਂ ਦਾ ਆਨਸਰ ਨਿਕਲ ਰਿਹਾ ਹੈ ਜਾਂ ਜੇ ਗਲਤੀ ਹੋ ਰਹੀ ਹੈ ਇੱਕ ਅੱਧੇ ਬੱਚੇ ਦੀ ਗਲਤੀ ਹੈ ਜਾਂ ਕਾਫੀਆਂ ਦੀ ਗਲਤੀ ਹੈ ਫਿਰ ਉਸ ਹਿਸਾਬ ਨਾਲ ਮੈਂ ਉਹ ਅੱਗੇ ਸਮਝਾਉਂਦਾ ਹੋ ਜੂ ਦੁਬਾਰਾ ਨਹੀਂ ਅਗਲੀ ਕਲਾਸ 'ਚ ਅਗਲੇ ਕੁਐਸਚਨਸ ਅਗਲਾ ਹੋਮਵਰਕ ਅਗਲੇ ਤਰੀਕੇ ਅਗਲੇ ਸਵਾਲ ਤਾਂ ਕਰਦੇ ਹੀ ਜਾਵਾਂਗੇ ਤਾਂ ਬੱਚੇ ਅਗਲੀ ਕਲਾਸ ਦੇ ਵਿੱਚ ਮਿਲਦੇ ਹਾਂ ਥੈਂਕ ਯੂ